ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਹੁਤ ਬਹੁਤ ਧੰਨਵਾਦ। ਬਹੁਤ ਸੁੰਦਰ ਧਿਆਨ ਲਈ। ਪੂਰਨਿਮਾ ਵੀ ਹੈ। खूब मजे लुटो 3 दिन। जिन्ना ध्यान कर सकते हो उन्ना ही फायदा। ਜਿਹੜਾ ਸਾਡਾ ਸੈਟਰਡੇ ਦਾ ਸੈਸ਼ਨ ਹੈ, ਅਸੀਂ ਜਿਹੜਾ ਵੀ ਇੱਕ ਹਫਤੇ ਵਿੱਚ ਅਸੀਂ ਸਬਜੈਕਟ ਟੌਪਿਕ ਡਿਸਕਸ ਕਰਾਂਗੇ ਜਾਂ ਕੋਈ ਵੀ ਤੁਹਾਨੂੰ ਪ੍ਰਸ਼ਨ ਹੈ ਤੇ ਉਹ ਸਪੈਸ਼ਲ ਅਸੀਂ ਸੈਟਰਡੇ ਪ੍ਰਸ਼ਨ ਉੱਤਰ ਦਾ ਸੈਸ਼ਨ ਰੱਖਿਆ। ਔਰ ਹਰ ਸੰਡੇ ਨੂੰ ਅਸੀਂ ਇੱਕ ਵਰਕਸ਼ਾਪ ਲਗਾਵਾਂਗੇ ਕਿਸੇ ਨਾ ਕਿਸੇ ਟੌਪਿਕ ਤੇ। ਇਹ 2 ਦਿਨ ਤੇ ਫਿਕਸ ਅਸੀਂ ਕੀਤੇ ਨੇ ਕਿਉਂਕਿ ਸੈਟਰਡੇ ਸੰਡੇ ਸਭ ਦੀ ਟਾਈਮ ਹੁੰਦਾ, ਥੋੜੀ ਛੁੱਟੀ ਕਰਕੇ ਥੋੜਾ ਜ਼ਿਆਦਾ ਵੀ ਟਾਈਮ ਲੱਗ ਗਿਆ ਤੇ ਕੋਈ ਐਸੀ ਗੱਲ ਨਹੀਂ ਹੈ। ਤੋ ਅੱਜ ਦਾ ਸੈਸ਼ਨ ਸ਼ੁਰੂ ਕਰਨੇ ਆ। ਜਿਹੜੇ ਅਸੀਂ 7 ਬੋਡੀਜ਼ ਦੇ ਉੱਤੇ ਵਰਕਸ਼ਾਪ ਲਈ ਵੈਲਕਮ ਦਾ ਨਿਊ ਯੂ, ਤੇ ਉਹ ਪੂਰੀ ਵਰਕਸ਼ਾਪ ਨੂੰ ਲੈ ਕੇ ਤੁਹਾਡਾ ਕਿਸੇ ਦਾ ਵੀ ਕੋਈ ਕੁਐਸਚਨ ਹੈ, ਕਿਤੇ ਕਲੈਰਿਟੀ ਨਹੀਂ ਹੈ, ਤੇ ਤੁਸੀਂ ਉਹ ਕੁਐਸਚਨ ਪੁੱਛ ਸਕਦੇ ਹੋ। ਫਿਰ ਉਹਨੂੰ ਅਸੀਂ ਮਿਲ ਕੇ ਡਿਸਕਸ ਕਰਾਂਗੇ। ਹਾਂਜੀ ਹਾਂਜੀ ਮੈਮ ਮੇਰਾ ਇੱਕ ਕੁਐਸਚਨ ਹੈ। ਹਾਂਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਸੀਗਾ ਕਿ ਆਤਮਾ ਦੀ ਯਾਤਰਾ ਕਿ ਪਹਿਲੇ ਬੇਬੀ ਸੋਲ, ਇਨਫੈਂਟ ਸੋਲ, ਫਿਰ ਮੈਚੁਰ ਸੋਲ, ਤੇ ਜਿਸ ਤਰ੍ਹਾਂ ਅਸੀਂ ਆਪਣੇ ਘਰ ਵੀ ਦੇਖ ਸਕਦੇ ਹਾਂ ਕਿ ਹਾਂ 4 ਮੈਂਬਰ ਹੈ ਤੇ ਕੌਣ ਕਿਸ ਲੈਵਲ ਤੇ ਹੈਗਾ। ਤੇ ਜਿਸ ਤਰ੍ਹਾਂ ਹੁਣ ਕੋਈ ਮੈਂਬਰ ਹੈ ਉਹ ਬਿਲਕੁਲ ਨਾ ਕੋਈ ਸਪਿਰਿਚੁਅਲਿਟੀ ਤੇ ਹੈ, ਨਾ ਕੋਈ ਆਧਿਆਤਮਿਕ, ਨਾ ਕੋਈ, ਬਸ ਉਹਨੂੰ ਆਪਣਾ ਹੀ ਖਾਣਾ ਪੀਣਾ ਤੇ ਬਸ ਮੈਨੂੰ ਮੇਰਾ ਪੂਰਾ ਹੋ ਜਾਏ, ਹੋਰ ਕਿਸੇ ਨੂੰ ਹੋਏ ਨਾ ਹੋਏ, ਇਸ ਤਰ੍ਹਾਂ। ਤੇ ਕਿਆ ਉਹ ਸਾਨੂੰ ਵੇਖ ਕੇ ਇਸ ਰਸਤੇ ਤੇ ਆਏਗਾ ਤੇ ਇਹ ਕਿ ਉਹਦੀ ਫ੍ਰੀ ਵਿਲ ਹੋਏਗੀ ਜਾਂ ਫਿਰ ਉਹਦਾ ਸੋਲ ਪਲਾਨ ਹੋਏਗਾ? ਤੇ ਉਹ ਮੈਂ ਥੋੜਾ ਜਿਹਾ ਕਲੀਅਰ ਨਹੀਂ ਹੋ ਪਾ ਰਹੀ। ਦੇਖੋ ਦੋਨੋਂ ਚੀਜ਼ਾਂ ਨੇ, ਫ੍ਰੀ ਵਿਲ ਵੀ ਹੈ ਔਰ ਸੋਲ ਪਲਾਨ ਵੀ ਹੈ। ਔਰ ਉਹਦੀ ਉਹ ਸੋਲ ਨੇ ਬਹੁਤ ਹੀ, ਜਿਹਨੂੰ ਕਹਿੰਦੇ ਨੇ ਕਿ ਬਹੁਤ ਡੇਅਰਿੰਗ ਸੋਲ ਹੈ, ਜਿਹਨੇ ਜਿਹੜੀਆਂ ਮਤਲਬ 100 ਵਿੱਚੋਂ 90 ਸੋਲਸ ਤੇ ਧਰਤੀ ਤੇ ਆਉਣ ਲਈ ਮਨਾ ਹੀ ਕਰ ਦਿੰਦੀਆਂ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਧਰਤੀ ਤੇ ਬਹੁਤ ਜ਼ਿਆਦਾ ਚੈਲੰਜ ਨੇ। ਸਭ ਤੋਂ ਵੱਡਾ ਚੈਲੰਜ ਬਰਥ ਲੈਣਾ, ਲੋਕੀ ਕਹਿੰਦੇ ਨਾ ਡੈਥ ਬਹੁਤ ਵੱਡਾ ਚੈਲੰਜ ਹੈ। ਡੈਥ ਨਾਲੋਂ ਜ਼ਿਆਦਾ ਬਰਥ ਜਿਹੜਾ ਲੈਣਾ ਉਹ ਬਹੁਤ ਵੱਡਾ ਚੈਲੰਜ ਹੈ। ਤੁਸੀਂ ਦੇਖੋ ਬੱਚਾ 9 ਮਹੀਨੇ ਕਿਸ ਅਵਸਥਾ ਵਿੱਚ ਰਹਿੰਦਾ ਹੈ, ਫਿਰ ਉਹਨੂੰ ਬਰਥ ਲੈਣ ਲੱਗਿਆ ਕਿੰਨੇ ਛੋਟੇ ਜਗ੍ਹਾ ਤੋਂ ਬਾਹਰ ਨਿਕਲਣਾ ਪੈਂਦਾ। ਅੱਜ ਕੱਲ ਤੇ ਚਲੋ ਸਰਜਰੀ ਹੋਣ ਲੱਗ ਗਈ, ਲੇਕਿਨ ਉਹ ਬਹੁਤ ਕਸ਼ਟ ਵਾਲਾ ਪੀਰੀਅਡ ਹੁੰਦਾ ਉਹਦੇ ਲਈ। ਔਰ ਉਹਦੇ ਬੜੇ ਸਾਰੇ ਪਲਾਨ ਲੈ ਕੇ ਆਂਦਾ, ਮੈਂ ਕਰਾਂਗਾ ਉਹ ਕਰਾਂਗਾ, ਲੇਕਿਨ ਸਭ ਤੋਂ ਵੱਡੀ ਵਿਡੰਬਨਾ ਹੁੰਦੀ ਹੈ ਕਿ ਜਨਮ ਲੈਂਦੇ ਹੀ ਉਹਨੂੰ ਸਭ ਕੁਝ ਭੁੱਲਣਾ ਸ਼ੁਰੂ ਹੋ ਜਾਂਦਾ। ਫਿਰ ਉਹਨੂੰ ਉਹ ਯਾਦ ਤੇ ਐਸ ਉਸਦੀ ਕੋਈ ਹਿੰਮਤ ਹੀ ਨਹੀਂ ਕਰਦਾ ਕਿ ਚਾਹੇ ਸਾਡੀ ਗਰੋਥ ਬਹੁਤ ਸਲੋ ਹੋਏਗੀ, ਚਾਹੇ ਉਹਦੇ ਚ ਹਜ਼ਾਰਾਂ ਸਾਲ ਲੱਗ ਜਾਣਗੇ, ਕੋਈ ਗੱਲ ਨਹੀਂ, ਪਰ ਅਸੀਂ ਧਰਤੀ ਤੇ ਨਹੀਂ ਜਾਣਾ। ਤੇ ਜਿਹੜਾ ਧਰਤੀ ਤੇ ਸੋਲ ਜਨਮ ਲੈਣ ਲਈ ਤਿਆਰ ਹੁੰਦੀ ਹੈ ਕਿ ਨਹੀਂ ਮੈਂ ਤੇ ਵਧਣਾ, ਮੈਂ ਤੇ ਪੇਪਰ ਦੇਣਾ ਹੀ ਦੇਣਾ, ਮੈਂ ਤੇ ਪੜ੍ਹਨਾ ਔਰ ਟੈਸਟ ਦੇਣਾ, ਮੈਂ ਪਾਸ ਹੋਣਾ, ਉਹੀ ਸੋਲ ਧਰਤੀ ਤੇ ਆਂਦੀ ਹੈ। ਫਿਰ ਉਹ ਜਿਹੜੀ ਸੋਲ ਆਂਦੀ ਹੈ ਉਹ ਆਪਣੀ ਗਰੋਥ ਦੇ ਹਿਸਾਬ ਨਾਲ ਚੈਲੰਜ ਚੂਜ਼ ਕਰਦੀ ਹੈ। ਜਿਸ ਤਰ੍ਹਾਂ ਮੰਨ ਲਓ ਮੈਂਟਲੀ ਰਿਟਾਰਡਡ ਹੈ, ਕੋਈ ਫਿਜ਼ੀਕਲੀ ਹੈਂਡੀਕੈਪ ਹੈ, ਉਹ ਚੈਲੰਜ ਚੂਜ਼ ਕਰਦੀ ਹੈ ਉਹ ਸਾਰੇ ਕਿ ਇਹਦੇ ਚ ਮੈਂ ਕੀ ਸਿੱਖਣਾ ਹੈ ਨਾ। ਤੇ ਉਹ ਸੋਲ ਦੇ ਲੈਵਲ ਦੇ ਹਿਸਾਬ ਨਾਲ, ਜਿਸ ਤਰ੍ਹਾਂ ਬੱਚਾ ਹੁੰਦਾ ਹੈ ਤੇ ਬੱਚੇ ਨੂੰ ਤੁਸੀਂ ਬਚਪਨ ਦੇ ਬੱਚਾ ਜਿਹੜਾ ਹੈ ਉਹਨੂੰ ਤੁਸੀਂ ਵੱਡਿਆਂ ਦੀ ਤਰ੍ਹਾਂ ਨਹੀਂ ਟਰੀਟ ਕਰ ਸਕਦੇ ਨਾ, ਹੈ, ਤੁਹਾਨੂੰ ਪਤਾ ਹੈ ਕਿ ਬੱਚਾ ਹੈ। ਤੇ ਐਸੇ ਤਰ੍ਹਾਂ ਆਤਮਾ ਦਾ ਵੀ ਲੈਵਲ ਹੁੰਦਾ। ਜਿਸ ਵੇਲੇ ਉਹ ਜਨਮ ਲੈਂਦੀ ਹੈ, ਜਿਹੜੇ ਉਹਦੇ ਸ਼ੁਰੂ ਦੇ ਜਨਮ ਹੁੰਦੇ ਨੇ, ਉਹਨੂੰ ਵੀ ਬੱਚਿਆਂ ਦੀ ਤਰ੍ਹਾਂ ਕੁਝ ਨਹੀਂ ਪਤਾ, ਖਾਣਾ ਪੀਣਾ ਸੋਣਾ। ਲੇਕਿਨ ਕਿਉਂਕਿ ਉਹ ਐਸੇ ਪਰਿਵਾਰ ਨੂੰ ਚੂਜ਼ ਕਰਦੀ ਹੈ ਜਿਹਦੇ ਚ ਮੈਡੀਟੇਸ਼ਨ ਕੀਤੀ ਜਾਂਦੀ ਹੈ ਜਾਂ ਪਾਠ ਪੂਜਾ ਬਹੁਤ ਕੀਤੀ ਜਾਂਦੀ ਹੈ ਚੀਜ਼ਾਂ, ਉਹ ਹੌਲੀ ਹੌਲੀ ਉਹ ਚਾਹੇ ਕਰੇ ਨਾ ਕਰੇ, ਉਹ ਉਹਦੇ ਅੰਦਰ ਉਹ ਸੰਸਕਾਰ ਚਲੇ ਜਾਂਦੇ ਨੇ। ਫਿਰ ਉਹ ਸਮੇਂ ਆਉਣ ਤੇ ਉਹ ਸੰਸਕਾਰ ਜਿਹੜੇ ਨੇ ਉਹ ਉੱਪਰ ਆਉਣ ਲੱਗ ਜਾਂਦੇ ਨੇ। ਤੇ ਉਹ ਇਹ ਯਾਤਰਾ ਜਿਹੜੀ ਹੈ ਜਨਮਾਂ ਜਨਮਾਂ ਦੀ, ਹੁਣ ਤੁਸੀਂ ਦੇਖੋ ਕਿ ਜਿਨ੍ਹਾਂ ਪਰਿਵਾਰਾਂ ਵਿੱਚ ਬਹੁਤ ਹੀ ਪ੍ਰੇਮ ਪਿਆਰ ਹੁੰਦਾ, ਜਿਸ ਤਰ੍ਹਾਂ ਜੁਆਇੰਟ ਫੈਮਿਲੀ ਹੈ, ਸਭ ਮਿਲ ਜੁਲ ਕੇ ਰਹਿੰਦੇ ਨੇ, ਬਹੁਤ ਪ੍ਰੇਮ ਪਿਆਰ ਹੁੰਦਾ, ਤੁਹਾਨੂੰ ਬੱਚੇ ਨੂੰ ਸਿਖਾਣਾ ਨਹੀਂ ਪੈਂਦਾ, ਬੱਚਾ ਉਸੇ ਹੀ ਮਾਹੌਲ ਵਿੱਚ ਰਹਿੰਦਾ। ਉਸੇ ਤਰ੍ਹਾਂ ਮੰਨ ਲਓ ਹੁਣ ਅਸੀਂ ਜਾਂਦੇ ਹਾਂ ਕਿਸੇ ਦੇ ਘਰ, ਔਰ ਉਹਨਾਂ ਦੇ ਘਰ ਇਹ ਦੇਖਦੇ ਨੇ ਬੱਚੇ ਕਿ ਵੀ ਬੜਾ ਸਾਰਿਆਂ ਨੂੰ ਬਾਹਰੋਂ ਜਿਹੜਾ ਆਂਦਾ ਉਹਨੂੰ ਬੜਾ ਚਾਹ ਪਾਣੀ ਬੜੇ ਪਿਆਰ ਨਾਲ ਪੁੱਛਿਆ ਜਾਂਦਾ ਹੈ। ਤੇ ਜਿਹੜੇ ਬੱਚੇ ਹੁੰਦੇ ਨੇ ਨਾ ਛੋਟੇ ਛੋਟੇ, ਉਹ ਅਗਰ ਖੇਲ ਵੀ ਖੇਲਣਗੇ ਨਾ ਆਪਸ ਵਿੱਚ,
ਤੇ ਉਸੇ ਤਰ੍ਹਾਂ ਦਾ ਮਾਹੌਲ ਬਣਾ ਕੇ ਖੇਲ ਖੇਲਣਗੇ ਕਿ ਸਾਡੇ ਘਰ ਤੁਸੀਂ ਆਏ ਹੋ, ਅਸੀਂ ਤੁਹਾਨੂੰ ਪਾਣੀ ਦਿਆਂਗੇ, ਇਹ ਲੋ ਚਾਹ, ਝੂਠੀ ਮੂਠੀ ਚਾਹੇ ਉਹ ਕਰਦੇ ਨੇ, ਹਨਾ, ਲੇਕਿਨ ਉਹ ਹੀ ਕਰਦੇ ਨੇ। ਉਹਨਾਂ ਨੂੰ ਅਸੀਂ ਸਿਖਾਇਆ ਨਹੀਂ ਡਾਇਰੈਕਟਲੀ, ਲੇਕਿਨ ਦੇਖ ਕੇ ਉਹਨਾਂ ਨੇ ਸਿੱਖ ਲਿਆ। ਐਸੇ ਤਰ੍ਹਾਂ ਜਿਹੜੀ ਸੋਲ ਹੁੰਦੀ ਹੈ ਉਹ ਇਨਡਾਇਰੈਕਟਲੀ ਦੇਖ ਦੇਖ ਕੇ ਉਹਦੇ ਅੰਦਰ ਉਹ ਸੰਸਕਾਰ ਚਲੇ ਜਾਂਦੇ ਨੇ। ਤੇ ਇਹ ਜ਼ਰੂਰੀ ਨਹੀਂ ਹੈ ਕਿ ਉਹ ਸੰਸਕਾਰ ਜਿਹੜੇ ਬੀਜ ਉਹਦੇ ਅੰਦਰ ਗਏ ਨੇ ਐਸੇ ਜਨਮ ਵਿੱਚ ਉਹ ਫੁੱਟ ਜਾਣਗੇ, ਕਿਉਂਕਿ ਉਹਦੀ ਯਾਤਰਾ ਦੀ ਸ਼ੁਰੂਆਤ ਹੈ ਨਾ, ਹੁਣ ਇੱਕ ਬੀਜ ਤੁਸੀਂ ਧਰਤੀ 'ਚ ਪਾਇਆ ਤੇ ਕਈ ਵਾਰੀ ਬੀਜ ਉਸੇ ਟਾਈਮ ਫੁੱਟ ਜਾਂਦਾ ਹੈ, ਔਰ ਕਈ ਵਾਰੀ ਸਾਲ, ਕਈ ਟਾਈਮ ਉਹਨੂੰ, ਜਿਹੜਾ ਬੈਂਬੂ ਟਰੀ ਹੈ ਉਹਨੂੰ ਬਹੁਤ ਟਾਈਮ ਲੱਗਦਾ, ਤੁਹਾਨੂੰ 5 ਸਾਲ ਤੱਕ ਤੇ ਲੱਗੇਗਾ ਹੀ ਨਹੀਂ ਕਿ ਇਹਦਾ ਫਾਇਦਾ ਵੀ ਕੁਛ ਹੈ ਲਗਾਉਣ ਤੱਕ, ਆएगा। हाँ ਹਨਾ। ਲੇਕਿਨ ਜਿਸ ਤਰ੍ਹਾਂ ਮੰਨ ਲਓ ਪਰਿਵਾਰ ਵਿੱਚ ਸਾਡੇ, ਜਿਸ ਤਰ੍ਹਾਂ ਹਰ ਇੱਕ ਦਾ ਲੈਵਲ ਤੇ ਅਲੱਗ ਹੁੰਦਾ ਹੀ ਹੈ ਸੋਲ ਦਾ, ਹਨਾ, ਤੇ ਸਾਡਾ ਕੰਮ ਹੈ ਕਿ ਅਸੀਂ ਐਸਾ ਮਾਹੌਲ ਬਣਾਈਏ ਜਿਹਦੇ ਨਾਲ ਸਾਰਿਆਂ ਦੀ ਮਦਦ ਹੋਵੇ। ਔਰ ਜਿਨ੍ਹਾਂ ਪਰਿਵਾਰਾਂ ਵਿੱਚ ਤੁਸੀਂ ਦੇਖੋ ਮਾਹੌਲ ਹਰ ਟਾਈਮ ਲੜਾਈ ਝਗੜੇ ਦਾ ਹੈ, ਗਾਲੀ ਗਲੋਚ ਦਾ ਹੈ, ਤਾਂ ਬੱਚਿਆਂ ਨੂੰ ਕਹਿਣਾ ਨਹੀਂ ਪੈਂਦਾ, ਤੁਸੀਂ ਬੱਚਿਆਂ ਨੂੰ ਕਿੰਨਾ ਵੀ ਕਹੋ ਕਿ ਨਹੀਂ ਗੱਲ ਨਹੀਂ ਕਰਨੀ, ਲੇਕਿਨ ਉਹ ਕੱਢਣਗੇ, ਉਹ ਉਹਨਾਂ ਨੂੰ ਲੱਗਦਾ ਨਹੀਂ ਕਿ ਇਹ ਗਲਤ ਹੈ। ਤੇ ਐਸੇ ਤਰ੍ਹਾਂ ਆਤਮਾ ਐਸਾ ਮਾਹੌਲ ਚੂਜ਼ ਕਰਦੀ ਹੈ, ਜਿਸ ਵੇਲੇ ਧਰਤੀ ਤੇ ਆਂਦੀ ਹੈ, ਚੈਲੰਜ ਤੇ ਹੈ ਹੀ ਹੈ, ਲੇਕਿਨ ਐਸਾ ਮਾਹੌਲ ਚੂਜ਼ ਕਰਦੀ ਹੈ ਕਿ ਮੇਰੇ ਆਸ-ਪਾਸ ਦੇ ਲੋਕ ਮੇਰੀ ਮਦਦ ਕਰਨ ਸਿੱਖਣ ਵਿੱਚ। ਤੇ ਇਸ ਲਈ किसी ते प्रेशर नहीं पाना कि तू कर, तू करता क्यों नहीं, समझाना साडा काम है। और बचपन ਵਿੱਚ ਜੋ ਅਸੀਂ ਆਪਣੇ ਮਾਪਿਆਂ ਨੂੰ ਦੇਖਿਆ ਨਾ ਕਰਦਿਆਂ ਹੋਇਆ, ਚਾਹੇ ਅਸੀਂ ਉਸ ਵੇਲੇ ਉਹਦੀ ਵੱਲ ਧਿਆਨ ਵੀ ਨਹੀਂ ਦਿੱਤਾ, ਤੁਸੀਂ ਦੇਖੋ ਜਿਉਂ-ਜਿਉਂ ਬੱਚਾ ਵੱਡਾ ਹੁੰਦਾ ਨਾ, ਉਹ ਆਪਣੇ ਆਪ ਉਹ ਚੀਜ਼ਾਂ ਕਰਨ ਲੱਗ ਜਾਂਦਾ। ਤੁਸੀਂ ਅੱਜ ਜੋ ਮੈਂ ਹਾਂ ਨਾ, ਮੈਂ ਆਪਣੇ ਪੇਰੈਂਟਸ ਦੀ ਕਾਪੀ ਹਾਂ। ਹੁਣ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਸਾਡੇ ਮਾਂ-ਪਿਓ ਬਹੁਤ ਹੀ ਡਿਸਿਪਲਿਨਡ ਨੇ, ਧਿਆਨ ਮਤਲਬ ਗੁਰਦੁਆਰੇ ਜਾਂਦੇ ਨੇ, ਪਾਠ ਪੂਜਾ ਕਰਦੇ ਨੇ, ਬੱਚਾ ਇੰਜੋਏ ਕਰਦਾ, ਬੱਚੇ ਨੂੰ ਕੋਈ ਇਹਦੇ ਨਾਲ ਕੰਮ ਨਹੀਂ ਹੈ। ਲੇਕਿਨ ਜਿਉਂ ਹੀ ਉਹ ਆਪਣੀ ਟੀਨ ਏਜ ਕ੍ਰਾਸ ਕਰਦਾ ਨਾ, ਉਹਦਾ ਆਟੋਮੈਟਿਕਲੀ ਇੰਟਰਸਟ ਹੋ ਜਾਂਦਾ ਕਿ ਮੈਂ ਗੁਰਦੁਆਰੇ ਜਾਣਾ ਹੈ, ਮੈਂ ਸੇਵਾ ਕਰਨੀ ਹੈ, ਹਨਾ। ਉਹ ਲਰਨਿੰਗ ਪ੍ਰੋਸੈਸ ਹੀ ਇਸੇ ਤਰ੍ਹਾਂ ਦੇ, ਜਿਸ ਤਰ੍ਹਾਂ ਕਹਿੰਦੇ ਨਾ ਐਕਸਪੀਰੀਐਂਸ਼ੀਅਲ ਲਰਨਿੰਗ। ਹੁਣ ਅੱਜ ਕੱਲ੍ਹ ਬਹੁਤ ਇਸ ਤਰ੍ਹਾਂ ਦੇ ਸਕੂਲ ਬਣ ਗਏ ਨੇ ਜਿੱਥੇ ਬੱਚਿਆਂ ਨੂੰ ਕਿਤਾਬਾਂ ਨਹੀਂ ਪੜ੍ਹਾਈਆਂ ਜਾਂਦੀਆਂ, ਐਸਾ ਮਾਹੌਲ ਦਿੱਤਾ ਜਾਂਦਾ ਹੈ ਕਿ ਉਹ ਸਿੱਖਣ। ਤੇ ਉਹੀ ਧਰਤੀ ਤੇ ਇਹ ਫੈਮਿਲੀ ਸਿਸਟਮ ਜਿਹੜਾ ਹੈ, ਐਸਾ ਮਾਹੌਲ ਹੈ ਕਿ ਆਤਮਾ ਸਿੱਖ ਸਕੇ। ਕਲੀਅਰ ਹੋਇਆ? हाँ जी, बिल्कुल मैम, बहुत सोहना, थैंक यू सो मच। बहुत ਔਰ वही है ਤੁਸੀਂ ना बच्चे। ਦੇਖੋਗੇ ਕਿ ਕਈ ਵਾਰੀ ਛੋਟਾ ਬੱਚਾ ਐਸੇ ਕੰਮ ਕਰਦਾ, ਤੁਸੀਂ ਹੈਰਾਨ ਹੋ ਜਾਂਦੇ ਹੋ ਦੇਖ ਕੇ ਕਿ ਇਹ ਕਿੱਥੋਂ ਸਿੱਖ ਰਿਹਾ, हाँ। ਇਸ ਤਰ੍ਹਾਂ ਕਿਉਂ ਕਰ ਰਿਹਾ। ਉਹ ਜਿਸ हम्म, ਤਰ੍ਹਾਂ ਮੈਂ ਅਗਰ ਗੱਲ ਕਰਾਂ, ਮੇਰਾ ਛੋਟਾ ਭਤੀਜਾ ਜਦੋਂ ਤੋਂ ਸਮਝੋ ਉਹਨੇ ਹੋਸ਼ ਸੰਭਾਲੀ ਹੈ ਨਾ, ਸਾਲ ਦਾ ਤਕਰੀਬਨ ਹੋਇਆ ਹੋਏਗਾ, ਤੇ ਉਹ ਨਾ ਗੋਲ ਪਿੱਲੋ ਦੇ ਉੱਤੇ ਚੜ ਕੇ ਸੌਂਦਾ ਸੀ। ਸਾਨੂੰ ਬੜੀ ਹੈਰਾਨੀ ਹੁੰਦੀ ਸੀ, ਉਹਨੂੰ ਅਸੀਂ ਕਿੰਨਾ ਵੀ ਕਹੀਏ ਪਰ मना ਉਹਨੇ ਉਹਦੇ करेंगे। ਉੱਪਰ ਹੀ ਸੌਣਾ ਹੈ। ਔਰ ਉਹਨੂੰ ਸ਼ੁਰੂ ਤੋਂ ਹੀ ਜਿਸ ਤਰ੍ਹਾਂ ਪੈਟ ਦਾ ਬਹੁਤ ਸ਼ੌਂਕ ਸੀ, ਮਤਲਬ ਉਹਨੇ ਹੋਸ਼ ਸੰਭਾਲੀ ਤੇ ਉਹਨੇ ਰੋਣਾ ਸ਼ੁਰੂ ਕੀਤਾ, ਮੈਨੂੰ ਪੈਟ ਚਾਹੀਦਾ। ਤੇ ਉਹ ਗੁੱਸਾ ਇੰਨਾ, ਔਰ ਉਹਨੂੰ ਐਂ ਸੀ ਕਿ ਮੈਂ ਸਾਰਿਆਂ ਨੂੰ ਮਾਰ ਦਿਆਂ ਬਸ, ਇੰਨਾ ਗੁੱਸਾ। ਤੇ ਉਹ ਅਗਰ ਸਾਨੂੰ ਸਮਝ ਨਹੀਂ ਹੈ ਤੇ ਅਸੀਂ ਬੱਚੇ ਨੂੰ ਡਾਂਟਾਂਗੇ, ਮਾਰਾਂਗੇ ਕਿ ਇੰਜ ਕਿਉਂ ਕਰ ਰਿਹਾ, हाँ। ਲੇਕਿਨ ਸਾਨੂੰ ਸਮਝ ਆ ਗਈ ਕਿ ਇਹ ਪਿੱਛੋਂ ਬਹੁਤ ਸਾਰੇ ਚੀਜ਼ਾਂ ਕੈਰੀ ਕਰਕੇ ਲਿਆਇਆ। हम्म, ਇਹ गुस्सा ਇਹਦਾ ਅਜੇ ਤੋਂ ਬੱਚੇ ਨੂੰ ਸਮਝ ਹੀ ਨਹੀਂ ਗੁੱਸਾ ਕੀ ਹੁੰਦਾ, ਲੇਕਿन ਹਰ ਗੱਲ ਤੇ ਗੁੱਸਾ ਕਰਨਾ, ਮੈਂ ਮਤਲਬ ਮੈਂ ਜੋ ਕਿਹਾ ਉਹ ਹੁਣੇ ਪੂਰਾ ਹੋਣਾ ਚਾਹੀਦਾ, हम्म, ਹੁਣੇ ਪੂਰਾ ਹੋਣਾ ਚਾਹੀਦਾ। ਉਹ ਨਹੀਂ ਤੇ ਉਹ ਗੁੱਸਾ ਕਰੇਗਾ, ਸਮਾਨ ਤੋੜੇਗਾ, ਇਹ ਸਭ ਕਰੇਗਾ। ਉਹ ਪਿੱਛੋਂ ਤੇ ਇੰਪ੍ਰਿੰਟ ਲੈ ਕੇ ਆ ਰਿਹਾ ਹੈ ਕਿ ਉਹਦੇ ਪਿੱਛੋਂ ਦੇ ਜਿਹੜੇ ਐਕਸਪੀਰੀਅੰਸ ਨੇ, ਜਿਹੜੇ ਉਹਦੇ ਅੰਦਰ ਇਨਫੋਰਮੇਸ਼ਨ ਸਟੋਰ ਹੈ, ਉਹਦੇ ਹਿਸਾਬ ਨਾਲ ਉਹ ਰਿਐਕਟ ਕਰ ਰਿਹਾ। ਤੇ ਅਸੀਂ ਕੀ ਕਰਨਾ ਹੈ? ਅਸੀਂ ਉਹਨੂੰ ਡਾਂਟਨੇ ਆ, ਝਿੜਕਨੇ ਆ, ਸਜ਼ਾ ਦੇਣੇ ਆ, ਪਨਿਸ਼ ਕਰਨੇ ਆ, ਨਹੀਂ। ਅਸੀਂ ਕੀ ਕਰਨਾ ਹੈ? ਅਸੀਂ ਉਹਨੂੰ ਪੋਜ਼ਿਟਿਵ ਐਫਰਮੇਸ਼ਨਸ ਦੇਣੀਆਂ ਨੇ ਕਿ ਤੂੰ ਤੇ ਇੱਕ ਪੀਸਫੁਲ ਸੋਲ ਹੈ, ਤੂੰ ਯੂਨੀਵਰਸ ਵਿੱਚ ਸੇਫ ਹੈ। ਲੇਕਿਨ ਅਸੀਂ ਉਲਟਾ ਕਰਨੇ ਆ ਨਾ, ਸਾਨੂੰ ਇਹਨਾਂ ਚੀਜ਼ਾਂ ਦੀ ਸਮਝ ਨਹੀਂ। हाँ ਮੈਂ जी, ਖੁਦ पता नहीं ना। हाँ जी, हाँ ਝਗੜਾ जी, ਕਰਦੀ पता ਸੀ नहीं। हाँ। ਕਿ ਵੀ ਇਹ ਤੇ ਬਹੁਤ, ਇਹਨੂੰ ਤੇ ਸੁਧਾਰਨਾ ਹੀ ਹੈ, ਇਹ ਤੇ ਹੁਣੇ ਤੋਂ ਹੀ ਸੁਧਾਰਨਾ ਸ਼ੁਰੂ ਕਰਨਾ ਇਹਨੂੰ, ਨਹੀਂ ਤੇ ਵੱਡਾ ਹੋ ਕੇ ਪਰੇਸ਼ਾਨ ਕਰੇਗਾ। ਅਸੀਂ ਦੂਜੇ ਪਾਸੇ ਚੱਲ ਪੈਂਦੇ ਹਾਂ। हाँ जी। ਲੇਕਿਨ ਸਾਨੂੰ ਸਪਿਰਿਚੁਅਲ ਵਿਜ਼ਡਮ ਪਤਾ ਹੋਣ ਨਾਲ, ਇਹ ਸਾਰੇ हम्म, ਰੂਲਸ ਔਰ ਕਨਸੈਪਟ ਪ੍ਰਿੰਸੀਪਲ ਪਤਾ ਹੋਣ ਨਾਲ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਮੈਂ ਇਸ ਬੱਚੇ ਦੀ ਹੈਲਪ ਕਿਸ ਤਰ੍ਹਾਂ ਕਰ ਸਕਦੀ अच्छा, ਹਾਂ। बहुत सही, बिल्कुल मैम, बहुत ज़्यादा क्लियर हो गया। थैंक यू सो। ਥੈਂਕ ਯੂ। और किसी का जी, जी सारे कह रहे थे बहुत प्रश्न है, बहुत कंफ्यूजन है, कुछ क्लियर करना है तो कोई बोल ही नहीं रहा। हाँ हेलो जी, मैम, आप इसमें। हाँ जी। हाँ जी। मैं निधि हूँ हाँ जी। और मैं पूछना चाहती हूँ, जैसे सब स्पिरिचुअल कहते हैं कि लहसुन प्याज वगैरह कुछ नहीं खानी, तो इसका क्या लॉजिक है?
देखो ये अगर आप देखो आयुर्वेद के हिसाब से, हम्म। तो ये हीट प्रोड्यूस करते हैं बॉडी में। गार्लिक हीट प्रोड्यूस करता है। तो अगर किसी के अंदर ऑलरेडी हीट है, उसकी प्रकृति है, जैसे वात पित्त कफ होता है, तीन प्रकृति बताई जाती है ना। अच्छा। ऑलरेडी की किसी की प्रकृति ही वो पित्त है। पित्त मतलब बहुत हीट है उसके अंदर, गुस्सा हम्म। है बहुत, हर चीज को लेके, मतलब एक 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 जुनून, एक गर्मी जिसे कहते हैं ना। और अगर आप ऐसे व्यक्ति को देखोगे ना, तो उसकी बॉडी भी बहुत गर्म रहती है। तो ऐसा व्यक्ति अगर गार्लिक खाता है, तो वो चीज और एग्रीवेट हो जाती है, बढ़ जाती है। आप चाहते हो वो शांत रहे। मान लो घर में कोई बच्चा बहुत ही ज्यादा गुस्सा करता है, बिना बात पे गुस्सा करता है, इसका मतलब उसकी पित्त प्रकृति है, हीट है उसके अंदर हम्म। बहुत। तो हमें उसके साथ ऐसा ऐसा उसके साथ करना है कि वो उसका शांति हो उसको। लेकिन हमें समझ नहीं होती, और हम लोगों ने कह दिया गार्लिक खाना बहुत अच्छा, हम डाल डाल के गार्लिक खिला रहे हैं, तो वो उस चीज को और एग्रीवेट में और बढ़ा ज्यादा। रहा है। तो ऐसे ही हमारे अंदर जो भी नेगेटिव फीलिंग्स होती हैं, नेगेटिव हमारे जो पांच जो विकार हैं, उससे वो बढ़ जाते हैं, क्योंकि उनको हीट चाहिए। हम्म। गुस्सा है, आप देखो गुस्से में टेम्परेचर कैसे बढ़ जाते हैं, बहुत ज्यादा। है ना। तो ऐसा व्यक्ति अगर उसको समझ नहीं है ये सब चीजें की, जैसे आजकल हम मार्केट जाते हैं, बाजार रेस्टोरेंट में खाते हैं, कोई भी ऐसी चीज नहीं है जिसमें गार्लिक ना हो। इसीलिए आज सोसाइटी की ये हालत हो गई है, क्योंकि हम स्वाद के लिए खा रहे हैं। हमें ना तो अपने शरीर की प्रकृति पता है कि मेरे लिए क्या चीज अच्छी है, ना हम किसी दूसरे की प्रकृति को समझते हैं। मान लो घर के चार लोग हैं, हमने एक चीज बनाई, हम बच्चों को भी जबरदस्ती कहेंगे आपको यही खाना चाहिए, यही खाना पड़ेगा क्योंकि मैंने ये बनाया। हमें ये पता ही नहीं चलता कि उसकी प्रकृति के हिसाब से उसे ठंडी चीज चाहिए, इसलिए वो गर्म चीज को, क्योंकि बॉडी का एक लैंग्वेज है। हमारी बॉडी बहुत इंटेलिजेंट है, वो रिजेक्ट करती है, लेकिन हम जबरदस्ती खिलाते हैं। अब किसी को ठंडा नहीं सूट करता है, किसी को गर्म नहीं सूट करता है, लेकिन हम जबरदस्ती उनके ऊपर वो थोपते हैं ये चीजें। और साइंटिफिकली भी अगर आप, इनमें फ्री रेडिकल्स होते हैं, ये तो ये हमारी बॉडी के साथ मिलके हमारी बॉडी की एनर्जी को ड्रेन करते हैं, अंदर ही अंदर। जो हेल्दी सेल्स हैं उनको वो ये नष्ट करते हैं। प्याज और लहसुन बोथ एंटी दोनों। एंटीऑक्सीडेंट्स के साथ मिलके ये वो उनको नष्ट करते हैं। तो उससे क्या होता है, एजिंग जो है वो एग्रीवेट, मतलब एजिंग प्रोसेस जो है वो फास्ट हो जाता है। एजिंग प्रोसेस फास्ट हो जाता है। अगर आयुर्वेदा के हिसाब से कहें कि लोग कहते हैं जी जोड़ों में दर्द होती है तो लहसुन खाना चाहिए, लेकिन अगर आप का एजिंग प्रोसेस जो है वो फास्ट हो रहा है, आपके अंदर हीट प्रोड्यूस हो रही है, गर्मी आपके अंदर ज्यादा आ रही है, आपका अपने ऊपर कंट्रोल नहीं है, तो आपका खुद ही सोचो कि आपका नुकसान हो रहा है कि फायदा हो रहा है। बहुत ज्यादा नुकसान हो जाएगा तो। और फिर इससे क्या होता है कि ये असुरी शक्तियों ने बनाया है। जैसे जितनी भी खाने की चीजें हैं ना, वो किसी ना किसी देवी देवता ने बनाई है, इसीलिए उसमें बनाने वाले के गुण हैं। ये जो नेचुरोपैथी है ये क्या है, कि खाने को चेंज करके आप अपने आप को ठीक कर सकते हो, है ना। क्योंकि उन चीजों में प्रकृति ने वो गुण दिए हैं। लेकिन ये जो लहसुन और प्याज है, ये असुरी शक्तियों ने बनाया है, तो उसमें उनके गुण हैं। तो ये एक स्पाई की तरह काम करते हैं, कि जो भी लोग अध्यात्म के मार्ग पर चलते हैं, अंदर ही अंदर उनकी जो एनर्जी है उसको ड्रेन करते रहते हैं। इसीलिए हमें नहीं खाना चाहिए, लहसुन तो बिल्कुल ही नहीं खाना चाहिए। प्याज जो है वो मना नहीं है, वो आप खा सकते हो, लेकिन एक खुद एक्सपेरिमेंट करके देखो कि अगर आप थोड़े दिन 40 दिन छोड़ देते हो और साधना करते हो, तो आपको कैसा लगता है, और खा के करते हो तो कैसा लगता है, आपकी बॉडी आपको बताए। क्योंकि या हमें खुद पे एक्सपेरिमेंट करना है। और बहुत लोग कहते हैं खाना चाहिए तो बीमारियां ठीक हो जाती हैं, बहुत सारी बीमारियां छोड़ने से ठीक हो जाती हैं, जिनके लिए आप दवाइयां खा रहे हो, क्योंकि हमें पता ही नहीं चल रहा कि कौन सी चीज क्या अंदर कर रही है। तो इसीलिए अध्यात्म के मार्ग पर जो चलते हैं, उनको लहसुन तो बिल्कुल ही मना है। आप देखो कि हम नवरात्रे अभी आएंगे, तो हम यूज करते हैं क्या प्याज लहसुन? तो इसका मतलब जो चीज हम देवी देवताओं को भोग नहीं लगा सकते, तो अपने अंदर के, हम भी तो ईश्वर ही हैं,
हम ब्रह्मास्मि कहा गया है, तो फिर हम कैसे खा सकते हैं? जो उनके लिए वर्जित है वो हमारे लिए ठीक कैसे है? अच्छा। और जो एग है, ये तो आप खुद गूगल पे रिसर्च करके देखो कि इतनी रिसर्च हुई है जिसमें उन्होंने एग को उस टेम्परेचर में रखकर एक लैब में, तो वो एग जो है वो उसमें अंडा कितने दिन बाद वो पूरा रिसर्च है कि उसकी हार्ट बीट शुरू हो जाती है, अंदर उसका बनना शुरू हो जाता है और वो उतने दिन बाद वो बन जाता है। तो लेकिन ये सब आजकल तो चीज कहते हैं ना कि इंजेक्शन से बनते हैं, कहते तो कूते छोड़ दो आप, ये हमारा आज का टॉपिक नहीं है। पहली बात तो ये है, कोई एक्सक्यूजेस नहीं है, नो मतलब नो। अब आप इंजेक्शन से बनते हैं, ये तो केमिकल से बन रहा है, तो बॉडी में तो केमिकल ही ले रहे हो ना, वो तो भी गलत है। एक्स्ट्रा केमिकल हर तरह से हमारी बॉडी में केमिकल्स ही जा रहे हैं, इसीलिए तो इतनी बीमारी है। क्यों लोग ऑर्गेनिक की तरफ भाग रहे हैं? ये आज का टॉपिक नहीं था, बट ठीक है, ओके। थैंक यू जी, थैंक यू। हाँ जी गगन, मैं हैंड रेज की तरफ से अनम्यूट करूँ। ਸਤਿ ਸ਼੍ਰੀ ਅਕਾਲ ਜੀ सत श्री ਸਾਰਿਆਂ ਮੈਮ ਜੀ ਮੇਰਾ ਪ੍ਰਸ਼ਨ ਸੀ ਕਿ ਜਿਵੇਂ ਮੰਨ ਲਓ ਕਿਸੇ ਨੂੰ ਦੱਸਦੇ ਆ, ਮੈਂ ਕਦੀ ਨਹੀਂ ਕਿਹਾ ਵੀ ਪ੍ਰਮਾਤਮਾ ਨੂੰ ਪਾਓਗੇ ਧਿਆਨ ਕਰ, ਮੈਂ ਹਮੇਸ਼ਾ ਕਹਿੰਦੀ ਕਿ ਆਪਣੀ ਸਿਹਤ ਠੀਕ ਹੋ ਜਾਊਗੀ ਜਿਵੇਂ ਮੇਰੀ ਹੋਈ। ਪਰ ਲੋਕ ਮਤਲਬ ਇਹ ਆ ਵੀ ਸਿਹਤ ਨੂੰ ਨਹੀਂ ਵੇਖਦੇ, ਉਹ ਪਹਿਲਾਂ ਕਹਿ ਦਿੰਦੇ ਅਸੀਂ ਸਿਮਰਨ ਵੀ ਬਹੁਤ ਕਰਦੇ ਆ, ਅਸੀਂ ਪਾਠ ਵੀ ਬਹੁਤ ਕਰਦੇ ਆ, ਤੇ ਮਤਲਬ ਜਦੋਂ ਮੈਂ ਪੁੱਛਦੀ ਆ ਕਿ ਫਿਰ ਮਤਲਬ ਸਰੀਰ ਠੀਕ ਹੋ ਗਿਆ, ਮੈਂ ਤਾਂ ਸਿਰਫ ਬੋਡੀ ਠੀਕ ਲਈ ਕਹਿ ਰਹੀ ਆ ਕਿ ਜਿਹੜਾ ਮਤਲਬ ਆਪਣਾ ਸਰੀਰਕ ਬਿਮਾਰੀਆਂ ਉਹ ਠੀਕ ਹੁੰਦੀਆਂ, ਪਰ ਪਤਾ ਨਹੀਂ ਉਹਨਾਂ ਨੂੰ ਕਿਉਂ ਲੱਗਦਾ ਕਿ ਨਹੀਂ, ਉਹ ਫੇਰ ਬਾਰ-ਬਾਰ ਉਸੇ ਗੱਲ ਤੇ ਆਉਂਦੇ ਕਿ ਨਹੀਂ ਅਸੀਂ ਵਾਹਿਗੁਰੂ 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 ਮੰਤਰ ਜਾਪ ਬਹੁਤ ਕਰਦੇ ਹਾਂ, ਪਾਠ ਅਸੀਂ 2-3 ਟਾਈਮ ਕਰਦੇ ਹਾਂ, ਤੇ ਫਿਰ ਮਤਲਬ ਇਹ ਆ ਵੀ ਉਹਨਾਂ ਨੂੰ ਕੀ ਮਤਲਬ ਜਵਾਬ ਕੀ ਦੇਣਾ ਚਾਹੀਦਾ? देखो, अगर ते पाठ ਕਰਨ ਨਾਲ ਸਿਮਰਨ ਕਰਨ ਨਾਲ ਉਹਨਾਂ ਦੀ ਜ਼ਿੰਦਗੀ ਬਦਲ ਗਈ ਹੈ, ਖੁਸ਼ ਰਹਿ ਰਹੇ ਨੇ, ਉਹਨਾਂ ਨੂੰ ਕਿਸੇ ਚੀਜ਼ ਦੀ ਜ਼ਿੰਦਗੀ 'ਚ ਲੋੜ ਹੀ ਨਹੀਂ ਹੈ, ਤੇ ਠੀਕ ਹੈ, ਉਹ ਕਰਦੇ ਰਹਿਣ। ਲੇਕਿਨ ਜੇ ਉਹ ਬਦਲੀ ਨਹੀਂ ਜ਼ਿੰਦਗੀ, ਦੁਖੀ ਨੇ, ਪਰੇਸ਼ਾਨ ਨੇ, ਘਰ ਦੀਆਂ ਸਮੱਸਿਆ ਤੋਂ ਪਰੇਸ਼ਾਨ ਨੇ, ਆਪਣੇ ਆਪ ਤੋਂ ਪਰੇਸ਼ਾਨ ਨੇ, ਜਾਂ ਕੋਈ ਨਹੀਂ ਵੀ ਪਰੇਸ਼ਾਨ ਤਾਂ ਵੀ ਉਹਨੂੰ ਕੁਝ ਨਾ ਕੁਝ ਹੋ ਜਾਏ ਕਿ ਮੈਨੂੰ ਕੁਝ ਹੋਰ ਚਾਹੀਦਾ। ਜ਼ਰੂਰੀ ਨਹੀਂ ਹੈ ਕਿ ਹਰ ਕੋਈ ਬਿਮਾਰੀ ਕਰਕੇ ਧਿਆਨ ਦਿੰਦਾ, ਕਿਸੇ ਕੋਲ ਸਭ ਕੁਝ ਹੁੰਦਾ ਹੈ, ਲੇਕਿਨ ਉਹਦੇ ਅੰਦਰ ਦੀ ਤੜਪ ਹੁੰਦੀ ਕਿ ਕੁਝ ਤੇ ਹੋ ਰਿਹਾ ਜੋ ਮੈਨੂੰ ਨਹੀਂ ਸਮਝ, ਤੇ ਉਹਨੂੰ ਢੂੰਡਦਾ। ਤੇ ਜਿਸ ਵੇਲੇ ਇਹ ਵੀ ਸਟੇजेस ਨੇ ਕਿ ਇੱਕ ਸਟੇਜ ਤੇ ਅਸੀਂ ਪੂਜਾ ਕਰਨੇ ਆ, ਸਿਮਰਨ ਕਰਨੇ ਆ, ਪਾਠ ਕਰਨੇ ਆ, ਪੜਦੇ ਪੜਦੇ, ਤਾਂ ਹੀ ਕਹਿੰਦੇ ਨੇ ਸੁਣਦੇ ਪੜਦੇ ਪੜਦੇ ਸਾਨੂੰ ਉਹਦਾ ਅਸਰ ਹੁੰਦਾ ਹੈ। ਲੇਕਿਨ ਅਸੀਂ ਕੀ ਕੀਤਾ ਕਿ ਅਸੀਂ ਆਪ ਤੇ ਗੁਰੂ ਗ੍ਰੰਥ ਸਾਹਿਬ ਨੂੰ ਪੜਿਆ ਨਹੀਂ, है ना, कि गुरुआ ने की किया, ਅਸੀਂ ਪਾਠ ਰਟਨੇ ਸ਼ੁਰੂ ਕਰ ਦਿੱਤੇ। ਲੇਕਿਨ ਜਿਹੜਾ ਗੁਰੂ ਗ੍ਰੰਥ ਸਾਹਿਬ ਚ ਪਾਠ ਲਿਖਿਆ ਗਿਆ, ਜੋ ਵੀ ਗੁਰਬਾਣੀ ਹੈ, ਉਹ ਕੀ ਕਹਿੰਦੀ ਹੈ ਕਿ ਜੀਵਨ ਚ ਉਹਨਾਂ ਚੀਜ਼ਾਂ ਨੂੰ ਉਤਾਰੋ, ਹਨਾ। ਜੀ ਤੇ ਹੁਣ ਬਾਣੀ ਤੇ ਸਾਨੂੰ ਇੱਕ ਇੱਕ ਚੀਜ਼ ਦੱਸਦੀ ਹੈ ਕਿ ਗੁੱਸਾ ਨਹੀਂ ਕਰਨਾ, ਕਿਸੇ ਦਾ ਬੁਰਾ ਨਹੀਂ ਕਰਨਾ, ਕਿਸੇ ਦੀ ਨਿੰਦਾ ਨਹੀਂ ਕਰਨੀ, ਕਿ ਅਸੀਂ ਉਸ ਹਿਸਾਬ ਨਾਲ ਜੀਵਨ ਜੀ ਰਹੇ ਹਾਂ। ਤੇ ਫਿਰ ਉਹ ਤਾਂ ਹੀ ਗੁਰੂ ਅਰਜਨ ਦੇਵ ਜੀ ਨੂੰ ਕਹਿਣਾ ਪਿਆ ਕਿ ਕਿੰਨੇ ਵੀ ਪਾਠ ਕਰ ਲੈ, ਕੋਈ ਫਾਇਦਾ ਨਹੀਂ ਹੈ, ਰੱਟੀ ਜਾ, ਕੋਈ ਫਾਇਦਾ ਨਹੀਂ ਹੈ। ਕਿਉਂਕਿ ਅਗਰ ਤੁਸੀਂ ਇਹ ਚੀਜ਼ ਦੇਖੋ ਕਿ ਅਗਰ ਅਸੀਂ ਥੋੜਾ ਵੀ ਵਿਚਾਰ ਕਰੀਏ, ਥੋੜਾ ਵੀ ਇੱਕ ਇੱਕ ਅਗਰ ਅਸੀਂ ਇੱਕ ਪੰਕਤੀ ਦਾ ਹੀ ਵਿਚਾਰ ਕਰੀਏ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਇਹ ਨਹੀਂ ਕਿਹਾ ਗਿਆ ਕਿ ਤੂੰ ਪੜ੍ਹੀ ਜਾ, ਬਸ ਪੜ੍ਹੀ ਜਾ। ਮੇਰੇ ਖਿਆਲ ਨਾਲ ਇਹਨੂੰ ਐਕਸਪਲੇਨ ਕਰਨ ਦੀ ਵੀ ਜ਼ਰੂਰਤ ਨਹੀਂ ਹੈ, ਤੁਹਾਨੂੰ ਸਾਰਿਆਂ ਨੂੰ ਸਮਝ ਆਏਗੀ ਹੋਏਗੀ ਕਿ ਬਾਣੀ ਗੁਰੂ ਹੈ, ਗੁਰੂ ਬਾਣੀ ਹੈ, ਮਤਲਬ ਜੋ ਵੀ ਉਹਨਾਂ ਨੇ ਉਚਾਰਨ ਕੀਤਾ ਹੈ ਉਹ ਗੁਰੂ ਹੈ। ਬਾਣੀ ਸਾਡਾ ਗੁਰੂ ਹੈ, ਤਾਂ ਹੀ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ ਨਾ, ਔਰ ਉਹਦੇ ਚ ਸਾਰੇ ਅੰਮ੍ਰਿਤ ਨੇ। ਲੇਕਿਨ ਉਹਦੀ ਸ਼ਰਤ ਕੀ ਹੈ? ਗੁਰਬਾਣੀ ਕਹੇ, ਜੋ ਕਹਿ ਰਹੀ ਹੈ ਗੁਰਬਾਣੀ, ਸੇਵਕ ਜੋ ਹੈ ਜਾਣੇ ਪਰਮਾਤਮਾ ਦਾ, ਉਹਨੂੰ ਮੰਨੇ ਕਿ ਕੀ ਕਹਿ ਰਹੀ ਹੈ, ਤੇ ਫਿਰ ਗੁਰੂ ਪ੍ਰਤੱਖ ਹੋ ਕੇ ਉਹਦਾ ਨਿਸਤਾਰਾ ਕਰੇਗਾ। ਤੇ ਅਸੀਂ ਤਾਂ ਪੜ੍ਹੀ ਜਾ ਰਹੇ ਹਾਂ, ਸਾਨੂੰ ਲੱਗਦਾ ਮੰਨਣ ਦੀ ਲੋੜ ਕਿ ਅਸੀਂ ਨਿੰਦਾ ਵੀ ਕਰ ਰਹੇ ਹਾਂ, ਚੁਗਲੀ ਵੀ ਕਰ ਰਹੇ ਹਾਂ, ਸਭ ਕੁਝ ਕਰ ਰਹੇ ਹਾਂ, ਤੇ ਲੇਕਿਨ ਜੀਵਨ ਤੇ ਬਦਲ ਨਹੀਂ ਰਿਹਾ। ਤੇ ਰੱਟਣ ਵਾਸਤੇ ਕਿਧਰੇ ਵੀ ਨਹੀਂ ਕਿਹਾ ਗਿਆ ਕਿ ਤੁਸੀਂ 10-10 ਪਾਠ ਕਰੋ। ਹੁਣ ਬਾਬਾ ਬਹਾਦਰ ਸਿੰਘ ਜੀ ਨੇ, ਉਹਨਾਂ ਨੇ 9 ਸਾਲਾਂ ਵਿੱਚ ਇੱਕ ਸਹਿਜ ਪਾਠ ਦਾ ਭੋਗ ਪਾਇਆ। ਉਹ ਇੱਕ ਪੰਕਤੀ ਪੜ੍ਹਦੇ ਸੀ ਤਾਂ ਉਹਨਾਂ ਦੀ ਸਮਾਧੀ ਲੱਗ ਜਾਂਦੀ ਸੀ, ਉਸ ਤੋਂ ਅੱਗੇ ਉਹ ਪੜ੍ਹ ਹੀ ਨਹੀਂ ਸੀ ਪਾਉਂਦੇ। ਤੇ 9 ਸਾਲਾਂ ਵਿੱਚ ਉਹਨਾਂ ਨੇ ਉਸ ਸਹਿਜ ਪਾਠ ਦੀ ਭੋਗ ਪਾਇਆ, ਔਰ ਐਸਾ ਉਹਨਾਂ ਨੂੰ ਅੰਦਰੋਂ
ਚਾਨਣ ਪ੍ਰਕਾਸ਼ ਹੋ ਗਿਆ ਕਿ ਉਹਨਾਂ ਦੇ ਅੰਦਰੋਂ ਗੁਰਬਾਣੀ ਉਚਰਨ ਲੱਗ ਆਪਣੇ ਆਪ ਆਉਣ ਲੱਗ ਗਈ। ਕੀ ਬੋਲ ਰਹੇ ਹੋ? किसने कुछ किया? गुरु नानक देव जी ने भी किया, पढ़ पढ़ गड्डी लती है, पढ़ पढ़ पढ़िए साथ पढ़ने नाल की है, पढ़ी जाओ रट्टे मारी जाओ। किन्ने जेड़े आंदे सी गुरु नानक देव जी कोल या होर गुरुआं कोल जेड़े आंदे सी उन्हां ने गड्डे लत्ते होए सी पढ़ाइयां दे किताबां दे ते ओ आके बहस करदे सी कि तुसी क्यों पूजा पाठ सब बंद कराता, लोकी मंदिर जाने उसले तो गुरुद्वारे हुंदे नहीं सी, लोकां ने मंदिरां च आना बंद करता। ते जिस वेले उन्हां ने उन्हां नूं उपदेश दिता, उन्हां नूं समझ आई तो ओ गड्डे जेड़े किताबां दे पोथियां दे भरे सी जाके नदी विच वाह ਤੇ ਜੇ ਪੜਨ ਨਾਲ ਹੀ ਮੁਕਤੀ ਹੁੰਦੀ, ਪੜਨ ਨਾਲ ਹੀ ਕਲਿਆਣ ਹੁੰਦਾ ਤੇ ਉਹਨਾਂ ਨੂੰ ਉਪਦੇਸ਼ ਦੀ ਕੀ ਲੋੜ ਸੀ? ਉਹ ਤੇ ਪੜ੍ਹ ਹੀ ਰਹੇ ਸੀ ਨਾ। ਬੜੇ ਬੜੇ ਪੰਡਿਤ, ਬੜੇ ਬੜੇ ਗਿਆਨੀ ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਗਿਆਨ ਚਰਚਾ ਕੀਤੀ ਤੇ ਅਖੀਰ ਫਿਰ ਉਹਨਾਂ ਨੇ ਕਿਹਾ ਕਿ ਨਹੀਂ, ਇੱਕ ਗੱਲ ਜਿਹੜੀ ਅਗਰ ਸਮਝ ਆ ਗਈ, ਨਾਨਕ ਲੇਖੇ ਇੱਕ ਗੱਲ, ਉਹ ਇੱਕ ਸਮਝ ਆ ਗਈ ਨਾ ਕਿ ਸਭ ਦੇ ਅੰਦਰ ਉਹੀ ਜੋਤ ਹੈ ਤੇ ਬਸ ਹੋਰ ਕੁਝ ਸਮਝਣ ਦੀ ਲੋੜ ਹੀ ਨਹੀਂ। ਅਸੀਂ ਕਹਿੰਦੇ ਅਸੀਂ ਸਿਮਰਨ ਕਰਨੇ ਆ, ਲੇਕਿਨ ਗੁਰਬਾਣੀ ਵਿੱਚ ਹਰ ਚੀਜ਼ ਦਾ ਵਿਧੀ ਵਿਧਾਨ ਦਿੱਤਾ ਗਿਆ। ਸਿਮਰਨ ਦਾ ਮਤਲਬ ਇਹ ਨਹੀਂ ਕਿ ਅਸੀਂ ਮਾਲਾ ਲੈ ਕੇ ਅਸੀਂ ਨਾਲ ਅਸੀਂ ਘਰ ਦੇ ਕੰਮ ਵੀ ਕਰਦੇ ਰਹੀਏ, ਗੱਲਾਂ ਵੀ ਕਰਦੇ ਰਹੀਏ, ਫੋਨ ਵੀ ਸੁਣਦੇ ਰਹੀਏ। ਤੁਸੀਂ ਦੇਖੋ ਜਿਹੜੇ ਲੋਕ ਪਾਠ ਕਰਦੇ ਨੇ ਆਪਣੇ ਘਰਾਂ ਵਿੱਚ, ਗੁਟਕਾ ਹੱਥ ਵਿੱਚ, ਇਧਰ ਸਬਜ਼ੀ ਲਾ ਦੇਈ, ਇਧਰ ਉਹਨੂੰ ਫੋਨ ਕਰ ਦੇਈ, 10 ਕੰਮ ਅਸੀਂ ਨਾਲ ਕਰਨੇ ਆ ਤੇ ਕੀ ਉਹ ਪਾਠ ਕਰ ਰਹੇ ਸੀ? तो बाणी विच जो एक एक चीज का विधि विधान दिता गया, अगर असी उस विधि नाल कर रहे हैं ते एक पंक्ति भी पढ़ ली ना ते साडा पार उतारा हो जाएगा। पर उस तरह असी पढ़ ही नहीं पाते, असी रट्टे मार रहे हैं ते रट्टे मारने नाल कुछ नहीं होंदा। सिमरन भी क्या, बाणी सिमरन करो। सिमरन का मतलब है नहीं कि असी माला लेके बह जाइए। सिमरन का मतलब है, वो भी बाणी च गुरु साहब ने दसिया कि जिस तरह एक मां है, वो किधरे भी रहे, ਉਹਦਾ ਧਿਆਨ ਬੱਚੇ ਚ ਹੁੰਦਾ ਹੈ कि मेरे बच्चे ਨੂੰ ਭੁੱਖ ਲੱਗੀ ਹੈ, मेरा बच्चा डिग ना जाए, मेरे बच्चे ਨੂੰ कोई तकलीफ ना आए। बच्चा कितना भी ਵੱਡਾ हो जाए, किन्नी दूर चला जाए, विदेश चला जाए, लेकिन कुछ भी बच्चे ਨੂੰ कोई परेशानी आंदी ना, तो मां ਨੂੰ ਜਿੱਥੇ ਬੈਠੀ ਹੁੰਦੀ पता लग जाता कि मेरे बच्चे ਨੂੰ कोई तकलीफ हो रही है या मेरे बच्चा ठीक नहीं है। और बाद चों फिर बच्चे भी पूछते ਤੁਹਾਨੂੰ किस तरह पता चलिया? क्योंकि वो मां दी तार जुड़ी हुई है। बाणी च ਜਿਹੜਾ ਸਿਮਰਨ ਕਿਹਾ, ਤੂੰ ਪਰਮਾਤਮਾ ਨਾਲ ਤਾਰ ਜੋੜ ਆਪਣੀ। ਤਾਰਾਂ ਤੇ ਟੁੱਟੀਆਂ ਹੋਈਆਂ ਨੇ ਤੇ ਅਸੀਂ ਤੇ ਮਾਲਾ ਲੈ ਕੇ ਪਹਾੜੀ ਜਾ ਰਹੇ ਹਾਂ। ਹੁਣ ਇਹ ਲੋਕ ਦੇਖੋ, ਜਿਹੜੇ ਅਸੀਂ ਆਪ ਹੀ ਦੇਖੀਏ, ਅਸੀਂ ਵੀ ਅੱਜ ਤੋਂ ਪਹਿਲੇ ਮੈਂ ਕੀ ਕਰ ਰਹੀ ਸੀ, ਮੈਂ ਵੀ ਇਹੀ ਕਰ ਰਹੀ ਸੀ ਕਿ ਹਰਮੰਦਰ ਸਾਹਿਬ ਤੋਂ ਕੀਰਤਨ ਲੱਗਾ ਹੋਇਆ ਤੇ ਨਾਲ ਅਸੀਂ ਸਾਰੇ ਕੰਮ ਵੀ ਕਰ ਰਹੇ ਹਾਂ, ਕੱਪੜੇ ਵੀ ਧੋ ਰਹੇ ਹਾਂ, ਰੋਟੀ ਵੀ ਬਣਾ ਰਹੇ ਹਾਂ, ਸਬਜ਼ੀ। ਔਰ ਕੋਈ ਪੁੱਛੇ ਤੇ ਅਸੀਂ ਕਹਾਂਗੇ ਅਸੀਂ ਤਾਂ ਬਹੁਤ ਬਾਣੀ ਸੁਣਨੇ ਹਾਂ। क्या प्रभ की उस्तत करो संत मीत, सावधान एकाग्रचित। वो तो एकाग्रचित और सावधान तो है ही नहीं, असि तो सारे काम करते हुए कर रहे हैं। एक चित जय एक छिन ध्यायो, काल फास के बीच ना आयो। एक ज्यादा तो क्या ही नहीं उन्होंने करो रटो, लेकिन करदे असी तां कि करदे करदे साडे ਉਹ ਅਵਸਥਾ ਬਣ ਜਾਏ। ਉਹ ਅਵਸਥਾ ਤੇ ਆਂਦੀ ਨਹੀਂ ਔਰ ਅਸੀਂ ਕਰਦੇ ਹੀ ਰਹਿ ਜਾਂਦੇ ਔਰ ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ, ਕਿਸੇ ਨੂੰ ਧੋਖਾ ਨਹੀਂ ਦੇ ਰਹੇ। ਕੋਈ ਸਾਨੂੰ ਕਹਿੰਦੇ ਨਾ ਧਿਆਨ ਕਰੋ, ਅਸੀਂ ਕਹਿੰਦੇ ਆ ਤੇ ਗੁਰਬਾਣੀ ਚ ਲਿਖਿਆ ਨੇ, ਇਸ ਤੇ ਸਿਮਰਨ ਕਰ ਰਹੇ ਹਾਂ, ਇਸ ਤੇ ਪਾਠ ਕਰ ਰਹੇ ਹਾਂ, ਪਰ ਅਸੀਂ ਉਹ ਵੀ ਨਹੀਂ ਰਹੇ। ਕੀ ਅਸੀਂ ਉਸ ਤਰ੍ਹਾਂ ਕਰ ਰਹੇ ਹਾਂ ਜਿਸ ਤਰ੍ਹਾਂ ਗੁਰੂਆਂ ਨੇ ਕਿਹਾ ਸਾਨੂੰ ਕਰਨ ਲਈ? ਉਸ ਤਰ੍ਹਾਂ ਵੀ ਨਹੀਂ ਕਰ ਰਹੇ, ਲੇਕਿਨ ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ, ਤਸੱਲੀ ਦੇ ਰਹੇ ਹਾਂ ਕਿ ਮੈਂ ਤੇ ਅਸੀਂ ਬਹੁਤ ਪਾਠ ਕਰ ਰਹੇ ਹਾਂ। ਇੱਕ ਅਗਰ ਅੱਖਰ ਵੀ ਸਾਡੇ ਅੰਦਰ ਵਸ ਜਾਏ ਨਾ ਤੇ ਸਾਡਾ ਪਾਰ ਉਤਾਰਾ ਹੋ ਜਾਏ, ਲੇਕਿਨ ਉਹ ਨਹੀਂ ਵਸਦਾ ਤੇ ਬਹਿਸ ਕਰਨੀ ਔਰ ਜਵਾਬ ਹਰ ਗੱਲ ਦਾ ਸਾਨੂੰ। ਅੱਜ ਤੁਸੀਂ ਕਿਸੇ ਨਾਲ ਵੀ ਗੱਲ ਕਰਕੇ ਦੇਖ ਲਓ, ਜੋ ਬੰਦਾ ਗੁਰਦੁਆਰੇ ਜਾਂਦਾ ਨਾ, ਕਿਸੇ ਨਾਲ ਵੀ ਗੱਲ ਕਰਕੇ ਦੇਖ ਲਓ, ਤੁਸੀਂ ਕੋਈ ਵੀ ਗੱਲ ਕਰੋਗੇ ਤੁਹਾਨੂੰ ਗੁਰਬਾਣੀ ਦੀਆਂ ਪੰਕਤੀਆਂ ਸੁਣਾ ਦੇਗਾ, ਜੀ ਇਹ ਬਾਣੀ ਚ ਲਿਖਿਆ ਹੈ। ਤਾਂ ਇੱਕ ਬਹੁਤ ਕਾਮਨ ਹੈ, ਅਸੀਂ ਸੁਣਨੇ ਆ ਘਰਾਂ ਵਿੱਚ। ਉਹ ਤੇ ਗੁਰੂ ਨਾਨਕ ਸਾਹਿਬ ਲਿਖ ਕੇ ਚਲੇ ਗਏ, ਨਾਨਕ ਦੁਖੀਆ ਸਭ ਸੰਸਾਰ, फटाक से ਅਸੀਂ बोल देने ਆ। ਉਹ ਤੇ ਗੁਰੂ ਨਾਨਕ ਸਾਹਿਬ ਨੇ ਲਿਖਤਾ ਨਾਨਕ ਦੁਖੀਆ ਸਭ ਸੰਸਾਰ, ਲੇਕਿਨ ਅੱਗੇ ਕੀ ਲਿਖਿਆ? ਸੋ ਸੁਖੀਆ ਜਿਸ ਨਾਮ ਆਧਾਰ। ਹੱਲ ਵੀ ਤੇ ਦੱਸਿਆ ਉਹਨਾਂ ਨੇ, ਹੱਲ ਵੱਲ ਜਾਂਦੇ ਨਹੀਂ ਅਸੀਂ। ਔਰ ਜਿਹਦੇ ਨਾਲ ਗੱਲ ਕਰੋ ਉਹ ਫਟਾਫਟ ਗੁਰਬਾਣੀ ਦੀ ਪੰਕਤੀ ਤੁਹਾਨੂੰ ਪੜ੍ਹ ਕੇ ਦੱਸ ਦੇਗਾ। ਬਾਣੀ ਗੁਰੂ ਗੁਰੂ ਹੈ, ਬਾਣੀ ਅਸੀਂ ਤੇ ਗੁਰੂ ਘਰ ਨਹੀਂ ਮੱਥਾ ਟੇਕਨੇ ਆ, ਇੱਥੇ ਹੀ ਤੁਹਾਨੂੰ ਕਹਿ ਦੇਣਗੇ ਅਸੀਂ ਅਸੀਂ ਤੇ ਗੁਰੂ ਘਰ 'ਚ ਹੀ ਮੱਥਾ ਟੇਕਨੇ ਆ। ਅੱਗੇ ਕੀ ਲਿਖਿਆ? ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਉਹ ਅਸੀਂ ਪੜ੍ਹਨਾ ਨਹੀਂ, ਕਿਉਂਕਿ ਉਹ ਤੇ ਸਾਡੇ ਤੇ ਲੱਗ ਜਾਂਦੀ ਨਾ ਗੱਲ। ਫਿਰ
ਤੇ ਉਹ ਅਸੀਂ ਪੜ੍ਹਨਾ ਨਹੀਂ। ਇਸ ਲਈ ਅਗਰ ਕੋਈ ਇਸ ਤਰ੍ਹਾਂ ਦਾ ਤੁਹਾਨੂੰ ਬਹਿਸ ਕਰੇ ਤੇ ਉਹਦੇ ਨਾਲ ਬਹਿਸ ਕਰਨ ਦੀ ਜ਼ਰੂਰਤ ਨਹੀਂ ਹੈ। ਜੇ ਕੋਈ ਸਮਝਣ ਲਈ ਤਿਆਰ ਹੈ ਤੇ ਬਹੁਤ ਕੁਛ ਹੈ, ਤੇ ਜੇ ਕਿਸੇ ਨੇ ਬਹਿਸ ਹੀ ਕਰਨੀ ਕਿ ਮੈਂ ਤੇ ਕਰ ਰਿਹਾ ਤੇ ਠੀਕ ਹੈ, ਉਹ ਖੁਸ਼ ਰਹੇ, ਜੋ ਕਰ ਰਿਹਾ ਉਹਦੇ ਚ ਖੁਸ਼ ਰਹੇ। ਲੇਕਿਨ ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ। ਨਾ ਅਸੀਂ ਪਾਠ ਸਹੀ ਕਰ ਰਹੇ ਹਾਂ, ਨਾ ਅਸੀਂ ਸਿਮਰਨ ਸਹੀ ਕਰ ਰਹੇ ਹਾਂ, ਨਾ ਅਸੀਂ ਨਾਮ ਸਹੀ ਜਪ ਰਹੇ ਹਾਂ, ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ। और कुछ? थैंक यू, मैम। थैंक यू। मान्या जी ने हैंड रेज किया। हाँ जी, अनम्यूट करो मान्या मेहता जी। ਸਤਿ ਸ਼੍ਰੀ ਅਕਾਲ ਮੈਮ ਜੀ। सिखा जी। ਮੈਮ ਮੇਰਾ ਕੁਐਸਚਨ ਧਰਮ ਨੂੰ ਲੈ ਕੇ ਹੈ। किन्नू लेके? ਧਰਮ हाँ। मैम जे कोई हिंदू है और यदि ब्याह करते तो माउंटेन है, तो ये कौन सा धर्म निभाए? यदि माउंटेन में नाल ब्याह होया तो धर्म हिंदू ही कहलाएगा या माउंटेन ही कहलाएगा? ये ਤੁਹਾਡਾ खुद ਦਾ प्रश्न है। मैम क्वेश्चन तो है और आंसर भी है, बट कदे कदे जब आप उन्होंने समझाइए उन्हें समझ नहीं आती, वो कहते आप वही करना है जो आप पहले ही सी, तो फिर उन्होंने कैलकुलेशन कितना दी। ਅਸੀਂ ਕਿਸੇ ਨੂੰ ਸਮਝਾ ਨਹੀਂ ਸਕਦੇ। ਹਰ ਕੋਈ ਆਪਣੀ ਹਾਂਜੀ। ਇੱਛਾ ਨਾਲ, ਆਪਣੀ ਬੁੱਧੀ ਨਾਲ ਚੱਲੇਗਾ। ਅਸਲੀ ਧਰਮ ਜਿਹੜਾ ਨਾ ਉਹ ਮਾਨਵਤਾ ਦਾ ਧਰਮ ਹੈ। ਦਇਆ ਕਰਨਾ, ਕਰੁਣਾ ਕਰਨਾ, ਪ੍ਰੇਮ ਨਾਲ ਰਹਿਣਾ, ਉਹ ਤੇ ਅਸੀਂ ਛੱਡ ਦਿੱਤਾ ਤੇ ਉੱਤੇ ਵਾਲੇ ਧਰਮ ਅਸੀਂ ਪਕੜ ਕੇ ਬਹਿ ਲਏ। ਕਿਸੇ ਵੀ ਗੁਰੂ ਨੇ, ਕਿਸੇ ਵੀ ਸੰਤ ਨੇ ਕੋਈ ਆਪਣੇ ਲਈ ਧਰਮ ਨਹੀਂ ਬਣਾਇਆ। ਇਹ ਧਰਮ ਸਾਡੇ ਬਣਾਏ ਹੋਏ ਨੇ, ਅਸੀਂ ਬਣਾ ਲਏ ਨੇ। ਸਿਧਾਂਤ ਨਿਯਮ ਉਹ ਪਿੱਛੋਂ ਅਸੀਂ ਬਣਾਏ ਨੇ। ਅਗਰ ਇੰਨਾ ਹੀ ਧਰਮ ਦਾ ਹੁੰਦਾ ਤੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਸਾਈਂ ਮੀਆਂ ਮੀਰ ਕੋਲੋਂ ਕਿਉਂ ਹਰਿਮੰਦਰ ਸਾਹਿਬ ਦੀ ਨੀਂਹ ਰਖਾਈ? ਦਸਮ ਪਿਤਾ ਨੇ ਜਿਸ ਵੇਲੇ ਅਵਤਾਰ ਧਾਰਿਆ ਪਟਨਾ ਵਿੱਚ ਤੇ ਕਿੰਨੇ ਪਹਿਚਾਨ ਕੀਤੀ? ਕਿਹਨੂੰ ਪਤਾ ਚੱਲਿਆ? ਭੀਖਨ ਸ਼ਾਹ ਨੂੰ ਪਤਾ ਚੱਲਿਆ। ਉਹ ਤਾਂ ਮੁਸਲਮਾਨ ਫਕੀਰ ਸੀ ਨਾ। ਇਹ ਧਰਮ ਅਸੀਂ ਬਣਾਏ, ਕੱਟੜਤਾ ਅਸੀਂ ਬਣਾਈ, ਗੁਰੂਆਂ ਨੇ ਨਹੀਂ ਬਣਾਈ। ਇਹ ਬੇਕਾਰ ਦੀਆਂ ਗੱਲਾਂ ਨੇ। ਜੋ ਤੁਸੀਂ ਅਧਿਆਤਮ ਦੇ ਰਸਤੇ ਤੇ ਚੱਲੋਗੇ ਤੁਹਾਨੂੰ ਇਹਨਾਂ ਗੱਲਾਂ ਦੀ ਸਮਝ ਆਏਗੀ। ਇਹਨਾਂ 'ਚ ਕੁਝ ਨਹੀਂ ਪਿਆ ਹੈ। ਧਰਮ ਮਾਨਵਤਾ ਦਾ ਧਰਮ ਹੈ ਕਿ ਇੱਕ ਮਨੁੱਖ ਹੋਣ ਦੇ ਨਾਤੇ ਸਾਨੂੰ ਕਿਸ ਤਰ੍ਹਾਂ ਦਾ ਜੀਵਨ ਜੀਣਾ ਚਾਹੀਦਾ ਹੈ। ਅਸੀਂ ਚਾਹੇ ਸਿੱਖ ਹਾਂ, ਚਾਹੇ ਹਿੰਦੂ ਹਾਂ, ਚਾਹੇ ਮੁਸਲਮਾਨ, ਅਗਰ ਅਸੀਂ ਉਹ ਜੀਵਨ ਨਹੀਂ ਜੀ ਰਹੇ ਤੇ ਅਸੀਂ ਕਿਸੇ ਵੀ ਧਰਮ ਦੇ ਨਹੀਂ ਹਾਂ, ਸਹੀ ਪੁੱਛਿਆ ਜਾਏ ਤੇ। ਕਿਉਂਕਿ ਹਰ ਧਰਮ ਦਾ ਉਪਦੇਸ਼ ਇੱਕ ਹੀ ਹੈ, ਕਰੁਣਾ, ਦਇਆ, ਪ੍ਰੇਮ। ਹਰ ਧਰਮ ਦਾ ਉਪਦੇਸ਼ ਹੈ ਹੀ। ਕੋਈ ਧਰਮ ਦੀਵਾਰਾਂ ਬਣਾਉਣੀਆਂ ਨਹੀਂ ਸਿਖਾਉਂਦਾ, ਕੋਈ ਧਰਮ ਲੜਨਾ ਨਹੀਂ ਸਿਖਾਉਂਦਾ। ਹਰ ਧਰਮ ਧਿਆਨ ਕਰਨਾ ਸਿਖਾਉਂਦਾ ਹੈ। ਧਿਆਨ ਤੇ ਅਸੀਂ ਕਾਟਾ ਮਾਰ ਦਿੱਤਾ ਤੇ ਧਰਮਾਂ ਦੇ ਝੰਡੇ ਚੁੱਕ ਲਏ। थैंक यू मैम, थैंक यू सो मच। थैंक यू मान्या जी, थैंक यू। रजविंदर कौर जी ने हैंड रेज किया है। प्लीज अनम्यूट करो जी। ਹਾਂਜੀ ਮੈਡਮ ਸਤਿ ਸ਼੍ਰੀ ਅਕਾਲ ਜੀ। सत श्री अकाल। ਮੈਡਮ ਕੁਐਸਚਨ ਸੀ ਕਿ ਜਿਸ ਤਰ੍ਹਾਂ ਆਪਣੀ ਸੋਲ ਪਰਪਸ ਆ, ਸੋਲ ਪਲਾਨ ਆ, ਇਹਦੇ ਵਿੱਚ ਜਦੋਂ ਆਪਣੀਆਂ ਅਵਸਥਾਵਾਂ ਆਉਂਦੀਆਂ ਉਹ ਚ ਸੋਚਣ ਦਾ ਤੁਸੀਂ ਦੱਸਿਆ ਸੀ ਕਿ ਆਈ ਐਮ ਓਕੇ, ਯੂ ਆਰ ਨੋਟ ਓਕੇ, ਯੂ ਆਰ ਓਕੇ, ਆਈ ਐਮ ਨੋਟ ਓਕੇ, ਆਈ ਐਮ ਓਕੇ, ਯੂ ਆਰ ਓਕੇ, ਆਈ ਐਮ ਓਕੇ, ਐਵਰੀਥਿੰਗ ਇਜ਼ ਓਕੇ। ਸਮਝ ਲਓ ਆਪਾਂ ਪਹਿਲੀ ਸਟੇਜ ਤੇ ਸਾਂ ਪਹਿਲਾਂ, ਤੇ ਕੋਈ ਸੋਲ ਇੰਨੀ ਕੁ ਮਿਹਨਤ ਕਰਦਾ ਕਿ ਚੌਥੀ ਅਵਸਥਾ ਤੇ ਆਪਣਾ ਸੋਚਣ ਦਾ ਢੰਗ ਉਹ ਠੀਕ ਕਰ ਲੈਂਦਾ। ਕੀ ਇਸ ਤਰ੍ਹਾਂ ਕਰਦਿਆਂ ਉਹਦੀ ਜਿਹੜੀ ਅਵਸਥਾ ਵਾ ਉਹ ਵੀ ਚੇਂਜ ਹੋ ਸਕਦੀ ਮੈਡਮ? ਆਤਮਾ ਦੀ ਅਵਸਥਾ ਜਿਹੜੀ ਆ, ਮੰਨ ਲਓ ਜੰਗ ਸੋਲ ਤੇ ਆ ਤੇ ਉਹ 올ਡ ਸੋਲ ਤੇ ਆ ਸਕਦਾ ਕਿ ਨਹੀਂ? ਦੇਖੋ ਇਹ ਬਹੁਤ ਗਹਿਰੀਆਂ ਗੱਲਾਂ ਨੇ ਕਿ ਕੋਈ ਆਤਮਾ ਜਿਹੜੀ ਨਾ ਉਹ ਜਲਦੀ ਸਿੱਖ ਜਾਂਦੀ ਹੈ। ਜਿਸ ਤਰ੍ਹਾਂ ਤੁਸੀਂ ਪੜ੍ਹਾਉਂਦੇ ਹੋ ਸਕੂਲ 'ਚ ਬੱਚਿਆਂ ਨੂੰ, ਹਨਾ, ਕੋਈ ਬੱਚਾ ਬਹੁਤ ਜਲਦੀ ਸਿੱਖ ਜਾਂਦਾ ਨਾ, ਉਹ 3-4 ਕਲਾਸਾਂ ਟੱਪਦਾ ਵੀ ਜਾਂਦਾ, ਹਨਾ। ਕੋਈ ਬੱਚਾ ਬਹੁਤ ਹੀ ਸਲੋ ਲਰਨਰ ਹੈ, ਤੇ ਸੋਲ ਦੀ ਵੀ ਉਹੀ ਅਵਸਥਾ ਹੈ। ਕੋਈ ਸੋਲ ਜਿਹੜੀ ਹੈ ਉਹ ਬਹੁਤ ਜਲਦੀ ਸਿੱਖ ਜਾਂਦੀ ਹੈ ਤੇ ਕੋਈ ਸੋਲ ਜਿਹੜੀ ਉਹ ਬਹੁਤ ਟਾਈਮ ਲੈਂਦੀ, ਬਹੁਤ ਟਾਈਮ। ਇਸ ਲਈ ਕਿਹਾ ਜਾਂਦਾ ਕਿ 400 ਤੋਂ 1000 ਜਨਮ, 400 ਤੋਂ 1000 ਜਨਮ ਵਿੱਚ ਸੋਲ ਸਿੱਖਦੀ ਹੈ। ਤੇ ਇਹਦਾ ਮਤਲਬ ਕੋਈ ਤੇ 400 ਵਿੱਚ ਵੀ ਸਿੱਖ ਹੀ ਜਾਂਦੀ ਹੈ ਨਾ। ਹੋ ਸਕਦਾ ਕੋਈ, ਪੋਸੀਬਲ ਤੇ ਹੈ ਨਾ, ਪੋਸੀਬਲ ਤੇ ਹਾਂ, ਇਹ ਜਿੰਨਾ ਕੋਈ ਜਲਦੀ ਸਿੱਖ ਲੈਂਦਾ ਆਪਣੇ ਤੇ ਕੰਮ ਕਰਦਾ ਹੈ, ਕਿਉਂਕਿ ਬਦਲਣਾ ਤੇ ਸਾਨੂੰ ਆਪਣੀ ਫ੍ਰੀ ਵਿਲ ਨਾਲ ਹੀ ਖੁਦ ਨੂੰ ਬਦਲਣਾ ਹੈ। ਹੁਣ ਸਾਨੂੰ ਪਹਿਲੇ ਤਾਂ ਪਤਾ ਚੱਲੇ ਕਿ ਮੈਂ ਬਦਲਣਾ ਕੀ ਹੈ। ਮੰਨ ਲਓ ਮੈਨੂੰ ਅੱਜ ਇਹ ਪਤਾ ਚੱਲਿਆ ਕਿ ਮੇਰਾ ਨੇਚਰ ਕੀ ਹੈ, ਆਈ ਐਮ ਓਕੇ, ਯੂ ਆਰ ਨੋਟ ਓਕੇ, ਕਿ ਮੈਨੂੰ ਹਰ ਕਿਸੇ 'ਚ ਦੋਸ਼ ਹੀ ਨਜ਼ਰ ਆ ਰਹੇ। ਮੈਂ ਜੋ ਕਰ ਰਹੀ ਹਾਂ ਠੀਕ ਆ ਦੋਸ਼, ਲੇਕਿਨ ਹੁਣ ਮੈਨੂੰ ਸਮਝ ਆ ਗਈ ਕਿ ਨਹੀਂ, ਇਹ ਤਰੀਕਾ ਸੋਚ ਗਲਤ ਹੈ। ਆਪਣੀ ਜਗ੍ਹਾ ਤੇ ਉਹ ਵੀ ਠੀਕ ਹੈ, ਤੇ ਮੈਂ ਉਹ ਸੋਚਿਆ ਕਿ ਨਹੀਂ ਚਲੋ ਕੋਈ ਨਹੀਂ, ਉਹ ਵੀ ਠੀਕ ਨੇ, ਉਹਨਾਂ ਨੂੰ ਇੰਝ ਸਮਝ ਆ ਰਹੀ ਉਹ ਵੀ ਠੀਕ ਨੇ। ਮੈਂ ਉਸ ਚੀਜ਼ ਨੂੰ ਆਪਣੇ ਅੰਦਰ ਕਰਨਾ ਸ਼ੁਰੂ ਕੀਤਾ ਕਿ ਨਹੀਂ, ਮੈਂ ਕਿਸੇ ਦੀਆਂ ਗਲਤੀਆਂ ਨਹੀਂ ਕਰਨੀਆਂ, ਨਹੀਂ ਉਹਦੇ ਹਿਸਾਬ ਨਾਲ ਉਹ ਠੀਕ ਹੈ।
ਠੀਕ ਹੈ। ਫਿਰ ਮੈਨੂੰ ਸਮਝ ਆਈ, ਫਿਰ ਅਸੀਂ ਕੀ ਕਰਨੇ ਆ, ਇਹ ਦੁਨੀਆ ਖਰਾਬ ਹੈ, ਇਹ ਭ੍ਰਿਸ਼ਟਾਚਾਰ ਹੋ ਰਿਹਾ ਹੈ, ਸਰਕਾਰ ਖਰਾਬ ਹੈ, ਫਿਰ ਅਸੀਂ ਉਹ ਗੱਲਾਂ ਛੱਡ ਕੇ ਉਹਨਾਂ ਨੂੰ ਪਕੜ ਲੈਂਦੇ ਆ। ਫਿਰ ਸਾਨੂੰ ਹੌਲੀ ਹੌਲੀ ਸਮਝ ਆਉਂਦੀ ਕਿ ਨਹੀਂ, ਜੋ ਹੋ ਰਿਹਾ ਠੀਕ ਹੀ ਹੋ ਰਿਹਾ, ਕੁਦਰਤ ਨਾਲ ਹੋ ਰਿਹਾ ਸਭ ਕੁਝ। ਫਿਰ ਅਸੀਂ ਉਹ ਵੀ ਸੋਚ ਆਪਣੀ ਬਦਲ ਲਈ। ਇਹ ਸਾਰੀਆਂ ਚੀਜ਼ਾਂ ਇੱਕ ਦੂਸਰੇ ਨਾਲ ਜੁੜੀਆਂ ਨੇ। ਜੋ ਤੁਸੀਂ ਧਿਆਨ ਕਰੋਗੇ, ਤੁਹਾਡੀ ਆਤਮਾ ਨੂੰ ਅੰਦਰੋਂ ਜਾਗ੍ਰਿਤੀ ਹੋਏਗੀ, ਤੁਹਾਨੂੰ ਇਹਨਾਂ ਚੀਜ਼ਾਂ ਦੀ ਸਮਝ ਆਏਗੀ, ਤੁਹਾਡਾ ਵਿਵਹਾਰ ਬਦਲਦਾ ਜਾਏਗਾ ਆਪਣੇ ਆਪ ਹੀ। ਉੱਤੇ ਆਪਣੇ ਆਪ ਹੀ ਸਟੇਜ ਬਦਲਦੀ ਜਾਏਗੀ ਸੋਚ, ਉਹ ਅਨੁਭਵ ਤੋਂ ਆਪਣੇ ਆਪ ਸਿੱਖਦੀ ਜਾਏਗੀ। ਤੇ ਬਹੁਤ ਘੱਟ ਜਨਮਾਂ ਵਿੱਚ ਵੀ ਸਿੱਖ ਸਕਦੀ ਹੈ, ਬਹੁਤ ਜ਼ਿਆਦਾ ਜਨਮਾਂ 'ਚ ਵੀ ਸਿੱਖ ਸਕਦੀ ਹੈ। ਫ੍ਰੀ ਵਿਲ ਤਾਂ ਹੀ ਦਿੱਤੀ ਗਈ ਹੈ ਨਾ, ਸਿੱਖਣਾ ਤੇ ਸਿੱਖੋ, ਨਹੀਂ ਸਿੱਖਣਾ ਕੋਈ ਗੱਲ ਨਹੀਂ। ਸਕੂਲ ਵਿੱਚ ਤੇ ਬੱਚੇ ਦਾ ਨਾਂ ਕੱਟ ਦਿੰਦੇ ਨੇ ਨਾ ਕਿ ਤੂੰ ਬਹੁਤ ਟਾਈਮ ਹੋ ਗਿਆ, ਤੂੰ ਚਲਾ ਜਾ, ਤੈਨੂੰ ਅਸੀਂ ਨਹੀਂ ਪੜਾਣਾ। ਇੱਥੇ ਕਿਸੇ ਦਾ ਨਾਂ ਕੋਈ ਨਹੀਂ ਕੱਟਦਾ। ਥੈਂਕ ਯੂ ਇੱਥੇ ਕਿਹਾ ਮੈਮ। ਸਿੱਖਦਾ ਹੀ ਜਾ, ਤੂੰ ਜਿੰਨਾ ਸਮੇਂ ਲੈਣਾ ਲੈ, ਖੁੱਲੀ ਛੂਟ ਹੈ, ਤੂੰ ਸਿੱਖ। ਤੇ ਆਖਿਰ ਸਿੱਖ ਹੀ ਜਾਂਦੀ ਆ। ਤੇ ਇਹ ਤਾਂ ਹੀ ਐਸਾ ਮਾਹੌਲ ਬਣਿਆ ਕਿ ਅਸੀਂ ਇੱਕ ਦੂਜੇ ਨੂੰ ਦੇਖ ਕੇ ਆਪਣੇ ਆਪ ਹੀ ਉਹ ਸਾਡੇ ਅੰਦਰ ਸੰਸਕਾਰ ਜਿਹੜੇ ਨੇ ਆਉਣ ਲੱਗ ਜਾਂਦੇ ਨੇ। ਚੰਗੇ ਵੀ ਆ ਜਾਂਦੇ, ਮਾੜੇ ਵੀ ਆ ਜਾਂਦੇ ਨੇ। ਤੁਸੀਂ ਕਿਸੇ ਨਾਲ ਥੋੜੇ ਦਿਨ ਰਹੋ ਨਾ, ਤੇ ਤੁਹਾਨੂੰ ਤੁਸੀਂ ਦੇਖੋਗੇ ਕਿ ਤੁਹਾਡੀ ਬੋਲਚਾਲ ਦੀ ਭਾਸ਼ਾ ਚੇਂਜ ਹੋ ਗਈ ਉਹਦੇ ਨਾਲ ਰਹਿ ਕੇ। ਅਗਰ ਤੁਸੀਂ ਕਿਸੇ ਐਸੇ ਬੰਦੇ ਨਾਲ ਰਹਿ ਰਹੇ ਹੋ ਜਿਹੜਾ ਬਹੁਤ ਨੈਗੇਟਿਵ ਬੋਲਦਾ ਹੈ, ਉਹ ਕੁਦਰਤ ਤੁਸੀਂ ਦੇਖੋਗੇ ਕੁਦਰਤੀ ਥੋੜੇ ਦਿਨ ਬਾਅਦ ਤੁਹਾਡੇ ਮੂੰਹੋਂ ਵੀ ਉਹ ਜਿਹੀਆਂ ਗੱਲਾਂ ਨਿਕਲਣ ਲੱਗ ਜਾਣਗੀਆਂ। ਔਰ ਅਗਰ ਤੁਸੀਂ ਕਿਸੇ ਐਸੇ ਮਿਰਾਕਲਸ ਬੰਦੇ ਨਾਲ ਰਹਿ ਰਹੇ ਹੋ ਜਿਹੜੀ ਸੋਚ ਹੀ ਮਿਰਾਕਲਸ ਹੈ, ਤੇ ਤੁਹਾਨੂੰ ਆਪਣੇ ਆਪ ਹੀ ਤੁਹਾਡੇ ਸ਼ਬਦ ਚੇਂਜ ਹੋ ਜਾਣਗੇ। ਹੁਣ ਜਿਸ ਤਰ੍ਹਾਂ ਮੰਨ ਲਓ ਮੈਂ ਆਪਣੀ ਗੱਲ ਕਰਾਂ, ਮੈਂ ਹੈਦਰਾਬਾਦ ਜਾਂਦੀ ਹਾਂ, ਮੈਂ ਥੋੜੇ ਦਿਨ ਰਹਿੰਦੀ ਹਾਂ, ਤੇ ਮੈਨੂੰ ਤੇਲਗੂ ਸਮਝ ਆਉਣ ਲੱਗ ਜਾਂਦੀ ਹੈ। ਉਹ ਤੇਲਗੂ ਦੇ ਵਰਡ ਮੈਨੂੰ ਯਾਦ ਹੋਣ ਲੱਗ ਜਾਂਦੇ ਨੇ। ਔਰ ਮੈਂ ਕਈ ਵਾਰੀ ਉਹ ਕਿਸੇ ਗੱਲ ਦਾ ਜਵਾਬ ਦੇਣਾ ਹੁੰਦਾ ਤੇ ਮੈਂ ਉਹ ਵਰਡ ਇੱਕ ਬੋਲ ਦਿੰਦੀ ਹਾਂ ਤੇ ਉਹ ਹੱਸਣ ਲੱਗ ਜਾਂਦੇ ਕਿ ਮੈਡਮ ਤੂੰ ਤੇਲਗੂ ਸਿੱਖ ਰਹੀ ਹੈ। ਕਿਉਂ? ਕਿਉਂਕਿ ਮੈਂ ਉਸ ਮਾਹੌਲ ਵਿੱਚ ਰਹਿ ਰਹੀ ਹਾਂ, ਆਟੋਮੈਟਿਕਲੀ ਆ ਜਾਂਦਾ। ਹੁਣ ਜਿਸ ਤਰ੍ਹਾਂ ਕੋਈ ਤੇਲਗੂ ਵਾਲੇ ਲੋਕ ਨਾਰਥ ਇੰਡੀਆ ਆਉਂਦੇ ਨੇ, ਜਿਹਨਾਂ ਨੂੰ ਥੋੜੀ ਬਹੁਤ ਹਿੰਦੀ ਆਉਂਦੀ ਸਮਝ, ਹੌਲੀ ਹੌਲੀ ਉਹ ਹਿੰਦੀ ਪਿਕ ਕਰਨ ਲੱਗ ਜਾਂਦੇ ਨੇ। ਤੇ ਐਸੇ ਤਰ੍ਹਾਂ ਆਤਮਾ ਦੀ ਜਿਸ ਤਰ੍ਹਾਂ ਦੇ ਬਹੁਤ ਸਾਰੀਆਂ ਚੀਜ਼ਾਂ ਸਿੱਖਦੀ ਹੈ, ਜਿਸ ਤਰ੍ਹਾਂ ਦੇ ਮਾਹੌਲ ਵਿੱਚ ਰਹਿੰਦੀ ਹੈ, ਉਹ ਆਪਣੇ ਆਪ ਅੰਦਰ ਅੰਦਰ ਚੇਂਜ ਹੁੰਦਾ ਰਹਿੰਦਾ। ਥੈਂਕ ਯੂ ਮੈਮ। ਥੈਂਕ ਯੂ ਰਜਿੰਦਰ ਜੀ। ਜੇ ਹੋਰ ਕਿਸੇ ਦਾ ਕੋਈ ਕੁਐਸਚਨ ਰਿਲੇਟਡ ਟੂ ਸਿਮਿਲਰ ਟੌਪਿਕਸ ਹੈ ਤੇ ਪਲੀਜ਼ ਹੈਂਡ ਰੇਜ਼ ਕਰੋ। ਜਿੰਨੀ ਦੇਰ ਤੱਕ ਕੋਈ ਹਾਂਜੀ ਕਿਸੇ ਦਾ ਤੁਹਾਡਾ ਕੀ ਹੈਂਡ ਕੁਐਸਚਨ ਹੈ? ਮੇਰਾ ਕੁਐਸਚਨ ਇਹ ਹੈ ਕਿ ਜਿਹੜੀ ਇਹ ਵਰਕਸ਼ਾਪ ਸੀ ਨਾ, ਇਹ ਬੜੀ ਇਹ ਇਤਨੀ ਛੇਤੀ ਸਾਡੇ ਇਟਸ ਮਤਲਬ ਇਹਦੇ ਤੇ ਬਹੁਤ ਜ਼ਿਆਦਾ ਅਧਿਐਨ ਕਰਨਾ ਹੈ। ਤੇ ਕਹਿੰਦੇ ਆ ਕਿ ਬਿਨਾਂ ਉਹਦੀ ਰਜ਼ਾ ਦੇ ਕੋਈ ਚੀਜ਼ ਵੀ ਹਿਲਦੀ ਨਹੀਂ। ਮਤਲਬ ਉਹ ਕਹਿੰਦੇ ਨਾ ਉਹਦੇ ਹੁਕਮ ਤੋਂ ਬਗੈਰ, ਜੇ ਉਹਦੇ ਹੁਕਮ 'ਚ ਹੀ ਸਾਰਾ ਕੁਝ ਹੋਣਾ ਤੇ ਫਿਰ ਇੱਧਰੋਂ ਅਸੀਂ ਕਹਿੰਦੇ ਹਾਂ ਕਿ ਸੋਲ ਆਪਣਾ ਕੰਮ ਕਰਦੀ ਹੈ। ਜੇ ਉੱਪਰੋਂ ਪਰਮਾਤਮਾ ਨੇ ਜਾਂ ਉਹਦੇ ਹੁਕਮ ਦੇ ਬਗੈਰ ਅਸੀਂ ਕੁਝ ਵੀ ਨਹੀਂ ਕਰ ਸਕਦੇ, ਫਿਰ ਸੋਲ ਪਲਾਨ ਲੈ ਕੇ ਆਈ ਹੈ, ਫਿਰ ਜੋ ਉਹਦਾ ਪਲਾਨ ਬਣਿਆ ਉਹਦੇ ਉਸ ਪਲਾਨ ਦੇ ਮੁਤਾਬਕ ਹੀ ਚੱਲਣਾ। ਤੇ ਫਿਰ ਇਹ ਚੀਜ਼ ਦਾ ਥੋੜਾ ਮੈਨੂੰ ਇੱਕ ਉਹ ਬਲਾਈਂਡ ਸਪੌਟ ਜਿਹਾ ਨਜ਼ਰ ਆਉਂਦਾ ਕਿ ਇਹ ਚੀਜ਼ ਕੀ ਹੈ। ਹੁਣ ਕਹਿੰਦੇ ਆ ਕਿ ਭਾਈ ਉਹਦੇ ਤੇ ਆਪਣਾ ਪਲਾਨ ਬਣਾ ਕੇ ਆ ਗਈ ਆ, ਜਾਂ ਉਹ ਪਲਾਨ ਦੇ ਉੱਤੇ ਆ ਗਿਆ, ਸੋਲ ਇੱਥੇ ਆ ਗਈ ਹੈ 400, ਉਹਦੇ ਹੁਕਮ ਦੇ ਬਗੈਰ ਕੁਝ ਨਹੀਂ ਚੱਲੇਗਾ। ਫਿਰ ਅਸੀਂ ਆਪਣਾ ਮਾਈਂਡ ਯੂਜ਼ ਹੀ ਨਾ ਕਰੀਏ, ਮਤਲਬ ਚੱਲਣ ਦਈਏ। ਤੇ ਇਹ ਥੋੜਾ ਜਿਹਾ ਇੱਥੇ ਥੋੜੀ ਜਿਹੀ ਮੈਨੂੰ ਕਲੀਅਰਿਟੀ ਨਹੀਂ ਨਜ਼ਰ ਆ ਰਹੀ, ਥੋੜਾ ਜਿਹਾ ਇਹਨੂੰ ਕਲੀਅਰ ਕਰੋ। ਦੇਖੋ ਪਲਾਨ ਬਣਾ ਕੇ ਸੋਲ ਆਈ ਹੈ ਤੇ ਆਈ ਤੇ ਹੁਕਮ ਵਿੱਚ ਹੀ ਹੈ ਨਾ, ਆਪਣੇ ਆਪ ਤੇ ਨਹੀਂ ਆਈ ਨਾ। ਹੋਲ ਸੋਲ ਤੇ ਉਹ ਨਹੀਂ ਹੈ ਨਾ, ਉਹ ਵੀ ਪਲਾਨ। ਮੰਨ ਲਓ ਕੋਈ ਵੀ ਤੁਸੀਂ ਕੰਪਨੀ 'ਚ ਕੰਮ ਕਰਦੇ ਹੋ, ਤੁਹਾਡਾ ਕੋਈ EMPLOYEE ਪਲਾਨ ਲੈ ਕੇ ਆਂਦਾ ਹੈ, ਪਲਾਨ ਅਪਰੂਵ ਕਰੋਗੇ ਤੁਸੀਂ ਤਾਂ ਹੀ ਐਗਜ਼ੀਕਿਊਟ ਹੋਏਗਾ ਨਾ। ਤੁਸੀਂ ਪਲਾਨ ਉਹਦਾ ਅਪਰੂਵ ਕਰੋਗੇ ਤਾਂ ਹੀ ਤੇ ਉਹ ਐਗਜ਼ੀਕਿਊਟ ਕਰੇਗਾ ਨਾ। ਉਹ ਇਕੱਲਾ ਪਲਾਨ ਬਣਾ ਕੇ ਘੁੰਮਦਾ ਰਹੇ, ਉਹ ਕੀ ਕਰ ਪਾਏਗਾ? ਕੁਝ ਵੀ ਨਹੀਂ ਕਰ ਪਾਏਗਾ। ਤੇ ਅਗਰ ਅਸੀਂ ਇਹਨੂੰ ਇਸ ਤਰ੍ਹਾਂ ਵੀ ਲਈਏ ਕਿ ਜਿਸ ਤਰ੍ਹਾਂ ਉਹ ਸਭ ਕੁਝ ਉਹਦੇ ਹੁਕਮ ਵਿੱਚ ਹੋ ਰਿਹਾ, ਇਹ ਇੱਕ ਅਵਸਥਾ ਹੈ। ਉਹ ਹੌਲੀ ਹੌਲੀ ਅਸੀਂ ਉਸ ਸਟੇਜ ਤੇ ਪਹੁੰਚ ਰਹੇ ਹਾਂ। ਜਿਸ ਤਰ੍ਹਾਂ ਮੰਨ ਲਓ ਕਿ ਜਿਹੜੇ ਸੰਤ ਹੁੰਦੇ ਨੇ, ਕੋਈ ਉਹਨਾਂ ਦਾ ਬੁਰਾ ਵੀ ਕਰਦਾ ਹੈ, ਕੋਈ ਉਹਨਾਂ ਨਾਲ ਜੋ ਵੀ ਕਰਦਾ ਹੈ, ਲੇਕਿਨ ਉਹਨੂੰ ਪਲਟ ਕੇ ਜਵਾਬ ਨਹੀਂ ਦਿੰਦੇ ਨਾ, ਕਿ ਉਹ ਪਤਾ ਉਹਦੇ ਅੰਦਰ ਵੀ ਪਰਮਾਤਮਾ ਹੈ, ਵੀ ਕੋਈ ਪ੍ਰੀਖਿਆ ਉਹਦੇ ਹੁਕਮ ਵਿੱਚ ਹੋ ਰਿਹਾ। ਲੇਕਿਨ ਅਸੀਂ ਅਜੇ ਉਸ ਅਵਸਥਾ ਤੱਕ ਪਹੁੰਚੇ ਹੀ ਨਹੀਂ, ਅਸੀਂ ਅਜੇ ਉਸ ਅਵਸਥਾ ਤੱਕ ਨਹੀਂ ਪਹੁੰਚੇ। ਹੁਣ ਮੰਨ ਲਓ ਸਾਨੂੰ ਤਾਂ ਬੁਰਾ ਲੱਗਦਾ ਕੋਈ ਕੁਝ ਕਹੇ ਤੇ, ਉਸ ਵੇਲੇ ਸਾਨੂੰ ਨਹੀਂ ਯਾਦ ਆਉਂਦਾ ਕਿ ਇਹ ਵੀ ਉਹਦੇ ਹੁਕਮ ਵਿੱਚ ਆ ਰਿਹਾ, ਦੇ ਅੰਦਰ ਵੀ ਪਰਮਾਤਮਾ ਹੈ, ਪਰਮਾਤਮਾ ਮੇਰੀ ਪ੍ਰੀਖਿਆ ਲੈ ਰਿਹਾ। ਸਾਨੂੰ ਨਹੀਂ ਯਾਦ ਆਉਂਦਾ। ਉਸ ਵੇਲੇ ਸਾਨੂੰ ਬਹੁਤ ਗੁੱਸਾ ਆਉਂਦਾ ਕਿ ਇੰਜ ਕਰ ਕਿਸ ਤਰ੍ਹਾਂ ਸਕਦਾ ਹੈ। ਉਸ ਵੇਲੇ ਅਸੀਂ ਭੁੱਲ ਜਾਂਦੇ ਹਾਂ ਹੁਕਮ ਵਿੱਚ ਹੋ ਰਿਹਾ। ਜਿਸ ਵੇਲੇ ਸਾਨੂੰ ਦੁੱਖ ਆਉਂਦਾ ਅਸੀਂ ਭੁੱਲ ਜਾਂਦੇ ਹਾਂ ਵੀ ਉਹਦੇ ਹੁਕਮ ਵਿੱਚ ਹੋ ਰਿਹਾ।
ਤੇ ਇਹ ਜਿਹੜੀ ਚੀਜ਼ ਹੈ ਨਾ, ਸਮਝੋ ਇਹ ਚੀਜ਼ਾਂ ਨੇ ਕਿ ਸਾਨੂੰ ਜੋ ਸਿਲੇਬਸ ਪਤਾ ਚੱਲ ਗਿਆ ਨਾ, ਉਹ ਸਾਨੂੰ ਨਰਸਰੀ ਤੋਂ ਲੈ ਕੇ PhD ਤੱਕ ਪਤਾ ਚੱਲ ਗਿਆ। ਹਾਂ ਅਸੀਂ 10ਵੀਂ ਕਲਾਸ ਵਿੱਚ ਤੇ ਅਸੀਂ ਪਕੜ ਲਿਆ PhD ਦਾ ਸਬਜੈਕਟ, ਤੇ ਉਹ ਕਨਫਿਊਜ਼ਨ ਤੇ ਹੋਏਗੀ, ਸਮਝ ਕਿਸ ਤਰ੍ਹਾਂ ਆਏਗੀ? ਨਹੀਂ ਆਏਗੀ ਨਾ ਸਮਝ। ਤੇ ਇਸ ਲਈ ਅਸੀਂ ਜੋ ਜਿਸ ਤਰ੍ਹਾਂ ਸਾਨੂੰ ਅੱਜ ਦੀ ਤਾਰੀਖ ਵਿੱਚ ਅਸੀਂ ਜਿੱਥੇ ਖੜੇ ਹਾਂ ਸਾਨੂੰ ਸਮਝ ਆ ਰਹੀ ਹੈ, ਜੋ ਸਾਡਾ ਕੰਮ ਹੈ ਅੱਜ ਦੀ ਤਾਰੀਖ ਵਿੱਚ ਸਹੀ ਤਰੀਕੇ ਨਾਲ ਆਪਣੇ ਕਰਮ ਜਿਹੜੇ ਨੇ, ਸਾਨੂੰ ਇੰਨੀ ਸਮਝ ਆ ਗਈ ਕਿ ਸਹੀ ਕਰਨਾ ਹੈ, ਗਲਤ ਨਹੀਂ ਕਰਨਾ, ਤੇ ਅਸੀਂ ਸਹੀ ਕਰਦੇ ਰਹੇ। ਤੇ ਹੌਲੀ ਹੌਲੀ ਸਾਨੂੰ ਉਹ ਚੀਜ਼ ਜਿਹੜੀ ਹੈ ਸਮਝ ਆਉਂਦੀ ਹੈ ਕਿ ਅਗਰ ਸਾਨੂੰ ਕੋਈ ਦੁੱਖ ਵੀ ਦੇ ਰਿਹਾ, ਜਾਂ ਮੰਨ ਲਓ ਸਾਡਾ ਕੋਈ ਪੈਸੇ ਦਾ ਨੁਕਸਾਨ ਕਰ ਰਿਹਾ, ਤਾਂ ਅਸੀਂ ਕਹਿੰਦੇ ਹਾਂ ਕਿ ਹੁਕਮ ਵਿੱਚ ਹੋ ਰਿਹਾ, ਨਹੀਂ ਕਹਿੰਦੇ ਨਾ। ਲੇਕਿਨ ਜਿਸ ਵੇਲੇ ਸਧਾਰਨ ਤੌਰ ਤੇ ਗੱਲ ਕਰੀਏ ਤੇ ਅਸੀਂ ਕਹਿੰਦੇ ਹਾਂ ਕਿ ਸਭ ਕੁਝ ਹੁਕਮ ਵਿੱਚ ਹੋ ਰਿਹਾ, ਤੇ ਫਿਰ ਸਾਨੂੰ ਕਿਉਂ ਨਹੀਂ ਸਮਝ, ਫਿਰ ਅਸੀਂ ਕਿਉਂ ਨਹੀਂ ਸਮਝ ਪਾ ਰਹੇ, ਫਿਰ ਸੋਲ ਦੀ ਫ੍ਰੀ ਵਿਲ ਕੀਤੇ ਵੇ, ਫਿਰ ਇਹ ਚੀਜ਼ਾਂ ਕੀਤੇ, ਕਿਉਂਕਿ ਅਸੀਂ ਦੋ ਸਬਜੈਕਟ ਮਿਲਾ ਲਏ, ਅਸੀਂ ਦੋ ਸਬਜੈਕਟ ਮਿਲਾ ਲਏ। ਅਗਰ ਉਹ ਆਤਮਾ ਸਿੱਖ ਰਹੀ ਹੈ, ਅਜੇ ਉਹ ਉਸ ਚੀਜ਼ ਨੂੰ ਐਕਸੈਪਟ ਨਹੀਂ ਕਰ ਪਾ ਰਹੀ ਹੈ, ਇਹ ਵੀ ਉਹਦਾ ਹੀ ਹੁਕਮ ਹੈ, ਕਿਉਂਕਿ ਅਜੇ ਉਹ ਪਰਿਪੱਕਵ ਹੋਈ ਨਹੀਂ ਉਹ ਚੀਜ਼ ਨੂੰ ਸਿੱਖਣ ਵਾਸਤੇ, ਇਹ ਵੀ ਉਹਦੇ ਹੁਕਮ ਵਿੱਚ ਹੀ ਹੈ। ਜਾਂ ਤੇ ਅਸੀਂ ਹਰ ਚੀਜ਼ ਉਹਦੇ ਹੁਕਮ ਵਿੱਚ ਸਮਝ ਲਈਏ ਕਿ ਜੋ ਹੋ ਰਿਹਾ ਹੁਕਮ ਵਿੱਚ ਹੋ ਰਿਹਾ, ਹਰ ਚੀਜ਼ ਹੀ ਹੁਕਮ ਵਿੱਚ ਹੋ ਰਹੀ ਹੈ। ਅਗਰ ਸਾਡੀ ਉਹ ਅਵਸਥਾ ਬਣ ਗਈ ਤਾਂ ਬ੍ਰਹਮਚਰੀ ਬਣ ਗਈ ਅਸੀਂ। ਹੁਣ ਉਹਨੂੰ ਅਗਰ ਭੋਜਨ ਮਿਲਿਆ ਤਾਂ ਵੀ ਉਹਨੂੰ ਪਰਵਾਹ ਨਹੀਂ, ਉਹਨੂੰ ਨਹੀਂ ਮਿਲਿਆ ਤਾਂ ਵੀ ਉਹਨੂੰ ਪਰਵਾਹ ਨਹੀਂ, ਤੇ ਸਾਨੂੰ ਰੋਟੀ ਨਾ ਮਿਲੇ ਤੇ ਅਸੀਂ ਤਾਂ ਤੜਫਣ ਲੱਗ ਜਾਂਦੇ ਹਾਂ। ਫਿਰ ਅਸੀਂ ਨਹੀਂ ਕਹਿੰਦੇ ਕਿ ਨਹੀਂ ਮਿਲੀ, ਆ ਵੀ ਉਹਦੇ ਹੁਕਮ ਵਿੱਚ। ਤੋ ਇਸ ਲਈ ਅਸੀਂ ਅੱਜ ਦੀ ਤਾਰੀਖ ਵਿੱਚ YouTube, ਡਿਜੀਟਲ ਮੀਡੀਆ, ਪ੍ਰਚਾਰ, ਇਹ ਸਭ ਜੋ ਵੀ ਚੀਜ਼ਾਂ ਹੋ ਰਹੀਆਂ ਨੇ ਨਾ, ਸਾਨੂੰ ਸਬਜੈਕਟ ਨੌਲੇਜ ਜ਼ਿਆਦਾ ਹੋ ਗਈ ਹੈ, ਬਹੁਤ ਜ਼ਿਆਦਾ ਸਬਜੈਕਟ ਨੌਲੇਜ ਹੋ ਗਈ ਹੈ, ਲੇਕਿਨ ਸਾਨੂੰ ਆਪਣੇ ਲੈਵਲ ਦਾ ਨਹੀਂ ਪਤਾ ਕਿ ਅਸੀਂ ਕਿਹੜੀ ਕਲਾਸ ਵਿੱਚ ਆ, ਅਸੀਂ ਕਿਹੜੀ ਕਲਾਸ ਵਿੱਚ ਆ। ਅੱਜ ਮੰਨ ਲਓ ਮੈਨੂੰ ਕੋਈ ਕਹੇ ਕਿ ਮੈਂ ਆਪਣੇ ਆਪ ਤੇ ਕੁਐਸਚਨ ਕਰਨੀ ਆ ਕਿ ਕੀ ਮੈਂ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖ ਰਹੀ ਹਾਂ, ਕਿ ਮੇਰੇ ਵਾਸਤੇ ਸਾਰੇ ਇੱਕ ਨਜ਼ਰ ਮੇਰੀ ਹੈ ਸਾਰਿਆਂ ਵਾਸਤੇ, ਲੇਕਿਨ ਮੇਰੇ ਅੱਗੇ ਦੋ ਤਿੰਨ ਬੰਦੇ ਐਸੇ ਆ ਜਾਂਦੇ ਨੇ ਜਿਨ੍ਹਾਂ ਤੋਂ ਮੈਂ ਨਹੀਂ ਸੋਚ ਸਕਦੀ ਕਿ ਇਹ ਵੀ ਰੱਬ ਨੇ, ਉਸ ਲਈ ਮੈਨੂੰ ਗੁੱਸਾ ਆ ਜਾਂਦਾ ਹੈ ਕਿ ਇਹਨੇ ਅੱਜ ਕਿਉਂ ਕੀਤਾ ਮੇਰੇ ਨਾਲ। ਫਿਰ ਉਹ ਵੀ ਤੇਰਾ ਆਪ ਹੀ ਹੈ ਨਾ, ਮੈਂ ਪ੍ਰੈਕਟਿਸ ਕਰ ਰਹੀ ਹਾਂ ਇਸ ਚੀਜ਼ ਦੀ, ਉਹਨੂੰ ਵੀ ਤੇ ਉਹਦੇ ਅੰਦਰ ਵੀ ਤੇ ਪਰਮਾਤਮਾ ਹੀ ਪ੍ਰੇਰਣਾ ਦੇ ਰਿਹਾ ਨਾ, ਤਾਂ ਹੀ ਉਹ ਮੇਰੇ ਸਾਹਮਣੇ ਖੜਾ ਨਾ, ਔਰ ਉਹ ਮੇਰੀ ਸੋਲ ਪਲਾਨ ਦਾ ਹਿੱਸਾ ਹੈ। ਚੀਜ਼ਾਂ ਨਾ ਜੁੜੀਆਂ, ਮੇਰੀ ਸੋਲ ਪਲਾਨ ਦਾ ਹਿੱਸਾ ਹੈ। ਮੈਂ ਉਹਦੇ ਨਾਲ ਉੱਥੇ ਹੈ कांटेक्ट करके आई है कि तू मेरे सामने आई, तू मैनू परेशान करी, तू ऐसे हालात पैदा करी कि मैं जबरदस्ती अध्यात्म के मार्ग ते चली जाऊं। ਤੇ ਹੁਣ ਇੱਥੇ ਆ ਕੇ ਮੈਨੂੰ ਬਹੁਤ ਗੁੱਸਾ ਆ ਰਿਹਾ ਕਿ ਮੇਰੇ ਨਾਲ ਇੰਜ ਕਿਉਂ ਕਰ ਰਿਹਾ, ਉਹਨੇ ਮੇਰੇ ਨਾਲ ਧੋਖਾ ਕਿਉਂ ਕੀਤਾ, ਉਹਨੇ ਮੇਰੇ ਨਾਲ ਇੰਜ ਕਿਉਂ ਕੀਤਾ। ਤੇ ਇੱਥੇ ਆ ਕੇ ਮੈਨੂੰ ਸਮਝ ਨਹੀਂ ਆ ਰਹੀ ਤੇ ਮੈਂ ਰੋ ਰਹੀ ਹਾਂ, ਮੈਂ ਉਸ ਬੰਦੇ ਨੂੰ ਬੁਰਾ ਭਲਾ ਕਹਿ ਰਹੀ ਹਾਂ। ਅਸੀਂ ਚਾਹੇ ਇਸ ਸਿਰੇ ਤੋਂ ਪਕੜੀਏ ਚਾਹੇ ਉਸ ਸਿਰੇ ਤੋਂ ਪਕੜੀਏ, ਲੇਕਿਨ ਸਾਨੂੰ ਇੱਕ ਸਿਰਾ ਤੇ ਪਕੜਨਾ ਹੀ ਪਏਗਾ। ਅਸੀਂ ਦੋਨੋਂ ਜਗ੍ਹਾ ਤੋਂ ਦੋਨੋਂ ਸਿਰੇ ਪਕੜ ਕੇ ਖਿੱਚਾਤਾਨੀ ਨਹੀਂ ਕਰ ਸਕਦੇ। ਜਾਂ ਤੇ ਅਸੀਂ ਇਹ ਚੀਜ਼ ਪਕੜ ਲਈਏ ਕਿ ਜੋ ਹੋ ਰਿਹਾ ਪਰਮਾਤਮਾ ਦੇ ਹੁਕਮ ਵਿੱਚ ਹੋ ਰਿਹਾ ਤਾਂ ਉਹਨੂੰ ਮੰਨਣਾ ਸ਼ੁਰੂ ਕਰ ਦਈਏ, ਤੇ ਜਾਂ ਅਸੀਂ ਇਹ ਸਮਝ ਲਈਏ ਕਿ ਮੇਰੀ ਸੋਲ ਇਸ ਬੰਦੇ ਤੋਂ ਇਹ ਤੋਂ ਕੀ ਸਿੱਖਣ ਆਈ ਹੈ। ਠੀਕ ਹੈ, ਅੱਜ ਮੈਂ ਨਹੀਂ ਸਿੱਖ ਪਾ ਰਿਹਾ, ਬਾਰ-ਬਾਰ ਉਹ ਚੀਜ਼ਾਂ ਮੇਰੇ ਸਾਹਮਣੇ ਆ ਰਹੀਆਂ, ਇੱਕ ਦਿਨ ਤੇ ਮੈਂ ਸਿੱਖ ਹੀ ਜਾਵਾਂਗੀ। ਤੁਸੀਂ ਦੇਖੋ ਕਿ ਕੋਈ ਬੰਦਾ ਹੈ ਜਿਹੜਾ ਉਹ ਮੈਰਿਜ ਕਰਦਾ ਤੇ ਉਹਦੀ ਪਹਿਲੇ ਤੇ ਬਹੁਤ ਅੱਛੀ ਮੈਰਿਜ ਰਹਿੰਦੀ ਹੈ, ਫਿਰ ਉਹਦੀ ਐਡਜਸਟਮੈਂਟ ਨਹੀਂ ਹੁੰਦੀ, ਲੜਾਈ ਝਗੜਾ ਸਭ ਹੋਣ ਲੱਗ ਜਾਂਦਾ ਤੇ ਡਾਈਵੋਰਸ ਹੋ ਗਿਆ। ਹੁਣ ਡਾਈਵੋਰਸ ਹੋ ਗਿਆ, ਹੁਣ ਉਹਨੂੰ ਨਾ ਤੇ ਕਾਰਮਿਕ ਅਕਾਊਂਟ ਦਾ ਪਤਾ ਹੈ ਕਿਉਂਕਿ ਉਹ ਚੀਜ਼ ਸਮਝ ਹੀ ਨਹੀਂ ਹੈ, ਨਾ ਉਹਨੂੰ ਪਤਾ ਹੈ ਕਿ ਮੇਰੇ ਅੰਦਰ ਕਮੀ ਹੈ ਜਿਹਦੇ ਕਰਕੇ ਇਹ ਝਗੜਾ ਵੱਧ ਰਿਹਾ ਜਾਂ ਕੁਝ ਹੋ ਰਿਹਾ, ਉਹਨੂੰ ਕੁਝ ਵੀ ਨਹੀਂ ਪਤਾ। ਬਸ ਉਹਨੇ ਇਹ ਸੋਚ ਲਿਆ ਕਿ ਇਹ ਬੰਦਾ ਗਲਤ ਹੈ, ਇਹਦੇ ਤੋਂ ਮੈਂ ਪਿੱਛਾ ਛੁਡਾਣਾ, ਤੇ ਡਾਈਵੋਰਸ ਲੈ ਲਿਆ। ਹੁਣ ਉਹਨੇ ਫਿਰ ਦੁਬਾਰਾ ਵਿਆਹ ਕੀਤਾ, ਆਪਣੇ ਆਪ ਨੂੰ ਬਦਲਿਆ ਨਹੀਂ, ਜਾਣਿਆ ਨਹੀਂ, ਕੁਝ ਸਿੱਖਿਆ ਨਹੀਂ, ਫਿਰ ਦੁਬਾਰਾ ਵਿਆਹ ਕੀਤਾ, ਫਿਰ ਉਹੀ ਸਥਿਤੀ, ਫਿਰ ਤੀਜੀ ਵਾਰੀ ਕੀਤਾ, ਫਿਰ ਉਹੀ ਸਥਿਤੀ। ਕਿਉਂਕਿ ਅਸੀਂ ਉਹ ਚੀਜ਼ ਸਾਨੂੰ ਅਜੇ ਕਿਸੇ ਨੇ ਸਮਝਾਈ ਨਹੀਂ ਹੈ ਕਿ ਇਹਦੇ ਵਿੱਚ ਚੱਕਰ ਕੀ ਹੈ, ਕਿਉਂ ਫਸ ਰਹੇ ਅਸੀਂ ਇਸ, ਕਿਉਂਕਿ ਬੰਦਾ ਤੇ ਉਹੀ ਹੈ ਨਾ ਜਿੱਥੇ ਵੀ ਜਾਏਗਾ। ਇਸ ਲਈ ਕਿਹਾ ਜਾਂਦਾ ਕਿ ਮੰਨ ਲਓ ਤੁਹਾਡਾ ਮਨ ਠੀਕ ਨਹੀਂ ਹੈ, ਤੁਸੀਂ ਤੀਰਥ ਯਾਤਰਾ ਚਲੇ ਜਾਓ, ਕੀ ਹੋ ਜਾਏਗਾ? ਜਾਏਗਾ ਤੇ ਇਹੀ ਮੰਨ ਜਾਏਗਾ ਨਾ, ਹਿਮਾਲਿਆ ਚਲੇ ਜਾਓ, ਜਾਏਗਾ ਤੇ ਇਹੀ ਮੰਨ ਜਾਏਗਾ ਨਾ ਹਿਮਾਲਿਆ। ਜੋ ਸੰਸਾਰ ਉਹਨੇ ਇੱਥੇ ਬਣਾਇਆ ਹਿਮਾਲਿਆ ਜਾ ਕੇ ਫਿਰ ਉਹ ਦੂਜਾ ਸੰਸਾਰ ਬਣਾ ਲੇ। ਇਸ ਲਈ ਜਾਂ ਤੇ ਅਸੀਂ ਕਹੀਏ ਕਿ ਸਭ ਹੁਕਮ ਵਿੱਚ ਹੋ ਰਿਹਾ ਤੇ ਫਿਰ ਅਸੀਂ ਹਰ ਚੀਜ਼ ਨੂੰ ਐਕਸੈਪਟ ਕਰੀਏ, ਥਿਉਰੀ ਨਹੀਂ ਪ੍ਰੈਕਟੀਕਲ, ਔਰ ਉਹ ਚੀਜ਼ ਨੂੰ ਪ੍ਰੈਕਟੀਕਲ ਕਰਨ ਲਈ ਉਹ ਸੋਲ ਪਲਾਨ ਹੌਲੀ ਹੌਲੀ ਐਗਜ਼ੀਕਿਊਟ ਹੋਏਗਾ, ਤੇ ਹੌਲੀ ਹੌਲੀ ਅਸੀਂ ਉਸ ਅਵਸਥਾ ਤੇ ਪਹੁੰਚਾਂਗੇ ਕਿ ਸਾਨੂੰ ਉਹ ਚੀਜ਼ਾਂ ਸਮਝ ਆਉਣ ਲੱਗ ਜਾਣਗੀਆਂ ਕਿ ਵੀ ਹਾਂ ਸਭ ਹੁਕਮ ਵਿੱਚ ਹੋ ਰਿਹਾ। ਅਜੇ ਸਾਨੂੰ ਥਿਉਰੀ ਪਤਾ ਹੈ, ਇਸ ਲਈ ਅਸੀਂ ਕਨਫਿਊਜ਼ ਹੋ ਰਹੇ ਹਾਂ, ਜੇ ਉਹ ਸਾਡਾ ਪ੍ਰੈਕਟੀਕਲ ਨਹੀਂ ਹੈ। ਲੇਕਿਨ ਜੋ ਸੋਲ ਜਰਨੀ ਕਰੇਗੀ ਹੌਲੀ ਹੌਲੀ ਉਹਦਾ ਉਹ ਪ੍ਰੈਕਟੀਕਲ ਹੋਵੇਗਾ, ਫਿਰ ਸਾਨੂੰ ਕਲੈਰਿਟੀ ਮਿਲੇਗੀ।
ਥੈਂਕ ਯੂ ਮੈਮ, ਥੈਂਕ ਯੂ। ਇੱਕ ਛੋਟਾ ਜਿਹਾ ਕੁਐਸਚਨ ਹੈ ਕਿ ਜਦੋਂ ਸੋਲ ਧਰਤੀ ਤੇ ਆਉਂਦੀ ਹੈ ਤੇ ਲੈਟਸ ਸੇ ਕਿ ਇੱਕ ਫੈਮਿਲੀ ਬਣਦੀ ਹੈ, ਇੱਕ ਫੈਮਿਲੀ ਦੇ ਅੰਦਰ 5 ਤੋਂ 6 ਬੰਦੇ ਹੁੰਦੇ ਨੇ, ਮਤਲਬ 6 ਸੋਲਸ ਹੁੰਦੀਆਂ ਨੇ, ਤੇ ਉਹ ਇੱਕ ਗਰੁੱਪ ਬਣਦਾ ਹੈ। ਉਸੇ ਹੀ ਫੈਮਿਲੀ ਦੇ ਅੰਦਰ ਕੋਈ ਸੋਲ ਯੰਗ ਸੋਲ ਹੁੰਦੀ ਹੈ, ਕੋਈ 올ਡ ਹੁੰਦੀ ਹੈ, ਕੋਈ ਇਨਫੈਂਟ ਹੁੰਦੀ ਹੈ, ਤੇ ਜਿਹੜੀ ਫੈਮਿਲੀ ਅਸੀਂ ਉਹ ਤੇ ਸਾਨੂੰ ਇੱਥੇ ਦੁਨਿਆਵੀ ਤੌਰ ਤੇ ਆਉਂਦੇ ਆ ਤੇ ਉਹ ਕਹੇ ਹਾਂ ਵੀ ਇਹ ਫੈਮਿਲੀ ਹੈ, ਬਟ ਇਹ ਪਲਾਨ ਤੇ ਪਹਿਲਾਂ ਹੀ ਬਣਿਆ ਹੁੰਦਾ ਹੈ ਨਾ। ਪਹਿਲੇ ਹੀ ਇਹ ਮਤਲਬ ਇਹ ਫੈਮਿਲੀ ਦੀ ਇਹ 5 ਸੋਲਾਂ ਨੇ ਤੇ ਉਹਦੇ ਵਿੱਚ ਕੋਈ ਯੰਗ ਸੋਲ ਹੁੰਦੀ ਹੈ, ਇਹ ਗਰੁੱਪ ਕਿਸ ਤਰ੍ਹਾਂ ਬਣਦਾ ਹੈ, ਦੇਖੋ ਜਿਸ ਕੌਣ ਤਰ੍ਹਾਂ ਚੂਜ਼ ਕਰਦਾ ਹੈ? ਜਿਸ ਤਰ੍ਹਾਂ ਮੰਨ ਲਓ ਕਿ ਇੱਕ ਆਤਮਾ ਨੇ ਇਹ ਡਿਸਾਈਡ ਕੀਤਾ ਕਿ ਮੈਂ ਧਰਤੀ ਤੇ ਜਾ ਕੇ ਸਿੱਖਣਾ ਹੈ। ਪਹਿਲੇ ਤੇ ਆਤਮਾ ਹਿੰਮਤ ਹੀ ਨਹੀਂ ਕਰਦੀ ਆਉਣ ਦੀ, ਜਿਸ ਤਰ੍ਹਾਂ ਮੈਂ ਪਹਿਲੇ ਦੱਸਿਆ। ਪਹਿਲੇ ਤੇ ਕੋਈ ਬੜੀ ਡੇਅਰਿੰਗ ਸੋਲ ਹੋਏਗੀ ਨਾ, ਉਹ ਕਹੇਗੀ ਮੈਂ ਜਾਣਾ ਜੀ, ਮੈਂ ਤੇ ਸਿੱਖਣਾ, ਮੈਂ ਤੇ ਅੱਗੇ ਵਧਣਾ। ਕਿਉਂਕਿ ਜਿਸ ਵੇਲੇ ਧਰਤੀ ਤੇ ਕੋਈ ਆਤਮਾ ਜਨਮ ਲੈਂਦੀ ਹੈ, ਚਾਹੇ ਉਹਨੂੰ 400 ਜਨਮ ਲੱਗਣ, 600 ਲੱਗਣ, ਉਹ ਛਲਾਂਗ ਮਾਰਦੀ ਹੈ। ਅਗਰ ਉਹ ਮੰਨ ਲਓ ਕਿ 10ਵੀਂ ਪੌੜੀ ਤੇ ਵੇ ਨਾ, ਔਰ ਉਹਨੇ 11ਵੀਂ 12ਵੀਂ 13ਵੀਂ ਤੇ ਜਾਣਾ, ਤੇ ਉਹਨੂੰ ਆ ਕੇ ਟੈਸਟ ਦੇਣਾ ਹੀ ਪਏਗਾ, ਐਗਜ਼ਾਮ ਦੇਣਾ ਹੀ ਪਏਗਾ ਧਰਤੀ ਤੇ। ਤੇ ਉਹ ਧਰਤੀ ਦੇ ਐਗਜ਼ਾਮ ਵਿੱਚ ਜਿਸ ਵੇਲੇ ਇੱਕ ਵਾਰੀ ਜਨਮ ਲੈਂਦੀ ਹੈ, ਤਾਂ ਜਨਮ ਮਰਨ ਦੇ ਚੱਕਰ 'ਚ ਫਸ ਜਾਂਦੀ ਹੈ, ਕਿਉਂਕਿ ਸਿੱਖਣ ਦਾ ਪ੍ਰੋਸੈਸ ਹੀ ਹੈ। ਤੇ ਇਸ ਵਾਸਤੇ ਹਿੰਮਤ ਹੀ ਨਹੀਂ ਕਰਦੀ ਆਤਮਾ ਆਉਣ ਦੀ। ਤੇ ਉਹ ਫਿਰ ਜਿਹੜੀਆਂ ਆਤਮਾ ਜਿਸ ਵੇਲੇ ਡਿਸਾਈਡ ਕਰਦੀ ਹੈ ਕਿ ਮੈਂ ਜਾਣਾ ਹੈ ਧਰਤੀ ਤੇ, ਔਰ ਮੈਂ ਇਸ ਵਾਰੀ ਜਾ ਕੇ ਇਹ ਚੀਜ਼ਾਂ ਸਿੱਖਣੀਆਂ ਨੇ। ਜਿਸ ਤਰ੍ਹਾਂ ਇੱਕ ਬੱਚਾ ਚੂਜ਼ ਕਰਦਾ ਹੈ ਕਿ ਮੈਂ ਇਸ ਸਬਜੈਕਟ ਤੇ ਸਟੱਡੀ ਕਰਨੀ, ਠੀਕ ਹੈ, ਮੈਂ ਡਾਕਟਰੀ ਲੈਣੀ ਹੈ, ਮੈਂ ਇੰਜੀਨੀਅਰਿੰਗ ਲੈਣੀ, ਉਹਨੇ ਚੂਜ਼ ਕੀਤਾ। ਫਿਰ ਉਹਨੂੰ ਘਰ ਦੇ ਅਸੀਂ ਸਮਝਾਉਂਦੇ ਆ ਨਾ ਕਿ ਬਈ ਇਹ ਤੇਰੇ ਕੈਲੀਬਰ ਨਹੀਂ ਹੈ, ਤੂੰ ਨਹੀਂ ਕਰ ਪਾਏਗਾ, ਤੂੰ ਇਹ ਕਰ ਪਾਏਗਾ, ਤੇਰੀ ਇਹ ਸਟਰੈਂਥ ਨਹੀਂ ਹੈ, ਤੇਰੀ ਇਹ ਵੀਕਨੈਸ ਹੈ। ਅਸੀਂ ਸਾਰਾ ਉਹਨੂੰ ਗਾਈਡ ਕਰਨੇ, ਲੇਕਿਨ ਉਹ ਜਿੱਦ ਹੀ ਕਰਦਾ ਕਿ ਨਹੀਂ ਤਾਂ ਮੈਂ ਤੈਅ ਕਰਨਾ। ਐਸੇ ਤਰ੍ਹਾਂ ਉੱਤੇ ਵੀ ਸੋਲ ਕਾਉਂਸਲਿੰਗ ਹੁੰਦੀ ਹੈ ਕਿ ਤੇਰਾ ਜਿਹੜੇ ਮਾਸਟਰ ਨੇ ਐਕਸਪਰਟ ਇਸ ਚੀਜ਼ ਵਿੱਚ, ਉਹ ਸੋਲ ਨੂੰ ਉਹ ਆਪਣਾ ਪਲਾਨ ਲੈ ਕੇ ਜਾਂਦੀ ਹੈ ਕਿ ਮੈਂ ਪਲਾਨ ਬਣਾਇਆ, ਮੈਂ ਸਿੱਖਣਾ, ਔਰ ਮੈਨੂੰ ਤੁਸੀਂ ਦੱਸੋ, ਗਾਈਡ ਕਰੋ। ਫਿਰ ਉਹ ਉਹਨੂੰ ਦੱਸਦੇ ਨੇ ਕਿ ਇਹ ਤੂੰ ਬਹੁਤ ਜ਼ਿਆਦਾ ਲੈ ਲਿਆ, ਇੰਨਾ ਜਾ ਕੇ ਨਹੀਂ ਕਰ ਪਾਏਂਗੀ। ਲੇਕਿਨ ਉਹ ਜਿਸ ਵੇਲੇ ਕਈ ਹੁੰਦਾ ਨਾ, ਇੱਕ ਸੋਲ ਦੀ ਆਪਣੀ ਇੱਕ ਕੁਆਲਿਟੀ ਹੁੰਦੀ, ਉਹ ਕਹਿੰਦੀ ਨਹੀਂ ਮੈਂ ਕਰ ਲਾਂਗੀ। ਜੇ ਤੇ ਉਹ ਸਮਝ ਜਾਂਦੀ ਕਿ ਹਾਂ ਜ਼ਿਆਦਾ ਹੈ, ਉਹ ਚੇਂਜ ਕਰ ਲੈਂਦੀ ਹੈ। ਕਈ ਵਾਰੀ ਕੋਈ ਸੋਲ ਜਿੱਦ ਕਰਦੀ, ਨਹੀਂ ਮੈਂ ਤੇ ਇਹੀ ਕਰਨਾ, ਫਿਰ ਉਹਨੂੰ ਦੱਸਦੇ ਨੇ ਕਿ ਜੋ ਤੂੰ ਸਿੱਖਣਾ ਹੈ, ਇਸ ਹਿਸਾਬ ਨਾਲ ਤੈਨੂੰ ਇਹੋ ਜਿਹੇ ਪੇਰੈਂਟਸ ਚਾਹੀਦੇ ਨੇ, ਇਹੋ ਜਿਹੀ ਫੈਮਿਲੀ ਚਾਹੀਦੀ ਹੈ। ਫਿਰ ਉਹ ਉਹਨੂੰ ਦਿਖਾਉਂਦੇ ਨੇ, ਫਿਰ ਉਹ ਉਹਨਾਂ ਬੰਦਿਆਂ ਜਿਹੜੇ ਨਾਲ ਉਹਨੇ ਸਿੱਖਣਾ ਹੈ, ਜਿਹਦੇ ਨਾਲ ਉਹਨਾਂ ਦਾ ਕਨੈਕਸ਼ਨ ਹੈ, ਫਿਰ ਉਹ ਕਾਉਂਸਲ ਉਹਨਾਂ ਨੂੰ, ਉਹਨਾਂ ਦੀ ਸੋਲਸ ਨੂੰ ਬੁਲਾਉਂਦੀ ਕਿ ਤੁਸੀਂ ਐਗਰੀ ਕਰਦੇ ਹੋ ਕਿ ਇਹਦੇ ਨਾਲ ਤੁਸੀਂ ਇਹ ਚੀਜ਼, ਇਹ ਰੋਲ ਪਲੇ ਕਰੋਗੇ ਕਿ ਤੁਸੀਂ ਜਾ ਕੇ ਤੁਸੀਂ ਇਹਦੇ ਮਾਤਾ ਬਣੋਗੇ, ਇਹਦੇ ਪਿਤਾ ਬਣੋਗੇ, ਇਹਦੇ ਬੱਚੇ ਬਣੋਗੇ, ਤੁਸੀਂ ਇਹ ਸਭ ਕਰੋਗੇ। ਉਹ ਫਿਰ ਸਾਰੇ ਐਗਰੀਮੈਂਟ ਹੁੰਦਾ, ਐਗਰੀ ਕਰਦੇ ਨੇ ਕਿ ਹਾਂ ਮੈਂ ਰੋਲ ਕਰਾਂਗਾ ਜਾਂ ਮੈਂ ਨਹੀਂ ਕਰਾਂਗਾ, ਜਾਂ ਮੈਂ ਫਰੈਂਡ ਦਾ ਰੋਲ ਕਰਾਂਗਾ, ਮੈਂ ਦੁਸ਼ਮਣ ਦਾ ਰੋਲ ਕਰਾਂਗਾ। ਉਹ ਸਭ ਉਹ ਪਲਾਨ ਜਿਹੜਾ ਪਰਫੈਕਟਲੀ ਬਣ ਕੇ ਫਿਰ ਉਹ ਗਰੁੱਪ ਸੋਲ, ਹੁਣ ਮੰਨ ਲਓ ਪੇਰੈਂਟਸ ਨੇ, ਪੇਰੈਂਟਸ ਪਹਿਲੇ ਆ ਗਏ, ਬੱਚੇ ਬਾਅਦ ਚੋਂ ਆਏ, ਗ੍ਰੈਂਡ ਪੇਰੈਂਟਸ ਹੋਰ ਬਾਅਦ ਚੋਂ ਆਏ। ਇਹ ਸਾਰੀਆਂ ਚੀਜ਼ਾਂ ਪਾਰਟ ਆਫ ਪਲਾਨ ਹੁੰਦੀਆਂ ਨੇ। ਜਿਸ ਤਰ੍ਹਾਂ ਅਸੀਂ ਘਰ ਬਣਾਉਣਾ ਹੈ, ਪਹਿਲੇ ਤੇ ਸਾਨੂੰ ਥਾਟ ਆਉਂਦਾ ਕਿ ਅਸੀਂ ਘਰ ਬਣਾਉਣਾ ਹੈ, ਫਿਰ ਅਸੀਂ ਉਹਨੂੰ ਸਾਨੂੰ ਦਿਮਾਗ ਚ ਆਉਂਦਾ ਕਿ ਸਾਨੂੰ ਘਰ ਚਾਹੀਦਾ ਕਿਸ ਤਰ੍ਹਾਂ ਦਾ, ਮੇਰਾ ਘਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਫਿਰ ਉਹ ਉਸ ਤਰ੍ਹਾਂ ਦਾ ਅਸੀਂ ਮਟੀਰੀਅਲ ਇਕੱਠਾ ਕਰਨੇ ਆ, ਉਸ ਤਰ੍ਹਾਂ ਦੇ ਅਸੀਂ ਬੰਦੇ ਇਕੱਠੇ ਕਰਨੇ ਆ, ਫਿਰ ਉਹ ਹੌਲੀ ਹੌਲੀ ਉਹ ਐਗਜ਼ੀਕਿਊਟ ਪਲਾਨ ਹੁੰਦਾ। ਸੇਮ ਉਹੀ ਪ੍ਰੋਸੈਸ ਹੈ ਕਿ ਸੋਲ ਵੀ ਹੌਲੀ ਹੌਲੀ ਉਹ ਸਭ ਚੀਜ਼ਾਂ ਲੈ ਕੇ ਆਉਂਦੀ। ਔਰ ਕਈ ਵਾਰੀ ਮੰਨ ਲਓ ਕਿ ਕੋਈ ਪਲਾਨ ਉਹ ਥੱਲੇ ਆਈ ਔਰ ਉਹਨੂੰ ਲੱਗਾ ਕਿ ਇਸ ਬੰਦੇ ਨਾਲ ਮੈਂ ਨਹੀਂ ਕਰ ਸਕਦੀ, ਇਹ ਬੰਦਾ ਬਹੁਤ ਹੀ ਮੈਨੂੰ ਪਰੇਸ਼ਾਨ ਕਰ ਰਿਹਾ, ਜਾਂ ਮੈਨੂੰ ਨਹੀਂ ਇਸ ਬੰਦੇ ਨਾਲ ਦੁਬਾਰਾ ਆਣਾ, ਤੇ ਉਹ ਪਹਿਲੇ ਹੀ ਉਹਦੇ ਪਹਿਲੀ ਵਾਰੀ ਚ ਉਹਨੂੰ ਸਮਝ ਆ ਜਾਂਦੀ। ਲੇਕਿਨ ਮੋਸਟਲੀ ਇੰਜ ਹੀ ਹੁੰਦਾ ਕਿ ਉਸੇ ਗਰੁੱਪ ਵਿੱਚ ਸੋਲ ਬਾਰ-ਬਾਰ ਆਉਂਦੀ ਹੈ। ਅੱਛਾ, ਮਤਲਬ ਪੁੱਤਰ ਬਣ ਕੇ, ਧੀ ਓਕੇ ਬਣ ਕੇ, ਓਕੇ ਭੈਣ ਓਕੇ ਬਣ ਕੇ, ਓਕੇ ਭਰਾ ਬਣ ਕੇ, ਕਦੀ ਮਾਤਾ ਪਿਤਾ ਉਹ ਬਣ ਗਏ, ਕਦੀ ਮਾਤਾ ਪਿਤਾ ਉਹ ਬਣ ਗਏ, ਰੋਲ ਓਕੇ ਐਕਸਚੇਂਜ ਕਰਕੇ ਸਿੱਖਦੇ ਰਹਿੰਦੇ ਨੇ। ਔਰ ਕਿਉਂਕਿ ਓਕੇ ਉਹ ਫੈਮਿਲੀਅਰ ਹੋ ਜਾਂਦੇ ਨੇ ਨਾ ਇੱਕ ਦੂਜੇ ਨਾਲ, ਕੰਫਰਟ ਹੋ ਜਾਂਦਾ ਉਹਨਾਂ ਨੂੰ, ਤੇ ਫੈਮਿਲੀਅਰ ਹੋ ਜਾਂਦੇ ਨੇ ਇੱਕ ਦੂਜੇ ਨਾਲ। ਤੇ ਉਹ ਫਿਰ ਉਹ ਸੋਲ ਬਹੁਤ ਵੱਡਾ ਟੌਪਿਕ ਹੈ। ਸੋਲ ਗਰੁੱਪ ਹੁੰਦੇ ਨੇ, ਸੋਲ ਫੈਮਲੀਜ਼ ਹੁੰਦੀਆਂ ਨੇ, ਸੋਲ ਕਲੈਨ ਹੁੰਦੇ ਨੇ। ਮਤਲਬ ਅਸੀਂ ਕਈ ਵਾਰੀ ਇੱਕ ਧਰਮ ਵਿੱਚ ਹੀ ਆਉਣਾ ਚਾਹੁੰਦੇ ਹਾਂ, ਕਈ ਵਾਰੀ ਅਸੀਂ ਧਰਮ ਦੂਸਰੇ ਚ ਜਾਣਾ ਚਾਹੁੰਦੇ ਹਾਂ ਕਿ ਅਸੀਂ ਉੱਥੋਂ ਵੀ ਸਿੱਖਣਾ ਹੈ, ਕਈ ਵਾਰੀ ਅਸੀਂ ਬਾਰ-ਬਾਰ ਇੱਕ ਕੰਟਰੀ ਚਾਹੁੰਦੇ ਹਾਂ, ਕਈ ਵਾਰੀ ਅਸੀਂ ਬਾਹਰ ਦੀ ਕੰਟਰੀ ਚਾਹੁੰਦੇ ਹਾਂ ਕਿ ਅਸੀਂ ਉੱਥੇ ਵੀ ਸਿੱਖਣਾ। ਇਹ ਸਾਰਾ ਜਿਸ ਤਰ੍ਹਾਂ ਇੱਥੇ ਦੁਨੀਆ ਵਿੱਚ ਅਸੀਂ ਸਿੱਖਣੇ ਦਾ ਇੱਕ ਸਾਡਾ ਐਜੂਕੇਸ਼ਨ ਸਿਸਟਮ ਹੈ ਨਾ, ਐਸੇ ਤਰ੍ਹਾਂ ਇਹ ਵੀ ਸੋਲ ਲਈ ਐਜੂਕੇਸ਼ਨ ਸਿਸਟਮ ਹੈ। ਤੇ ਉਹ ਹਰ ਚੀਜ਼ ਪਲਾਨ ਕਰਕੇ ਆਉਂਦੀ ਹੈ। ਲੇਕਿਨ ਕਈ ਵਾਰੀ ਹੁੰਦਾ ਕਿ ਇੱਥੇ ਆ ਕੇ ਉਹ ਪਲਾਨ ਵਿੱਚ ਉਹਦੀ ਫ੍ਰੀ ਵਿਲ ਹੈ ਕਿ ਉਹਨੇ ਦੇਖਿਆ ਕਿ ਇਸ ਬੰਦੇ ਨਾਲ ਤੇ ਮੇਰਾ ਐਡਜਸਟਮੈਂਟ ਨਹੀਂ ਹੋ ਸਕਦਾ, ਜਾਂ ਇਹਦੀ ਮੇਰੀ એનર્ਜੀ ਮੈਚ ਨਹੀਂ ਕਰ ਰਹੀ, ਤੇ ਫਿਰ ਉਹਦੀ ਫ੍ਰੀ ਵਿਲ ਹੈ ਕਿ ਉਹ ਮੰਨ ਲਓ ਜਿਸ ਤਰ੍ਹਾਂ ਦੋ ਬੰਦਿਆਂ ਦੀ ਫਰੈਂਡਸ਼ਿਪ ਹੋਈ,
ਉਹ ਉਹਨਾਂ ਦਾ ਅੰਗੇਜਮੈਂਟ ਵੀ ਹੋ ਗਿਆ, ਉਹਨਾਂ ਨੂੰ ਲੱਗਾ ਕਿ ਨਹੀਂ ਅਸੀਂ ਇਕੱਠੇ ਰਹਿਣਾ, ਅਸੀਂ ਵਿਆਹ ਕਰਾਣਾ ਹੈ। ਲੇਕਿਨ ਇੱਕ ਸੋਲ ਨੂੰ ਇੱਕ ਅੰਦਰੋਂ ਸੋਲ ਦਾ ਤੇ ਨਹੀਂ ਪਤਾ ਨਾ ਉਸ ਟਾਈਮ, ਉਹਨੂੰ ਅੰਦਰੋਂ ਹੀ ਲੱਗਦਾ ਕਿ ਨਹੀਂ ਇਹਦੇ ਮੇਰੀ ਸੈਟਿੰਗ ਨਹੀਂ ਹੋ ਸਕਦੀ, ਇਹਦੇ ਮੇਰਾ ਸੁਭਾਅ ਨਹੀਂ ਮਿਲਦਾ, ਤੇ ਫਿਰ ਦੇਖੋ ਤੁਸੀਂ ਉਹ ਰਿਸ਼ਤੇ ਹੋ ਕੇ ਵੀ ਟੁੱਟ ਜਾਂਦੇ ਨੇ ਨਾ। ਉਹ ਸੋਲ ਦੀ ਫ੍ਰੀ ਵਿਲ ਹੁੰਦੀ ਹੈ ਕਿ ਉਹਨੇ ਅੱਗੇ ਵਧਣਾ ਨਹੀਂ ਵਧਣਾ। ਅਗਰ ਉਹਨੂੰ ਲੱਗਦਾ ਹੈ ਕਿ ਇਹਦੇ ਨਾਲ ਮਿਲ ਕੇ ਮੈਂ ਕੁਝ ਸਿੱਖ ਨਹੀਂ ਸਕਦੀ ਜਾਂ ਇਹਦੀ ਮੇਰੀ એનર્ਜੀ ਨਹੀਂ ਮੈਚ ਕਰ ਰਹੀ, ਤੇ ਉਹ ਸੋਲ ਫਿਰ ਉਹ ਕੰਟਰੈਕਟ ਉਹਦੇ ਚੋਂ ਬਾਹਰ ਨਿਕਲਣਾ ਵੀ ਉਹਦੀ ਫ੍ਰੀ ਵਿਲ ਹੁੰਦੀ ਕਿ ਮੈਂ ਅੱਗੇ ਵਧਣਾ ਕਿ ਨਹੀਂ ਵਧਣਾ। ਇਸ ਲਈ ਜਿਸ ਤਰ੍ਹਾਂ ਮੰਨ ਲਓ ਅਸੀਂ ਘਰ ਬਣਾਇਆ ਤੇ ਮੇਰੇ ਖਿਆਲ 20 ਜਾਂ 25% ਸਾਨੂੰ ਫ੍ਰੀ ਵਿਲ ਹੁੰਦੀ ਹੈ ਕਿ ਅਸੀਂ ਉਹਨੂੰ ਐਕਸਟੈਂਡ ਕਰ ਸਕਦੇ ਹਾਂ। ਮੰਨ ਲਓ ਕਿਚਨ ਅਸੀਂ ਪਹਿਲੇ ਸੈਂਕਸ਼ਨ ਪਲਾਨ ਵਿੱਚ ਅਸੀਂ ਸੋਚਿਆ ਇੱਥੇ ਬਣਾਣੀ ਹੈ, ਲੇਕਿਨ ਬਾਅਦ ਚ ਸਾਨੂੰ ਲੱਗਾ ਕਿ ਇੱਥੇ ਠੀਕ ਨਹੀਂ, ਇੱਥੇ ਵੇ, ਤੇ ਉਹ 20% ਅਸੀਂ ਇੱਧਰ ਉੱਧਰ ਫੇਰ ਬਦਲ ਕਰ ਸਕਦੇ ਹਾਂ। ਉਹਦੇ ਵਾਸਤੇ ਸਾਨੂੰ ਗਵਰਨਮੈਂਟ ਵੀ ਨਹੀਂ ਪੁੱਛਦੀ ਕਿ ਤੁਸੀਂ ਕਿਉਂ ਪਲਾਨ ਚੇਂਜ ਕੀਤਾ, ਲੇਕਿਨ ਅਸੀਂ ਪੂਰਾ ਪਲਾਨ ਨਹੀਂ ਚੇਂਜ ਕਰ ਸਕਦੇ। ਉਹ ਜਿਹੜੀ ਫ੍ਰੀ ਵਿਲ ਹੈ 10% ਸੋਲ ਦੀ, ਉਹਦੇ ਹਿਸਾਬ ਨਾਲ ਉਹ ਸਪੌਂਟੇਨੀਅਸਲੀ ਡਿਸੀਜਨ ਲੈਣ ਦੀ ਉਹਦੇ ਕੋਲ ਪਾਵਰ ਹੈ। ਓਕੇ, ਥੈਂਕ ਯੂ ਮੈਮ, ਥੈਂਕ ਯੂ ਬਹੁਤ। ਐਕਚੁਅਲੀ ਇਹ ਟੌਪਿਕ ਬਹੁਤ ਹੀ ਜ਼ਿਆਦਾ ਵਾਸਟ ਹੈ, ਬਹੁਤ ਜ਼ਿਆਦਾ ਗੂੜਾ ਡੂੰਘਾ ਟੌਪਿਕ ਹੈ, ਤੇ ਇਹਦੇ ਤੇ ਅਸੀਂ ਮੈਂ ਰਿਕੁਐਸਟ ਕਰਾਂਗਾ ਕਿ ਇਸ ਟੌਪਿਕ ਦੇ ਉੱਤੇ ਫਿਰ ਤੁਸੀਂ ਸੋਲ ਪਲੈਨਿੰਗ ਦੇ ਉੱਤੇ, ਜਿਹੜੀ ਸੋਲ ਪਲੈਨਿੰਗ ਹੈ ਇਸ ਦੇ ਉੱਤੇ ਫਿਰ ਤੁਸੀਂ ਆਪਣੀ 1-2 ਹਫ਼ਤੇ ਨੂੰ ਇੱਕ ਵਰਕਸ਼ਾਪ ਫਿਰ ਰੱਖਿਓ, ਤਾਂ ਕਿ ਸਾਡਾ ਇਹ ਕੰਸੈਪਟ ਹੋਰ ਕਲੀਅਰ ਹੋਵੇ। ਵੈਸੇ ਤੇ ਅੱਜ ਕੁਐਸਚਨ ਆਨਸਰ 'ਚ ਕਾਫੀ ਜ਼ਿਆਦਾ ਕਲੀਅਰਿਟੀ ਆ ਰਹੀ ਹੈ, ਕਿਉਂਕਿ ਕੁਐਸਚਨ ਆਨਸਰ ਦੇ ਨਾਲ ਹੀ ਥੋੜਾ ਸੈੱਟ ਬੈਠ ਕੇ ਤੇ ਸਾਨੂੰ ਯਾਦ ਰਹਿ ਰਿਹਾ। ਤੇ ਹੁਣ ਐਕਚੁਅਲੀ ਕੁਐਸਚਨ ਆਨਸਰ ਅੱਗੇ ਚੱਲਦੇ ਹੋਏ ਅਸੀਂ ਵੀਨਾ ਜੀ ਫਰਮ ਬਠਿੰਡਾ। ਹਾਂਜੀ ਵੀਨਾ ਜੀ, ਤੁਸੀਂ ਅਨਮਿਊਟ ਕਰੋ ਤੁਹਾਡਾ ਕੁਐਸਚਨ ਜੀ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ। ਠੀਕ ਹੈ। ਹਾਂਜੀ ਮੈਡਮ, ਜਿਸ ਤਰ੍ਹਾਂ ਪਰਿਵਾਰ ਦੇ ਵਿੱਚ ਜਨਮ ਲੈਂਦਾ ਬੰਦਾ, ਅਸੀਂ 4 ਭੈਣ ਭਰਾ, ਤੇ ਸਾਰੇ ਭੈਣ ਭਰਾ ਨੇ ਸੁਖ ਆਰਾਮ ਦੇਖਿਆ ਮਾਂ ਬਾਪ ਦਾ, ਤਾਂ ਮੇਰੇ ਕਿਸਮਤ ਦੇ ਵਿੱਚ ਜੈਸੇ ਮੈਂ ਸੋਚਦੀ ਕਿ ਮੇਰੇ ਮਦਰ ਦੀ ਡੈਥ ਹੋ ਗਈ, ਮੈਂ 10 ਸਾਲ ਦੀ ਸੀ, ਤਾਂ ਮੇਰੇ ਕੋ ਉਹਨਾਂ ਦਾ ਪਿਆਰ ਨਹੀਂ ਮਿਲਿਆ, ਤਾਂ ਇਸ 'ਚ ਮੇਰੀ ਕਮੀ ਹੈ ਜਾਂ ਉਹ ਕਮੀ ਮਾਂ ਨਹੀਂ ਕੀ ਹੈ, ਕਮੀ ਸੀ ਜੋ ਮੇਰੇ? ਕੋਈ ਕਮੀ ਹਾਂਜੀ ਨਹੀਂ ਹੈ, ਕੋਈ ਹਾਂਜੀ ਕਮੀ ਨਹੀਂ ਹੈ। ਹਾਂਜੀ ਤੁਸੀਂ ਉਹ ਸਿੱਖਣ ਲਈ, ਤੁਸੀਂ ਪਰਿਵਾਰ 'ਚ ਵੱਡੇ ਹੋ? नहीं, मैं सब तो छोटी हैं जी, सारे तो छोटी हैं। मेरे ब्रदर और मैं 20 साल का फर्क है। उनकी शादी भी हुई थी, तो मेरे मदर को कैंसर हो गया था, तो जैसे मेरे को माँ का प्यार नहीं मिला। जब मेरी शादी हुई तो 20 दिन के बाद मेरे फादर भी चले गए, उनका भी मतलब प्यार नहीं मिला। तो ये है कि इसमें मतलब पिछले जन्म का क्या संबंध है, क्योंकि 3 बहन भाई को तो सब कुछ मिला और मेरे को कुछ नहीं मिला। परमात्मा की कृपा से अब मैं अपने घर में बहुत खुश हूँ, सब कुछ है वाहिगुरु का दिता हुआ। पर जो माँ बाप की कमी है ना, उसमें क्या अंतर भी मेरे में कोई पिछले जन्म का था, माँ बाप का नहीं मिल सका, या क्या है इसमें, इसके बारे में थोड़ा सा समझाइए। आपको ध्यान करते हुए कितना टाइम हुआ? 2 महीने हो गए मैडम। अभी आप ध्यान करो। अच्छा ਹਜੇ ਹੋਰ ठीक है। ਧਿਆਨ ਕਰੋ, ਕਿਉਂਕਿ ਹਜੇ अच्छा ਤੁਹਾਨੂੰ ਤੁਸੀਂ ਕੋਈ ਅਜੇ ਇਸ ਤਰ੍ਹਾਂ ਦੇ ਵਰਕਸ਼ਾਪ ਵੀ ਅਟੈਂਡ ਨਹੀਂ ਕੀਤੇ ਹੋਣੇ, ਇਸ ਟੌਪਿਕ हाँ 'ਚ जी, ਗਏ ਨਹੀਂ ਹੋਣੇ ਅਜੇ। ਇਹ जो ਸਭ तो हाँ ਸਾਡੀ जी ਪਲੈਨਿੰਗ ਹੁੰਦੀ ਹੈ। ਅਸੀਂ हाँ जी ਇਸ ਤਰ੍ਹਾਂ ਅਸੀਂ ਉੱਤੋਂ ਹੀ ਇਹ ਕਰਕੇ ਆਉਂਦੇ ਆ ਕਿ ਇਹ हाँ ਹੋਏਗਾ ਸਾਡੇ ਨਾਲ, ਸਾਨੂੰ ਪਤਾ ਹੁੰਦਾ। अच्छा जी ਕੋਈ ठीक है ਇਹ मैडम। ਨਹੀਂ ਕਿ ਸਾਡਾ ਅਚਾਨਕ ਹੋ ਗਿਆ, ਮੇਰੇ ਫਾਦਰ ਚਲੇ ਗਏ ਜਾਂ ਮੇਰੀ ਮਦਰ ਚਲੇ ਗਈ। ਉਹ ਪਲੈਨਿੰਗ ਹੀ ਬੱਚਾ ਉਸ ਤਰ੍ਹਾਂ ਦੀ ਕਰਕੇ ਆਉਂਦਾ ਹੈ ਕਿ ਮੈਨੂੰ ਇਸ हाँ ਚੀਜ਼ ਦੀ जी ਕਮੀ ਇਸ ਜ਼ਿੰਦਗੀ 'ਚ ਮਹਿਸੂਸ ਹੋਏਗੀ, ਤਾਂ ਕਿ हाँ जी ਅਸੀਂ ਉਹ ਜੋ ਕਮੀ ਅਸੀਂ ਮਹਿਸੂਸ ਕਰ ਰਹੇ ਹਾਂ ਨਾ, ਤੇ ਫਿਰ हाँ जी ਅਸੀਂ ਦੂਜਿਆਂ ਨੂੰ ਪਿਆਰ ਵੰਡੀਏ। हाँ जी ਇਹ ਜਿਹੜੇ ਦੂਜੇ ਬੱਚੇ ਨੇ ਜਿਨ੍ਹਾਂ ਦੇ ਮਾਂ-ਪਿਓ ਨਹੀਂ ਨੇ, ਫਿਰ ਸਾਨੂੰ ਉਹਨਾਂ ਨਾਲ ਬਹੁਤ ਪਿਆਰ ਆ ਜਾਂਦਾ ਹੈ ਕਿ ਅਸੀਂ ਵੱਡੇ ਬਣ ਕੇ ਉਹਨਾਂ ਨੂੰ ਪਿਆਰ ਦਈਏ। ਤੇ ਇਹ ਸਭ ਲੈਸਨ ਸਿੱਖਣ ਵਾਸਤੇ ਸੋਲ ਪਲਾਨ ਕਰਦੇ ਨੇ। ਤੇ हाँ जी ਤੁਸੀਂ ਅਜੇ ਹੋਰ ਧਿਆਨ मैं ਕਰੋ। हाँ जी मैडम, वैसे मैं अपना कोई वो नहीं दस रही कि मैं बहुत, मेरा मन ऐसा है। मेरे अंदर से ही ऐसे लगता है कि जो आदमी को जरूरत पड़ती है ना किसी भी चीज की, मेरे को वो अच्छा लगता है। ऐसे किसी को देख के इग्नोर कर दो, मेरे को वो नहीं अच्छा लगता। तो मेरे मन में ऐसे स्वभाव ही ऐसा है शुरू से कि हर किसी की फालतू में किसी को लड़ाई झगड़ा मत करो, प्यार से रहो। जो आदमी ज्यादा ही थोड़े मतलब पीठ पीछे वार करता है तो वो अलग बात है। ऐसे नहीं कि खाम खा किसी से गल पै जाओ, बस मेरी अच्छी बात आदत है, जैसे ऐसी है। हाँ अच्छी जी, बात। अभी ध्यान करो। थैंक यू मैडम। थैंक यू। ओके थैंक यू ठीक। जी, थैंक यू। हाँ जी वीना जी, हैंड रेज किया, अनम्यूट करो अपना प्लीज क्वेश्चन पुट अप। हाँ जी भैन जी, किस दा फोन आया सीगा। हाँ जी सत श्री वीना अकाल, जी। और की हाल है? ठीक है ठीक है वधिया, तुसीं दसो की हाल चाल है? एक मिनट। वीना जी हाँ जी सत श्री अकाल मैम। हाँ जी,
ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵਿਨਾ ਜੀ। ਹਾਂਜੀ ਮੈਮ, ਮੇਰਾ ਇੱਕ ਕੁਐਸਚਨ ਹੈ ਕਿ ਆਪਣੀ ਲਾਈਫ 'ਚ ਜਿਸ ਤਰ੍ਹਾਂ ਆਪਾਂ ਖੁਦ ਕ੍ਰੀਏਟ ਕਰਕੇ ਆਏ ਹਾਂ, ਜੋ ਚੈਲੰਜਸ ਆ ਰਹੇ ਹੈ, ਇੱਕ ਤੋਂ ਬਾਅਦ ਇੱਕ ਆ ਰਿਹਾ ਹੈ, ਤਾਂ ਉਸ ਦੇ ਵਿੱਚੋਂ ਆਪਾਂ ਨੂੰ ਹੁਣ ਇੱਥੇ ਆ ਕੇ ਪਤਾ ਲੱਗ ਰਿਹਾ ਹੈ ਕਿ ਆਪਣੇ ਇਹ ਚੈਲੰਜ ਹੈ, ਤਾਂ ਉਹਨਾਂ ਚੋਂ ਕਿਸ ਤਰ੍ਹਾਂ ਨਿਕਲਿਆ ਜਾਏ? 1 ਮਿੰਟ ਹੋ प्रश्न। ਹਾਂਜੀ ਹਾਂਜੀ, ਜਿਸ ਤਰ੍ਹਾਂ ਆਪਾਂ ਨੂੰ ਹੁਣ ਧਿਆਨ ਦੇ ਮਾਧਿਅਮ ਰਾਹੀਂ ਇਹ ਪਤਾ ਚੱਲਿਆ ਕਿ ਆਪਣੇ ਸੋਲ ਪਲਾਨ 'ਚ ਆਪਣੇ ਅੱਗੇ ਇਹ ਚੈਲੰਜ ਆਉਣਗੇ ਲਾਈਫ ਦੇ ਵਿੱਚ, ਔਰ ਉਹਨਾਂ ਨੂੰ ਆਪਾਂ ਐਕਸੈਪਟ ਵੀ ਕਰ ਰਹੇ ਹਾਂ, ਤਾਂ ਉਹ ਇੱਕ ਨਿਕਲਦਾ ਦੂਸਰਾ ਆ ਜਾਂਦਾ, ਦੂਸਰਾ ਨਿਕਲਦਾ ਤੀਸਰਾ ਚੈਲੰਜ, ਤਾਂ ਉਹਨਾਂ ਵਿੱਚੋਂ ਕਿਸ ਤਰ੍ਹਾਂ ਨਿਕਲਿਆ ਜਾਏ ਕਿ ਹਰ देखो ਚੈਲੰਜ? ਉਹ ਤੁਹਾਡੀ ਸੋਲ ਨੇ ਪਲਾਨ ਕੀਤਾ, ਤੁਹਾਡੀ ਸੋਲ ਕੋਲ ਉਹਦਾ ਆਨਸਰ ਹੈ। ਪਹਿਲੀ ਗੱਲ ਤੇ ਇਹ ਹੈ ਕਿ ਕੋਈ ਜਾਦੂ ਦੀ ਛੜੀ ਨਹੀਂ ਹੈ ਕਿ ਫਟਾਫਟ ਬਸ ਜਾਦੂ ਦੀ ਛੜੀ ਘੁਮਾਵਾਂਗੇ ਤੇ ਸਭ ਕੁਝ ਠੀਕ ਹੋ ਜਾਏਗਾ। ਕਿਉਂਕਿ ਉਹ ਜਿਹੜਾ ਸਾਡੇ ਤੇ ਟਾਈਮ ਆਂਦਾ ਨਾ, ਅੱਛਾ ਜਾਂ ਬੁਰਾ, ਉਹਦੇ ਅੰਦਰ ਸਾਡੇ ਅੰਦਰ ਜਿਹੜਾ ਅੰਦਰ ਇਮੋਸ਼ਨਲ ਜਿਹੜਾ ਸੰਘਰਸ਼ ਚੱਲਦਾ ਨਾ, ਉਤਾਰ ਚੜਾव, ਦੁੱਖ ਸੁੱਖ, ਨਫ਼ਰਤ, ਗੁੱਸਾ, ਪਿਆਰ, ਸਭ ਸਭ ਅੰਦਰ ਇੱਕ ਮੈਸਅਪ ਹੋ ਜਾਂਦਾ, ਸਭ ਕੁਝ ਮਿਲ ਜਾਂਦਾ ਔਰ ਸਾਰਾ ਸਾਨੂੰ ਸਪਿਰਚੁਅਲ ਨੌਲੇਜ ਵੀ ਪਤਾ ਹੈ, ਲੇਕਿਨ ਉਹ ਅਸੀਂ ਇੰਨਾ ਉਸ ਟਾਈਮ ਤੇ ਉਹਦੇ ਚ ਫਸ ਜਾਂਦੇ ਆ ਨਾ, ਸਾਨੂੰ ਨਿਕਲਣੇ ਦਾ ਰਸਤਾ ਨਹੀਂ ਮਿਲਦਾ। ਉਹ ਜੋ ਸਾਡੇ ਅੰਦਰ ਸੰਘਰਸ਼ ਚੱਲਦਾ ਨਾ ਉਹਨਾਂ ਚੀਜ਼ਾਂ ਨੂੰ ਲੈ ਕੇ, ਅਸਲੀ ਸਾਡਾ ਐਕਸਪੀਰੀਅੰਸ ਉਹੀ ਹੁੰਦਾ। ਅਗਰ ਸਾਡੇ ਅੰਦਰ ਸੰਘਰਸ਼ ਨਾ ਚੱਲੇ ਔਰ ਅਸੀਂ ਇੱਕ ਸਿੱਟੇ ਤੇ ਇੱਕ ਨਤੀਜੇ ਤੇ ਨਾ ਪਹੁੰਚੀਏ ਉਹਦੇ ਬਾਅਦ ਕਿ ਵੀ ਇਹ ਇੱਥੋਂ ਮੈਂ ਸਿੱਖਿਆ ਜਾਂ ਇਹ ਹੋਇਆ, ਤਦ ਤੱਕ ਉਹ ਸਾਡੀ ਜਿਹੜਾ ਕਹਿੰਦੇ ਨਾ ਉਹ ਟ੍ਰੇਨਿੰਗ ਨਹੀਂ ਹੁੰਦੀ। ਕਿ ਹੁਣ ਅਸੀਂ ਅਗਰ ਮੰਨ ਲਓ ਸਾਨੂੰ ਕੁਝ ਮਹਿਸੂਸ ਹੀ ਨਹੀਂ ਹੋ ਰਿਹਾ, ਦੁੱਖ ਨਹੀਂ ਹੋ ਰਿਹਾ, ਕਿਸੇ ਨੇ ਕੁਝ ਵੀ ਕਹਿਤਾ ਸਾਨੂੰ ਦੁੱਖ ਨਹੀਂ ਹੋ ਰਿਹਾ, ਅਸੀਂ ਆਈ ਗਈ ਕਰ ਰਹੇ ਹਾਂ, ਹਰ ਗੱਲ ਆਈ ਗਈ ਕਰ ਰਹੇ ਹਾਂ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਕੋਈ ਮਾਰੇ ਤਾਂ ਵੀ ਫਰਕ ਨਹੀਂ ਪੈਂਦਾ, ਫਿਰ ਅਸੀਂ ਪੱਥਰ ਹੋ ਗਏ ਨਾ। ਹਿਊਮਨ ਲਾਈਫ ਵਿੱਚ ਇਮੋਸ਼ਨਸ ਨੇ, ਇਮੋਸ਼ਨਸ ਦਾ ਹੀ ਰੋਲ ਹੈ। ਉਹ ਫੀਲਿੰਗ ਔਰ ਇਮੋਸ਼ਨਸ ਆਤਮਾ ਦੀ ਖੁਰਾਕ ਹੈ, ਉਹਦੇ ਐਕਸਪੀਰੀਅੰਸ ਨਾਲ ਉਹ ਸਿੱਖਦੀ ਹੈ। ਤੇ ਇਸ ਵਾਸਤੇ ਜੋ ਵੀ ਤੁਹਾਨੂੰ ਲਾਈਫ ਵਿੱਚ ਚੈਲੰਜ ਆ ਰਿਹਾ, ਜੋ ਵੀ ਹੋ ਰਿਹਾ, ਉਹਨੂੰ ਫੀਲ ਕਰਨਾ, ਉਹਨੂੰ ਅਨੁਭਵ ਕਰਨਾ, ਉਹਦੇ ਵਿੱਚੋਂ ਉਤਰਦੇ ਗਿਰਦੇ ਪੜਦੇ ਸਿੱਖਣਾ, ਤੇ ਉਹ ਆਪਣੇ ਆਪ ਨੂੰ ਬਲਕਿ ਸ਼ਾਬਾਸ਼ ਦੇਣਾ ਕਿ ਮੈਂ ਇੰਨੇ ਵੱਡੇ ਵੱਡੇ ਚੈਲੰਜ ਲੈ ਕੇ ਆਈ, ਆਈ ਐਮ ਅ ਵੈਰੀ ਪਾਵਰਫੁਲ ਸੋਲ, ਥੈਂਕ ਯੂ ਵੈਰੀ ਮਚ ਕਿ ਇੰਨਾ ਵੱਡਾ ਚੈਲੰਜ ਲੈ ਕੇ ਆਈ ਹਾਂ। ਠੀਕ ਹੈ, ਮੈਂ ਇਹਦੇ ਚੋਂ ਵੀ ਸਿੱਖਾਂਗੀ ਕਿਉਂਕਿ ਮੇਰੀ ਸੋਲ ਨੂੰ ਪਤਾ ਹੈ ਕਿ ਇਹਦੇ ਚੋਂ ਨਿਕਲਣਾ ਕਿਸ ਤਰ੍ਹਾਂ ਹੈ। इसलिए ਤੁਸੀਂ ਇਸ ਤਰ੍ਹਾਂ ਦੇ ਆਪਣੇ ਆਪ ਨੂੰ ਅਫਰਮੇਸ਼ਨ ਦਿਓਗੇ ਨਾ ਤਾਂ ਤੁਹਾਨੂੰ ਆਪਣੇ ਆਪ ਉਹਦੇ ਚੋਂ ਨਿਕਲਣ ਦਾ ਰਸਤਾ ਮਿਲ ਜਾਏਗਾ। ਇਹ ਨਾ ਸਮਝੋ ਕਿ ਦੁੱਖ ਹੋਏਗਾ ਤੇ ਦੁੱਖ ਨਹੀਂ ਮਹਿਸੂਸ ਹੋਏਗਾ, ਸੁੱਖ ਹੋਏਗਾ ਤੇ ਹਰ ਚੀਜ਼ ਮਹਿਸੂਸ ਕਰਦੀ ਹੈ ਆਤਮਾ, ਲੇਕਿਨ ਮਨ ਨੂੰ ਥੋੜਾ ਜਿਹਾ ਸਾਈਡ ਕਰਨਾ ਉਹਦੇ ਚ। ਤੇ ਜਿਹੜਾ ਅਸੀਂ ਮੰਥਨ ਮਨ ਨਾਲ ਕਰਦੇ ਰਹਿੰਦੇ ਨਾ, ਉਹ ਵਿਚਾਰ ਚਲਾਉਂਦੇ ਹੀ ਰਹਿੰਦੇ ਆ, ਚਲਾਉਂਦੇ ਹੀ ਰਹਿੰਦੇ ਆ, ਉਹ ਗੱਡੀ ਸਾਨੂੰ ਰੋਕਣੀ ਨਹੀਂ ਆਉਂਦੀ, ਉਹਦੇ ਕਰਕੇ ਸਾਨੂੰ ਜ਼ਿਆਦਾ ਪਰੇਸ਼ਾਨੀ। ਜਿਹੜੀ ਸਾਡੀ ਗੱਡੀ ਨਹੀਂ ਰੁਕਦੀ ਮਨ ਦੀ, ਉਹ ਉਹਨਾਂ ਚੀਜ਼ਾਂ ਨੂੰ, ਉਹ ਜਿਸ ਤਰ੍ਹਾਂ ਕਹਿੰਦੇ ਨਾ ਅੱਗ 'ਚ ਘਿਓ ਪਾਣਾ, ਉਹ ਵਧਾਈ ਜਾਂਦਾ, ਮੇਰੇ ਨਾਲ ਹੀ ਇੰਝ ਹੋਇਆ, ਪਹਿਲੇ ਵੀ ਇੰਝ ਹੋਇਆ, ਹੁਣ ਅਜੇ ਉਹ ਸਾਰੀਆਂ ਗੱਲਾਂ ਨਹੀਂ ਹੋ ਰਹੀਆਂ, ਪਰ ਅਸੀਂ ਪਿੱਛੋਂ ਵੀ ਸਾਰਾ ਜਿਹੜਾ ਬੋਝ ਉਹ ਲੈ ਕੇ ਆ ਜਾਂਦੇ ਆ ਕਿ ਪਹਿਲੇ ਵੀ ਇੰਝ ਇਹਨੇ ਕੀਤਾ, ਇਹ ਕੀਤਾ। ਅਸੀਂ ਇਹ ਨਹੀਂ ਸਮਝਦੇ ਕਿ ਬਈ ਅੱਜ ਮੈਂ ਨਹੀਂ ਸਿੱਖਿਆ, ਇਸ ਕਰਕੇ ਬਾਰ-ਬਾਰ ਇਹ ਚੀਜ਼ਾਂ ਆ ਰਹੀਆਂ ਨੇ। ਮੈਂ ਜੋ ਸਿੱਖਣਾ ਅਜੇ ਮੇਰੀ ਪਕੜ ਵਿੱਚ ਨਹੀਂ ਆ ਰਿਹਾ, ਤਾਂ ਇਹ ਚੀਜ਼ਾਂ ਬਾਰ-ਬਾਰ ਆ ਰਹੀਆਂ ਨੇ। ਤਾਂ ਕਿਹੜੀ ਚੀਜ਼ ਹੈ ਜਿਹੜੀ ਮੈਂ ਸਿੱਖਣੀ ਹੈ, ਕਿਉਂ ਇਹ ਚੈਲੰਜ ਬਾਰ-ਬਾਰ ਆ ਰਹੇ? ਜਿਸ ਦਿਨ ਤੁਹਾਨੂੰ ਉਸ ਚੀਜ਼ ਦੀ ਸਮਝ ਆ ਜਾਏਗੀ, ਔਰ ਇਹਦੇ 'ਚ ਕੋਈ ਘਬਰਾਉਣ ਦੀ ਲੋੜ ਨਹੀਂ ਹੈ, ਕੋਈ ਜਲਦਬਾਜ਼ੀ ਦੀ ਲੋੜ ਨਹੀਂ ਹੈ। ਕਈ ਲੈਸਨ ਵਿੱਚ ਆਤਮਾ ਪੂਰਾ ਜਨਮ ਹੀ ਲੱਗ ਜਾਂਦਾ ਸਿੱਖਣ ਵਿੱਚ, ਬਾਰ-ਬਾਰ ਉਹ ਚੀਜ਼ਾਂ ਆਉਂਦੀਆਂ। ਕਿਉਂਕਿ ਅਗਰ ਸਭ ਕੁਝ ਸਹੀ ਹੈ ਤੇ ਅਸੀਂ ਤਾਂ ਖਾ ਪੀ ਕੇ ਮਜ਼ੇ ਨਾਲ ਸੋ ਜਾਵਾਂਗੇ, ਕਿਉਂਕਿ ਸਿੱਖਾਂਗੇ ਹੀ ਨਹੀਂ। ਉਹ ਬਾਰ-ਬਾਰ ਜਿਹੜੀਆਂ ਚੀਜ਼ਾਂ ਆ ਕੇ ਸਾਡੀ ਆਤਮਾ ਨੂੰ ਝੰਜੋੜਦੀਆਂ ਨੇ, ਤਾਂ ਹੀ ਆਤਮਾ ਸਿੱਖਦੀ ਹੈ। ਔਰ ਜਿਹੜੇ ਮੇਜਰ ਲੈਸਨ ਅਸੀਂ ਆਪਣੀ ਲਾਈਫ ਦੇ ਸਿੱਖਣੇ ਹੁੰਦੇ ਨੇ ਨਾ, ਉਹ ਤਕਰੀਬਨ ਜਿਸ ਤਰ੍ਹਾਂ ਕਹਿੰਦੇ ਨਾ ਉਹ ਜ਼ਿੰਦਗੀ ਭਰ ਨਾਲ ਹੀ ਚੱਲਦੇ ਰਹਿੰਦੇ ਨੇ ਸਾਡੇ, ਬਾਰ-ਬਾਰ ਉਹ ਚੀਜ਼ਾਂ ਆਉਂਦੀਆਂ ਹੀ ਰਹਿੰਦੀਆਂ ਨੇ ਸਾਹਮਣੇ। ਕਿਉਂਕਿ ਖਾਲੀ ਲੈਸਨ ਨਹੀਂ ਸਿੱਖਣੇ ਨਾ, ਅਸੀਂ ਉਸ ਬੰਦੇ ਨਾਲ ਉਹ ਕਾਰਮਿਕ એનર્ਜੀ ਵੀ ਬੈਲੈਂਸ ਕਰਨੀ ਹੈ ਨਾ। ਕਾਰਮਿਕ એનર્ਜੀ, ਜਦ ਤੱਕ ਉਹ એનર્ਜੀ ਬੈਲੈਂਸ ਨਹੀਂ ਹੋਏਗੀ, ਹੁਣ ਮੰਨ ਲਓ ਮੈਂ ਇੱਕ ਬੈਗ ਭਰਿਆ ਹੋਇਆ, ਉਹਦੇ ਵਿੱਚ ਮੇਰੇ ਕੋਲ ਮੰਨ ਲਓ ਕਿ 1000 ਕਿਲੋ weight ਹੈ। ਹੁਣ ਉਹ ਮੈਂ weight ਆਤਮਾ ਨੇ ਇੱਥੇ ਛੋੜ ਕੇ ਜਾਣਾ, ਲੈ ਕੇ ਤੇ ਜਾ ਨਹੀਂ ਸਕਦੀ। ਹੁਣ ਜਦ ਤੱਕ ਉਹ weight ਖਤਮ ਨਹੀਂ ਹੋਏਗਾ, ਤਦ ਤੱਕ ਤੇ ਮੈਨੂੰ ਬੋਝ ਮਹਿਸੂਸ ਹੋਏਗਾ ਹੀ ਨਾ ਉਹਦਾ, ਕਿਉਂਕਿ ਉਹ ਮੈंने ਚੁੱਕਿਆ ਹੋਇਆ। ਤੇ ਜਿਉਂ-ਜਿਉਂ ਉਹ ਹਟਦਾ ਜਾਏਗਾ, ਜਿਉਂ-ਜਿਉਂ ਘਟਦਾ ਜਾਏਗਾ, ਮੈਂ ਹਲਕੀ ਹੁੰਦੀ ਜਾਵਾਂਗੀ। ਲੇਕਿਨ ਅਧਿਆਤਮਿਕ ਟੌਪਿਕਸ ਦੀ ਸਮਝ ਹੋਣੀ ਇਸ ਵਾਸਤੇ ਜ਼ਰੂਰੀ ਹੈ ਕਿ ਤੁਹਾਨੂੰ ਇਹ ਪਤਾ ਚੱਲ ਗਿਆ ਮੇਰਾ ਇਹਦਾ ਕਾਰਮਿਕ ਅਕਾਊਂਟ ਕਲੀਅਰ ਹੋ ਰਿਹਾ। ਇਸ ਲਈ ਬਾਰ-ਬਾਰ ਮੇਰੇ ਸਾਹਮਣੇ ਚੀਜ਼ਾਂ ਆ ਰਹੀਆਂ ਨੇ ਤੇ ਹੁਣ ਤੁਸੀਂ ਕੀ ਕਰਨਾ, ਉਹਦੀ ਬੁਰਾਈ ਨਹੀਂ ਕਰਨੀ।
ਉਹਦੇ ਬਾਰੇ ਚ ਬੁਰਾ ਨਹੀਂ ਸੋਚਣਾ ਬੈਠ ਕੇ, ਪਿਛਲੀਆਂ ਗੱਲਾਂ ਯਾਦ ਕਰ ਕਰਕੇ ਰੋਣਾ ਨਹੀਂ ਹੈ। ਤੁਸੀਂ ਉਸ ਟਾਈਮ ਆਪਣੇ ਆਪ ਨੂੰ ਇਹ ਕਹਿਣਾ ਹੈ ਕਿ ਇੰਨਾ ਜ਼ਿਆਦਾ ਇਹਨੂੰ ਮੈਂ ਕਸ਼ਟ ਦਿੱਤਾ ਹੈ ਜਿਹੜਾ ਮੈਨੂੰ ਅੱਜ ਵਾਪਸ ਮਿਲ ਰਿਹਾ ਹੈ, ਤੇ ਮੈਂ ਇਸ ਆਤਮਾ ਤੋਂ ਮਾਫੀ ਮੰਗ ਰਹੀ ਹਾਂ, ਕਿਉਂਕਿ ਅੱਜ ਜਿਸ ਕਸ਼ਟ ਨੂੰ ਮੈਂ ਮਹਿਸੂਸ ਕਰ ਰਹੀ ਹਾਂ ਇਸ ਕਸ਼ਟ ਨੂੰ ਉਹਨੇ ਮਹਿਸੂਸ ਕੀਤਾ ਪਹਿਲੇ। ਮੈਂ ਇਸ ਆਤਮਾ ਕੋਲੋਂ ਮਾਫੀ ਮੰਗਣੀ ਆ ਔਰ ਮੈਂ ਲੈਸਨ ਸਿੱਖਣੀ ਆ ਕਿ ਕੁਝ ਵੀ ਹੋ ਜਾਏ ਕਿਸੇ ਨੂੰ ਤਕਲੀਫ ਨਹੀਂ ਦੇਣੀ ਚਾਹੀਦੀ, ਨਾ ਫਿਜ਼ੀਕਲੀ ਨਾ ਮੈਂਟਲੀ ਨਾ ਇਮੋਸ਼ਨਲੀ, ਕਿਉਂਕਿ ਮੈਂ ਦਿੱਤੀ ਹੈ ਮੈਨੂੰ ਵਾਪਸ ਆ ਰਹੀ ਹੈ। ਤੇ ਹੌਲੀ ਹੌਲੀ ਤੁਹਾਨੂੰ ਪਤਾ ਚੱਲੇਗਾ ਕਿ ਅਗਰ ਸਿਚੁਏਸ਼ਨ ਨਹੀਂ ਵੀ ਬਦਲਦੀ, ਪਰਸਨ ਨਹੀਂ ਵੀ ਬਦਲਦਾ, ਤੁਹਾਡਾ ਮਨ ਬਦਲ ਜਾਏਗਾ। ਤੁਹਾਨੂੰ ਉਹਨਾਂ ਚੀਜ਼ਾਂ ਦਾ ਅਸਰ ਜਿਹੜਾ ਹੈ ਨਾ ਉਹ ਉਹਨਾਂ ਨਹੀਂ ਹੋਏਗਾ ਜਿੰਨਾ ਤੁਹਾਨੂੰ ਦੁੱਖ ਹੋਏ, ਕਿਉਂਕਿ ਦੁੱਖ ਕਿਉਂ ਹੁੰਦਾ? ਮਨ ਨੂੰ ਦੁੱਖ ਹੁੰਦਾ, ਆਤਮਾ ਨੂੰ ਨਹੀਂ ਹੁੰਦਾ। ਮਨ ਨੂੰ ਹੁੰਦਾ, ਹਾਂਜੀ ਮਨ ਨੂੰ ਦੁੱਖ ਹੁੰਦਾ, ਮਨ ਉਹਨਾਂ ਚੀਜ਼ਾਂ ਨੂੰ ਵਧਾ ਲੈਂਦਾ ਬਹੁਤ ਜ਼ਿਆਦਾ। ਹਾਂਜੀ ਫਿਰ ਆਸ ਪੜੋਸ ਵਾਲੇ ਵੀ ਕਹਿਣਗੇ ਵੇਖਿਆ ਤੇਰੀ ਤਾਂ ਪਰਵਾਹ ਹੀ ਨਹੀਂ ਕਰਦਾ, ਬਸ ਉਹ ਹੋਰ ਕਰਕੇ ਚਲੇ ਜਾਣਗੇ। ਜਦ ਅਸੀਂ ਕਿਸੇ ਨਾਲ ਡਿਸਕਸ ਕਰਾਂਗੇ ਉਹ ਸਾਨੂੰ ਇਹੋ ਜਿਹੀਆਂ ਗੱਲਾਂ ਦੱਸਣਗੇ, ਤੂੰ ਵੀ ਇੰਝ ਹੀ ਕਰ, ਤੂੰ ਵੀ ਨਾ ਇੰਝ ਕਰੀ ਅੱਗੋਂ। ਤੇ ਅਸੀਂ ਉਹਨਾਂ ਚੀਜ਼ਾਂ ਨੂੰ ਮੰਨ ਕੇ ਹੋਰ ਉਹ ਜਿਹੜਾ ਤੇ 1000 ਕਿਲੋ ਘਟਾਣਾ ਸੀ ਉਹਦੀ ਜਗ੍ਹਾ ਤੇ ਅਸੀਂ ਹੋਰ ਪਾ ਲਏ ਪੱਥਰ। ਹਾਂਜੀ ਇਹ ਟੌਪਿਕ ਸਪਿਰਚੁਅਲ ਟੌਪਿਕ ਸਮਝ ਆਉਣ ਨਾਲ ਅਸੀਂ ਫੋਕਸ ਕਰਨੇ ਆ ਕਿ ਇਹਦੇ ਤੋਂ ਮੈਂ ਸਿੱਖਣਾ ਕੀ ਹੈ, ਔਰ ਜੋ ਅੱਜ ਮੇਰੇ ਨਾਲ ਕਸ਼ਟ ਹੋ ਰਿਹਾ, ਜੋ ਇਹ ਮੈਂ ਇਹਨੂੰ ਦਿੱਤਾ ਤੇ ਇਹ ਮੈਂ ਲੈਸਨ ਸਿੱਖਣਾ ਹੈ ਕਿ ਕਦੀ ਵੀ ਕਿਸੇ ਨੂੰ ਵੀ ਕਸ਼ਟ ਨਹੀਂ ਦੇਣਾ ਚਾਹੀਦਾ, ਕਿਉਂਕਿ ਉਹ ਵਾਪਸ ਆਏਗਾ। ਅੱਜ ਪਿਛਲਾ ਦਿੱਤਾ ਅੱਜ ਵਾਪਸ ਆ ਰਿਹਾ, ਅੱਜ ਦਾ ਦਿੱਤਾ ਕੋ ਵਾਪਸ ਆਏਗਾ, ਤੇ ਅੱਜ ਤੇ ਬੰਦ ਕਰ ਦਿੰਦੇ ਨਾ ਤਾਂ ਕਿ ਅੱਗਾ ਠੀਕ ਹੋ ਜਾਏ। ਥੈਂਕ ਯੂ ਵੀਨਾ ਸਵਾਲ ਜੀ, ਹੋਰ ਥੈਂਕ ਸੀ ਯੂ। ਮੈਡਮ, ਇੱਕ ਸਵਾਲ ਹੋਰ ਸੀ। ਹਾਂਜੀ ਜੀ 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 ਜੀ। ਜਿਸ ਤਰ੍ਹਾਂ ਆਪਣੇ ਧਿਆਨ ਦੀ ਯਾਤਰਾ 'ਚ ਆਪਾਂ ਅੱਗੇ ਵਧਦੇ ਜਾ ਰਹੇ ਹਾਂ, ਲੇਕਿਨ ਤੁਹਾਡਾ ਕਹਿਣਾ ਹੈ ਕਿ ਪਰਮਾਤਮਾ ਤੋਂ ਪਰਮਾਤਮਾ ਨੂੰ ਮੰਗੋ, ਲੇਕਿਨ ਕਿਤੇ ਨਾ ਕਿਤੇ ਆ ਕੇ ਫਿਰ ਡਿਜ਼ਾਇਰ ਅੱਗੇ ਖੜ ਜਾਂਦੀ ਹੈ ਕਿ ਮੈਨੂੰ ਆਹ ਚਾਹੀਦਾ ਉਹ ਚਾਹੀਦਾ, ਤਾਂ ਫਿਰ ਆਪਾਂ ਉੱਥੇ ਉਲਝ ਜਾਂਦੇ ਹਾਂ। ਉਸ ਤੋਂ ਕਿਸ ਤਰ੍ਹਾਂ ਨਿਕਲਿਆ ਜਾਏ? ਦੇਖੋ ਇਹਦੇ ਚ ਹੈ ਕਿ ਸਾਡੀ ਛੋਟੀਆਂ ਛੋਟੀਆਂ ਇੱਛਾਵਾਂ, ਸਾਡੀਆਂ ਇੱਛਾਵਾਂ ਛੋਟੀਆਂ ਛੋਟੀਆਂ ਨੇ, ਸਾਨੂੰ ਇਹ ਪਤਾ ਹੀ ਨਹੀਂ ਹੈ ਕਿ ਪਹਿਲੇ ਤੇ ਅਸੀਂ ਆਪ ਪਰਮਾਤਮਾ, ਹਾਂਜੀ ਤੇ ਪਰਮਾਤਮਾ ਨੂੰ ਮੰਗਣਾ ਕਿਹਦੇ ਕੋਲੋਂ ਹੈ? ਅਸੀਂ ਤੇ ਆਪ ਹੀ ਪਰਮਾਤਮਾ। ਲੇਕਿਨ ਅਸੀਂ ਬਹੁਤ ਛੋਟੀਆਂ ਛੋਟੀਆਂ ਇੱਛਾਵਾਂ ਰੱਖੀਆਂ। ਜਿਸ ਦਿਨ ਸਾਨੂੰ ਇਹ ਪਤਾ ਚੱਲ ਗਿਆ ਮੈਂ ਹੀ ਪਰਮਾਤਮਾ, ਤੇ ਉਸ ਦਿਨ ਤੇ ਸਾਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਰਹਿ ਜਾਣੀ। ਸਾਨੂੰ ਤਾਂ ਪਤਾ ਅਸੀਂ ਤੇ ਰਾਜੇ ਹਾਂ, ਅਸੀਂ ਤੇ ਭਿਖਾਰੀ ਹਾਂ ਹੀ ਨਹੀਂ। ਜਦ ਤੱਕ ਸਾਨੂੰ ਉਹ ਚੀਜ਼ ਸਮਝ ਨਹੀਂ ਆ ਰਹੀ ਤਦ ਤੱਕ ਅਸੀਂ ਭਿਖਾਰੀ ਬਣ ਕੇ ਘੁੰਮ ਰਹੇ ਹਾਂ। ਜਿਸ ਵੇਲੇ ਤੁਸੀਂ ਪਰਮਾਤਮਾ ਆਪਣੇ ਉਸ ਰੂਪ ਨੂੰ ਜਾਣਨੇ ਦੀ ਵਾਲੀ ਇੱਛਾ ਰੱਖੋਗੇ ਕਿ ਮੈਂ ਉਹੀ ਆਪਣੇ ਰੂਪ ਨੂੰ ਪਹਿਚਾਨਣਾ, ਮੈਂ ਕੌਣ ਹਾਂ, ਮੈਂ ਉਹਨੂੰ ਪਹਿਚਾਨਣਾ, ਛੋਟੀਆਂ ਛੋਟੀਆਂ ਇੱਛਾਵਾਂ ਤੁਸੀਂ ਨਾ ਵੀ ਰੱਖੋਗੇ ਤਾਂ ਵੀ ਪਰਮਾਤਮਾ ਤੁਹਾਡੀਆਂ ਪੂਰੀਆਂ ਕਰੇਗਾ। ਸਾਨੂੰ ਇਹ ਲੱਗਦਾ ਹੈ ਕਿ ਮੈਂ ਨਹੀਂ ਕਰਾਂਗਾ, ਮੈਂ ਅਗਰ ਨਹੀਂ ਸੋਚਾਂਗਾ ਤੇ ਕਿਸ ਤਰ੍ਹਾਂ ਹੋਏਗਾ। ਸਹੀ ਗੱਲ ਤੇ ਆਵੇ ਕਿ ਅਸੀਂ ਨਹੀਂ ਸੋਚਾਂਗੇ ਤੇ ਜ਼ਿਆਦਾ ਸਹੀ ਹੋ ਜਾਏਗਾ। ਸਾਡੀ ਸੋਚ ਕਰਕੇ ਦਿੱਕਤ ਹੈ, ਇੱਛਾਵਾਂ ਕਰਕੇ ਦਿੱਕਤ ਨਹੀਂ ਹੈ। ਪਤਰੀ ਸਰ ਕਹਿੰਦੇ ਇੱਛਾਵਾਂ ਸਹੀ ਨੇ, ਇੱਛਾਵਾਂ ਗਲਤ ਨਹੀਂ ਨੇ। ਇੱਛਾ ਤੇ ਹੋਣੀ ਚਾਹੀਦੀ, ਇੱਛਾ ਤੋਂ ਬਿਨਾਂ ਤੇ ਜੀਵਨ ਹੀ ਨਹੀਂ ਚੱਲਦਾ। ਮੈਨੂੰ ਕੋਈ ਇੱਛਾ ਹੀ ਨਹੀਂ ਹੈ ਤੇ ਮੈਂ ਕੀ ਕਰਨਾ? ਮੈਂ ਬੈਠਾ ਆਰਾਮ ਨਾਲ, ਮੈਨੂੰ ਕੋਈ ਇੱਛਾ ਹੀ ਨਹੀਂ ਅੱਗੇ ਵਧਣ ਦੀ, ਕਿਸੇ ਚੀਜ਼ ਦੀ ਮੈਨੂੰ ਇੱਛਾ ਹੀ ਨਹੀਂ ਹੈ, ਨਾ ਖਾਣ ਦੀ ਇੱਛਾ, ਨਾ ਪੀਣ ਦੀ ਇੱਛਾ, ਨਾ ਪਾਣ ਦੀ ਇੱਛਾ, ਕੁਝ ਹੈ ਹੀ ਨਹੀਂ, ਇੱਛਾ ਹੀ ਨਹੀਂ ਮੇਰੀ, ਇੱਛਾਵਾਂ ਗਲਤ ਨਹੀਂ ਨੇ, ਸੋਚ ਗਲਤ ਹੈ। ਸੋਚ ਨੂੰ ਠੀਕ ਕਰਨਾ, ਸੋਚ ਨੂੰ ਠੀਕ ਕਰਨਾ। ਔਰ ਜੋ ਸਾਡੀ ਸੋਚ ਠੀਕ ਹੋਏਗੀ ਤੇ ਫਿਰ ਸਾਨੂੰ ਆਪਣੇ ਆਪ ਇਹ ਚੀਜ਼ ਸਮਝ ਆਏਗੀ ਕਿ ਮੰਗਣ ਦੀ ਤੇ ਲੋੜ ਹੀ ਨਹੀਂ। ਜਿਸ ਤਰ੍ਹਾਂ ਮੰਨ ਲਓ ਇੱਕ ਬੱਚਾ ਹੈ, ਬੱਚੇ ਨੂੰ ਪਤਾ ਹੈ ਕਿ ਮੈਂ ਮਾਪਿਓ ਕੋਲੋਂ ਮੰਗਣਾ ਹੈ, ਕਿਉਂਕਿ ਅਜੇ ਉਹਨੂੰ ਉਨੀ ਸਮਝ ਹੈ ਨਾ, ਚਾਕਲੇਟ ਦੇ ਦਿਓ, ਟਾਫੀ ਦੇ ਦਿਓ। ਹੁਣ ਖਾਲੀ ਮਾਪਿਓ ਦੀ ਇੰਨੀ ਔਕਾਤ ਤੇ ਨਹੀਂ ਹੈ ਨਾ ਕਿ ਚਾਕਲੇਟ ਟਾਫੀ ਦੇ ਸਕਦੇ ਨੇ। ਸਭ ਕੁਝ ਬੱਚੇ ਦਾ ਹੀ ਹੈ ਨਾ, ਸਭ ਕੁਝ ਬੱਚੇ ਦਾ ਹੀ ਹੈ, ਲੇਕਿਨ ਬੱਚੇ ਨੂੰ ਇਹ ਚੀਜ਼ ਸਮਝ ਨਹੀਂ ਆ ਰਹੀ ਨਾ ਕਿ ਸਭ ਕੁਝ ਮੇਰਾ ਹੈ। और वो रहा है कि मैंने चॉकलेट ला दो, मैंने टॉफी ला दो, तो मां प्यो लैके दे रहे। लेकिन जो बच्चा ਵੱਡਾ ਹੁੰਦਾ ਉਹਨੂੰ ਪਤਾ ਲੱਗ ਜਾਂਦਾ ਮੈਨੂੰ ਤੇ ਮੰਗਣ ਦੀ ਲੋੜ ਹੀ ਨਹੀਂ, ਮਾਂ ਪਿਓ ਕੋਲ ਸਾਰਾ ਕੁਝ ਤੇ ਮੇਰਾ ਹੀ ਹੈ। ਸਮਝ ਆ ਜਾਂਦੀ ਨਾ ਬੱਚੇ ਨੂੰ, ਮੈਨੂੰ ਮੰਗਣ ਦੀ ਲੋੜ ਹੀ ਨਹੀਂ ਹੈ, ਸਾਰਾ ਕੁਝ ਹੀ ਮੇਰਾ ਹੈ। ਇਹੀ ਆਤਮਾ ਦੀ ਗੱਲ ਹੈ ਕਿ ਉਹ ਪਹਿਲੇ ਇੱਛਾਵਾਂ ਮੰਗਦੀ ਰਹਿੰਦੀ ਹੈ, प्रार्थना करती है, अरदास ऐ हो जाए, ऐ हो जाए, ऐ हो जाए, क्योंकि उन्हें पता ही नहीं है कि सब कुछ मेरा है, सारा ब्रह्मांड मेरे वास्ते परमात्मा ने दिता होया। वो चीज की समझ नहीं है ना, अनुभव नहीं है, ते इस वास्ते ਅਸੀਂ ਮੰਗਨੇ ਆ ਇਹ ਵੀ ਹੋ ਜਾਏ, ਇਹ ਠੀਕ ਹੋ ਜਾਏ, ਉਹ ਠੀਕ ਹੋ ਜਾਏ, ਛੋਟੀਆਂ ਛੋਟੀਆਂ ਚੀਜ਼ਾਂ ਮੰਗਦੇ ਆ। ਲੇਕਿਨ ਜਿਸ ਦਿਨ ਧਿਆਨ ਕਰਦੇ ਕਰਦੇ ਸਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਮੈਨੂੰ ਤੇ ਮੰਗਣ ਦੀ ਲੋੜ ਹੀ ਨਹੀਂ, ਸਭ ਕੁਝ ਤੇ ਮੇਰਾ ਹੀ ਹੈ। परमात्मा ने ਇਹ ਸਾਰੀਆਂ ਸ਼ਕਤੀਆਂ ਮੇਰੀ ਸੇਵਾ ਵਾਸਤੇ ਹਾਜ਼ਰ ਕੀਤੀਆਂ ਹੋਈਆਂ ਨੇ, ਪਵਨ, ਪਾਣੀ, ਅਗਨੀ, ਜੋ ਵੀ ਤੱਤ ਨੇ, और पूरा यूनिवर्स ਤੇ ਮੇਰੀ ਸੇਵਾ ਵਾਸਤੇ ਲੱਗਾ ਹੋਇਆ ਦਿਨ ਰਾਤ, ਤੇ ਮੈਂ ਮੰਗ ਕਿਉਂ ਰਿਹਾ?
ये है हौली हौली सानू समझ आ जाती इच्छावां गलत नहीं ने। थैंक यू वीना जी, थैंक थैंक यू। यू, थैंक यू मैम, थैंक यू थैंक थोड़ा यू जी। अंशुलापुरी जी ने हैंड रेज किया, प्लीज अनम्यूट करो जी। हाँ जी, अनम्यूट नहीं किया। अंशुला जी अनम्यूट, हाँ जी हाँ हाँ जी, जी। हाँ जी, हाँ जी। नमस्ते जी, सत श्री अकाल जी, राम राम जी, सभी को बहुत बहुत थैंक यू जी। इस प्यारी सी सोल फैमिली से बात करने का मौका मिल गया है, मैं बहुत लकी हूँ, बहुत ज्यादा लकी हूँ। जैसे मैम, मैं एक बात पूछना चाहती थी। मैं बड़े सारे ये अटेंड किए हैं, JTTP वगैरह भी किए हैं। वो उसमें जब कहते हैं ना विजुलाइज करो कुछ, तो मेरे से ना कुछ इमेजिन या विजुलाइज नहीं होता है। मतलब जो चीज मैंने देखी हुई है मैं उसको इमेजिन कर पाती हूँ, जो चीज मैंने नहीं देखी वो मेरे से इमेजिन नहीं हो पाती है। फिर मैंने सोचा कि मैं अब अपने आप ही ध्यान करूंगी, मतलब मुझे कोई गाइड नहीं करेगा, थोड़े दिन मैं वैसे करके देखती हूँ। तो मैं वैसे बैठी हूँ, तो थोड़े दिन बैठी हूँ, आज मैंने आपका अटेंड किया। तो आज भी मतलब बिना म्यूजिक के था, गाइडेड मेडिटेशन नहीं थी। तो बीच बीच में ना जैसे मैं, कभी मेरा ध्यान चला जाता है कोई भगवान की धुन पे चला जाता है, जो कि मैं सारा दिन सुनती रही हूँ, मेरा उसमें मन लग जाता है। तो कभी वाहिगुरु जी के नाम पे मतलब अंदर बड़ी अच्छी फीलिंग दिल को आती है। फिर मेरे को लगता है कि मतलब मेडिटेशन में तो हमें सिर्फ विचारों पे जाना ही नहीं है, चाहे भगवान का स्वरूप हो, चाहे कोई धुन हो, हमें तो बिल्कुल अपने सांस पे ध्यान देना है। तो फिर मैं फिर सांस पे आती हूँ। मुझे बताओ कि क्या मेरा चल रहा है, ठीक से चल रहा है? मुझे अच्छी फीलिंग आती है जब मेरे अंदर कोई धुन चलनी फील होनी शुरू हो जाती है, या कुछ स्वरूप पे या किसी भगवान के नाम पे ध्यान, सारे भगवान को याद करती हूँ, ये नहीं कि खास पर्टिकुलर। हाँ, जिनको रोज देखती हूँ या मतलब जो शुरू से मानती आ रही हूँ वो भी याद आते हैं, उनका स्वरूप याद आता है। क्या मैं सही चल रही हूँ? क्योंकि विचार शून्य, वो तो विचार शून्य स्थिति नहीं होती है ना वो फिर भी। देखो ये चीजें सब धीरे धीरे प्रैक्टिस से आती है। अब अब आपको किसी ने कहा तो नहीं ना कि आप विजुलाइज मत करो, है ना? अपने आप ही आपको लगा कि नहीं मुझे नहीं करना है, मुझसे नहीं हो रहा है, मुझे खाली ध्यान ही करना है। और ध्यान जब हम करते हैं तो थॉट्स तो आते हैं, अब म्यूजिक के साथ ध्यान करते हैं, बिना म्यूजिक के भी करते हैं। तो जैसे जैसे हम आगे बढ़ते हैं हमें धीरे धीरे अपनी समझ आने लगती है। अगर हम बाहर का ही सुन रहे हैं, पहले बाहर का शोर सुन रहे थे, अब बाहर से हम अच्छी चीजें अगर सुन रहे हैं तो माइंड तो एक्टिव ही है ना। अगर मान लो मैं आपको इंस्ट्रक्शन देना शुरू करूं, कौन सुन रहा है इंस्ट्रक्शन? उन इंस्ट्रक्शंस को फॉलो कौन कर रहा है? मन कर रहा है ना। तो आप तो शून्य हो गए ही नहीं, आप तो मेरी आवाज सुन रहे हो, मेरे इंस्ट्रक्शंस को फॉलो कर रहे हो। ध्यान में हमें विचार शून्य होना है, हाँ ना जी, कोई हाँ जी। स्पिरिचुअल थॉट हो ना कोई मेटीरियलिस्टिक थॉट हो। हमें शून्य अवस्था में जाना है। और शून्य अवस्था में ऐसे नहीं जा सकते ना कि बाहर से आप गाइडेंस लेते रहो, तो आप कैसे शून्य में जाओगे? नहीं जाओगे। आप अगर किसी मंत्र को पकड़े हो, आप तो मंत्र आपसे छूट जाए, आप इतना उसमें खो जाओ कि वो नाम और मंत्र आपसे छूट जाए, तो आप शून्य में चले जाओगे, लेकिन वो तो छूटता नहीं है। तो हम बीच में ही अटके रह जाते हैं। तो इसीलिए जब सांसों के साथ ध्यान करते हैं और जब थॉट आते हैं, बार बार हम सांसों पे आते हैं, तो धीरे धीरे प्रैक्टिस करते करते अपने आप ही विचार घटने शुरू हो जाते हैं। जो कहते हैं ना विचार शून्य अवस्था, ऐसा नहीं है कि हमेशा विचार शून्य ही रहेंगे। बीच बीच में ऐसे मोमेंट आते हैं जब आपको कोई भी थॉट नहीं आता, और उस टाइम हम एनर्जी को गेन करते हैं। और धीरे धीरे जैसे जैसे ध्यान करते हैं वो पीरियड बढ़ने लग जाता ये तो जैसे मैम एक फ्रैक्शन ऑफ सेकंड के लिए कभी मेरे साथ होता है, मुझे साल से ज्यादा हो गया करते हुए। वो मतलब ये है कि विचार फिल्टर जरूर हुए हैं, है। एक बस अच्छे मतलब ये जरूर है कि जो इतने ज्यादा चैलेंजेस लाइफ में आए थे, वो ज्ञान लेकर समझना शुरू हो गई हूँ कि नहीं, जिन्होंने हमारे साथ बुरा किया उनको, मतलब उनको बार बार हमने सोचना नहीं है उनके बारे में, उनको अच्छी फीलिंग से भेजनी है। मतलब सुन के ये ज्ञान तो जरूर हुआ, विचार आप फिल्टर खुद हुए ही हैं। देखो कि एक साल में आपके अंदर चेंज आया। हाँ जी, विचार फिल्टर होते हैं, ये चीज मैंने देखी है धीरे जिंदगी में। धीरे विचार फिल्टर होंगे, फिर कम होंगे, फिर उसके बीच का गैप बढ़ेगा। ये सब चीजें ये होती रहेंगी अपने आप। लेकिन आपको ये जो चीज समझ में आई है कि मुझे अपने अंदर की आवाज सुननी है, खुद से कनेक्ट होना है,
बाहर की किसी भी आवाज से कनेक्ट नहीं होना। धीरे धीरे आप देखोगे कि आप म्यूजिक बहुत अच्छा है, म्यूजिक से कनेक्ट होना चाहिए, लेकिन फिर आप देखोगे कि आपको म्यूजिक की भी जरूरत नहीं है, आप अपने अंदर से म्यूजिक सुनने लग जाते हैं, तो बाहर का म्यूजिक भी छूट जाता है। ये प्रोसेस है, धीरे धीरे आप देखोगे सांस भी छूट जाएगी, सांस की ओर भी ध्यान नहीं रहेगा, आप बस टोटली उस स्थिति में रहोगे कि विचार भी नहीं है और सांस भी बहुत धीरे होगी। ये सब चीजें धीरे धीरे प्रैक्टिस होती है। लेकिन अगर हम किसी भी विचार को पकड़ के बैठे, नहीं नहीं विचार नहीं आना चाहिए, अगर ये भी पकड़ लिया हमने कि विचार नहीं आना चाहिए, तो ये भी एक विचार ही है। नहीं मेरा ध्यान लगना चाहिए, अच्छा ध्यान लगना चाहिए, ये भी विचार है, हमें कुछ सोचना ही नहीं है। तब वो धीरे धीरे प्रैक्टिस करते करते एक भी चीज को अगर हम पकड़ के बैठे, नहीं मुझे एक्सपीरियंस होने चाहिए, उसको तो ऐसा हो रहा है, मुझे क्यों नहीं हो रहा, आज तो मुझे एक्सपीरियंस होना ही चाहिए, तो आपने अभी एक थॉट को पकड़ा हुआ है। तो हमें सब कुछ छोड़ देना है, मंत्र जाप नाम सब कुछ छोड़ देना है। हम स्वयं भगवान हैं, हमने अपने उस स्वरूप को पहचानना। तो जैसे जैसे हमसे बाहर की चीजें छूटती जाएंगी, हम और अंदर गहरे उतरते जाएंगे। एक जैसे मैं मुझे लगता है कि बस कुछ विचार ना करो, कुछ मांगने कोई इच्छा नहीं करनी चाहिए, बस मुझे लगता है कि मेरे अंदर से रोज एक भाव निकलने चाहिए, जो कि मुझे लगता है कि हाँ फिर रियल कनेक्शन फील होता है। क्या वो सही है जी? सब सही है, आत्मा की यात्रा में जो भी हमें करते हैं सब सही है। एक ही चीज गलत है, गलत सोचना नहीं है, ना अपने बारे में ना दूसरों के बारे में, सोच सही रखनी है, अपनी भावनाएं अपने प्रति और दूसरों के प्रति सही रखनी है, ये यही चीज सही है, यही ये करनी है हमें, बाकी सब अपने आप होता रहेगा। ये ज्ञान तो आप लोगों से सच में मिलता रहता है जी। थैंक यू मैम, थैंक यू सो मच। बहुत अच्छे हो आप सब। थैंक यू जी। ਥੈਂਕ ਯੂ ਅੰਸ਼ੁਲਾ ਜੀ, ਥੈਂਕ ਯੂ। ਜੱਸੀ ਮੈਮ, ਹੁਣ ਤੇ ਕਿਸੇ ਦਾ ਵੀ ਹੈਂਡ ਰੇਜ਼ ਨਹੀਂ ਹੋ ਰਿਹਾ, ਤੇ ਮੈਂ ਆਪ ਦਾ ਹੀ ਹੈਂਡ ਰੇਜ਼ ਕਰ ਲੈਂਦਾ। ਤੇ ਇਹ ਦੱਸੋ ਤੁਸੀਂ ਮੈਨੂੰ ਕਿ ਇਹ ਵੀ ਸੋਲ ਪਲਾਨ ਦੇ ਵਿੱਚ ਸੀ ਕਿ ਅਸੀਂ ਸਵੇਰੇ 5:30 ਵਜੇ ਦਾ ਗਰੁੱਪ ਬਣਾਉਣਾ ਹੈ, ਇੱਕ ਗਰੁੱਪ ਬਣੇਗਾ, ਜੱਸੀ ਮੈਮ ਸਾਨੂੰ ਇਹ ਸਾਰਾ ਕੁਝ ਦੱਸਣਗੇ, ਗਗਨ ਮੈਂ ਇਹ ਰਿਸਪੌਂਸਿਬਿਲਿਟੀ ਚੁੱਕੇਗੀ। ਇਜ਼ ਦਿਸ ਮਤਲਬ ਇਹ ਸੋਲ ਪਲਾਨ ਦਾ ਹੀ ਪਾਰਟ ਹੈ? हाँ ए सोल कॉन्ट्रैक्ट है, ਜੇ ਮੈਨੂੰ ਪਤਾ ਚੱਲੇਗਾ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਾਂਗੀ। ਇਹ ਵੀ ਕੰਟਰੈਕਟ ਹੈ, ਨਹੀਂ ਤੇ ਤੁਸੀਂ ਕਿਤੇ ਮੈਂ ਕਿਤੇ, ਕੋਈ ਸਾਡਾ ਕਾਮਨ ਲਿੰਕ ਨਹੀਂ ਹੈ, ਕੋਈ ਕਾਮਨ ਫਰੈਂਡ ਨਹੀਂ ਹੈ, ਕੋਈ ਸਾਡਾ ਰਿਲੇਸ਼ਨ ਕੁਝ ਕਿਸ ਤਰ੍ਹਾਂ ਮਿਲ ਗਿਆ ਸੀ ਦੁਨੀਆ ਦੇ ਇੱਥੇ ਕੋਨੇ ਕੋਨੇ ਤੋਂ। ਯੈਸ। ਇਹ ਸਭ ਅਸੀਂ ਕੰਟਰੈਕਟ ਕਰਕੇ ਆਨੇ। ਸੋ ਮੰਨ ਲਓ ਪਤਰੀ ਸਰ ਨਾਲ ਮੈਂ ਮਿਲੀ, ਕਿਸ ਤਰ੍ਹਾਂ ਮਿਲੀ, ਮੇਰਾ ਕੋਈ ਫਰੈਂਡ ਨਹੀਂ ਹੈ, ਮੈਂ ਸਾਊਥ ਇੰਡੀਆ ਜਾਂਦੀ नहीं कदी, मैं नॉर्थ इंडियन हाँ, मेरा कोई कॉमन फ्रेंड नहीं है, मेरा कोई रिलेटिव उधर नहीं रहता, मैं 40 साल तो प्रचार कर रही, लेकिन मैं ਉਹਨਾਂ ਨੂੰ 2010 ਵਿੱਚ ਹੀ ਕਿਉਂ ਮਿਲੀ, ਕਿਉਂਕਿ ਉਹ ਸਭ ਕੰਟਰੈਕਟ ਸਾਈਨ ਹੁੰਦਾ, ਜਿਸ ਟੈਂਡਰ ਭਰਦੇ ਨੇ ਕੰਟਰੈਕਟ ਸਾਈਨ ਕਰਦੇ ਨੇ, ਸਭ ਕੰਟਰੈਕਟ ਸਾਈਨ ਹੁੰਦੇ ਕਿ ਤੁਸੀਂ ਚੱਲੋ ਇਸ ਟਾਈਮ ਤੇ ਅਸੀਂ ਸਾਰੇ ਇਸ ਜਗ੍ਹਾ ਤੇ ਮਿਲਾਂਗੇ। ਓਕੇ। ਬਹੁਤ ਮਤਲਬ ਤੁਸੀਂ ਇਹ ਸਮਝੋ ਕਿ ਜੋ ਦੁਨੀਆ ਤੇ ਹੋ ਰਿਹਾ ਨਾ ਉਹਦਾ ਰੈਪਲੀਕਾ ਹੈ। ਹੁਣ ਤੁਸੀਂ ਗਏ ਬੈਂਗਲੌਰ, ਤੁਸੀਂ ਮੈਨੂੰ ਫੋਨ ਕੀਤਾ ਕਿ ਮੈਂ ਜਾ ਰਿਹਾ, ਮੈਂ ਪਤਰੀ ਸਰ ਨੂੰ ਮਿਲਣਾ ਚਾਹਨਾ, ਮੈਂ ਉੱਥੇ ਕਿਸੇ ਨੂੰ ਫੋਨ ਕੀਤਾ, ਚੇਨ ਬਣੀ ਨਾ। यस यस। ਇਹ ਸਭ ਕੁਝ ਅਧਿਆਤਮਿਕ ਔਰ ਜੋ ਸੰਸਾਰਿਕ ਅਲੱਗ ਅਲੱਗ ਅਸੀਂ ਮੰਨਨੇ ਅਲੱਗ ਅਲੱਗ ਨਹੀਂ ਹੈ, ਇਹ ਉਹਦੀ ਫੋਟੋਕਾਪੀ ਹੈ। ਜੋ ਇੱਥੇ ਅਸੀਂ ਦੇਖ ਰਹੇ ਹਾਂ ਉੱਤੇ ਵੀ ਇਸ ਤਰ੍ਹਾਂ ਹੀ ਹੁੰਦਾ ਹੈ, ਫੋਟੋਕਾਪੀ ਹੈ। ਜਿਸ ਤਰ੍ਹਾਂ ਅਸੀਂ ਇੱਥੇ ਪਲੈਨਿੰਗ ਕਰਨੇ ਆ, ਜਿਸ ਤਰ੍ਹਾਂ ਅਸੀਂ ਇੱਥੇ ਮੰਨ ਲਓ ਅਸੀਂ ਕਿਸੇ ਸਿਟੀ 'ਚ ਗਏ, ਅਸੀਂ ਘੁੰਮਣ ਗਏ, ਉੱਥੇ ਜਾ ਕੇ ਸਾਡਾ ਮਨ ਨਹੀਂ ਕੀਤਾ ਘੁੰਮਣ ਤੇ, ਅਸੀਂ ਕਮਰੇ 'ਚ ਹੀ ਹੋਟਲ ਤੇ ਬਹਿ ਕੇ ਅਸੀਂ ਆ ਗਏ ਵਾਪਸ। ਫਿਰ ਅਸੀਂ ਵਾਪਸ ਆਏ, ਸਾਨੂੰ ਕਿਸੇ ਨੇ ਦੱਸਿਆ ਅਰੇ ਤੂੰ ਉਹ ਨਹੀਂ ਦੇਖਿਆ, ਉੱਥੇ ਤੇ ਬਹੁਤ ਵਧੀਆ ਸੀ, ਉੱਥੇ ਤੇ ਬਹੁਤ ਵਧੀਆ ਸੀ। ਅਸੀਂ ਕਹ ਰਹੇ ਮੈਨੂੰ ਪਤਾ ਨਹੀਂ ਕੀ ਹੋ ਗਿਆ, ਉੱਥੇ ਜਾ ਕੇ ਮੈਂ ਤਬੀਅਤ ਠੀਕ ਨਹੀਂ ਰਹੀ ਔਰ ਮੈਂ ਹੋਟਲ ਦੇ ਕਮਰੇ 'ਚੋਂ ਬਾਹਰ ਹੀ ਨਹੀਂ ਨਿਕਲਿਆ। ਫਿਰ ਅਸੀਂ ਕਹਿੰਦੇ ਨੇ ਇੱਕ ਵਾਰ ਦੁਬਾਰਾ ਜਾਵਾਂਗੇ, ਹੁਣ ਇਸ ਵਾਰੀ ਮੈਂ ਜ਼ਰੂਰ ਦੇਖ ਕੇ ਆਵਾਂਗਾ। ਹਾਂਜੀ ਹਾਂਜੀ, ਉੱਪਰੋਂ ਸੋਲ ਆਂਦੀ ਮੈਂ ਕਰਾਂਗੀ ਇਹ ਕਰਾਂਗੀ, ਇੱਥੇ ਆ ਕੇ ਕੰਫਰਟ ਜ਼ੋਨ ਤੇ ਰਹਿ ਗਈ, ਉਹ ਮੈਂ ਨਹੀਂ ਕੁਝ ਨਹੀਂ ਸਿੱਖਣਾ। ਫਿਰ ਉੱਪਰ ਜਾ ਕੇ ਜਿਸ ਨੂੰ ਪਤਾ ਲੱਗਦਾ ਅਰੇ ਮੈਂ ਤੇ ਨਾ ਕੁਝ ਸਿੱਖ ਸਕਦੀ ਸੀ, ਮੈਂ ਕਿਉਂ ਨਹੀਂ ਸਿੱਖੀ, ਫਿਰ ਕਹਿੰਦੀ ਮੈਂ ਦੁਬਾਰਾ ਜਾਣੀ, ਮੈਂ ਹੁਣ ਸਿੱਖ ਕੇ ਆਵਾਂਗੀ। ਭੁੱਲਣਾ ਫਿਰ ਯਾਦ ਕਰਨਾ, ਫਿਰ ਭੁੱਲਣਾ ਫਿਰ ਯਾਦ ਕਰਨਾ, ਇਹੀ ਚੱਲਦਾ ਰਹਿੰਦਾ। ਓਕੇ, ਥੈਂਕ ਯੂ ਮੈਮ, ਥੈਂਕ ਯੂ ਕਲੈਰੀਫਿਕੇਸ਼ਨ ਦੇ ਵਾਸਤੇ। ਇੱਕ ਲਾਸਟ ਕੁਐਸਚਨ, ਉਹਦੇ ਬਾਅਦ ਅਸੀਂ ਸਮਾਪਤੀ ਕਰਾਂਗੇ। ਇਹ ਜਿਸ ਤਰ੍ਹਾਂ ਅਸੀਂ ਸੁਣਦੇ ਆਏ ਆ ਸੁਰ ਤੇ ਅਸੁਰ, ਉਹ ਵੀ ਸੋਲ ਆਪੇ ਹੀ ਚੂਜ਼ ਕਰਦੇ ਨੇ, ਤੇ ਫਿਰ ਅਗਰ ਮੈਨੂੰ ਪਤਾ ਹੈ ਤੇ ਮੈਂ ਹਮੇਸ਼ਾ ਰਾਜਸੀ ਸੋਲ ਬਣ ਕੇ ਨਾ ਆਵਾਂ, ਤੇ ਦੇਖੋ ਨਾ ਤੁਸੀਂ ਹੁਣ ਇਸੇ ਹੀ ਸ੍ਰਿਸ਼ਟੀ ਦੇ ਉੱਤੇ
ਕੁਝ ਲੋਕ ਤੇ ਵਿਚਾਰੇ ਆਪਣੀ ਜੀਵਨ ਜੀਣ ਵਾਸਤੇ ਇਤਨੀ ਸਟਰਗਲ ਕਰਦੇ ਨੇ ਤੇ ਕੁਝ ਤੇ ਮਹਿਲ ਮਾੜੀਆਂ ਦੇ ਵਿੱਚ ਇੰਨੇ ਆਨੰਦ ਭੋਗਦੇ ਨੇ, ਹੈਨਾ। ਤੇ ਉਹ ਜੇ ਮੈਨੂੰ ਆਉਣ ਤੋਂ ਪਹਿਲੇ ਪਤਾ ਤੇ ਮੈਂ ਤੇ ਉੱਥੇ ਉਹਨਾਂ ਨੂੰ ਕਹਾਂ ਵੀ ਮੈਨੂੰ ਮਹਿਲ ਮਾੜੀਆਂ 'ਚ ਭੇਜੋ, ਬਸ ਮੈਂ ਉੱਥੇ ਹੀ ਆਪਣਾ ਪਲਾਨ ਐਗਜ਼ੀਕਿਊਟ ਕਰਾਂਗਾ। ਤੁਸੀਂ ਹੁਣ ਮਾਈਂਡ ਨਾਲ ਸੋਚ ਰਹੇ ਹੋ ਨਾ, ਸੋਲ ਦੇ ਲੈਵਲ ਤੇ ਨਾ ਕੋਈ ਅਮੀਰੀ ਹੈ ਨਾ ਕੋਈ ਗਰੀਬੀ ਹੈ, ਉਹਦੇ ਲੈਵਲ ਤੇ ਐਕਸਪੀਰੀਅੰਸ ਹੈ। ਉਹ ਭਿਖਾਰੀ ਬਣਨ ਦਾ ਵੀ ਐਕਸਪੀਰੀਅੰਸ ਲੈਂਦੀ ਹੈ, ਉਹ ਖਾਣੇ ਵਾਸਤੇ ਤੜਪਣੇ ਦਾ ਵੀ ਐਕਸਪੀਰੀਅੰਸ ਲੈਂਦੀ ਹੈ। ਹਰ ਉਹ ਸੋਲ ਦੇ ਲੈਵਲ ਤੇ ਕੋਈ ਨਹੀਂ ਹੈ ਛੋਟਾ ਵੱਡਾ ਬੁਰਾ ਭਲਾ, ਕੁਝ ਨਹੀਂ ਹੈ। ਸੋਲ ਦੇ ਲੈਵਲ ਤੇ ਹਰ ਚੀਜ਼ ਐਕਸਪੀਰੀਅੰਸ ਹੈ। ਸੋਲ ਦੇ ਲੈਵਲ ਤੇ ਸੁੱਖ ਵੀ ਨਹੀਂ ਹੈ ਦੁੱਖ ਵੀ नहीं है, एक्सपीरियंस है सब कुछ शरीर और मन नाल। ਤੇ ਉਹ ਸੋਲ ਹਰ ਤਰ੍ਹਾਂ ਦਾ ਐਕਸਪੀਰੀਅੰਸ ਲੈਣ ਲਈ ਹਰ ਇੱਕ ਉਹਦੇ ਵਿੱਚ ਜਨਮ ਲੈਂਦੀ, ਕਿਉਂਕਿ ਜਿਸਲੇ ਉਹਦੇ ਚ ਅਸੀਂ ਡੁੱਬਨੇ ਆ ਨਾ ਕਿਸੇ ਚੀਜ਼ ਵਿੱਚ, ਤਾਂ ਹੀ ਉਹਦੀ ਸਾਨੂੰ ਸਮਝ ਆਉਂਦੀ ਹੈ। ਦੂਰੋਂ ਦੂਰੋਂ ਦੇਖਣ ਨਾਲ ਨਹੀਂ ਸਮਝ। ਮੰਨ ਲਓ ਅਸੀਂ ਕਿਤਾਬਾਂ ਕਿੰਨੀਆਂ ਵੀ ਪੜ੍ਹੀਏ ਸਮੁੰਦਰ ਦੇ ਕਿਨਾਰੇ ਤੇ ਬਹਿ ਕੇ ਕਿ ਕਿਸ ਤਰ੍ਹਾਂ ਤੈਰਨਾ ਹੈ, ਕਿਸ ਤਰ੍ਹਾਂ ਕਰਨਾ ਹੈ, ਕੀ ਕਰਨਾ ਹੈ, ਕਿਸ ਤਰ੍ਹਾਂ ਸਾਹ ਲੈਣਾ ਹੈ, ਲੇਕਿਨ ਜਦ ਤੱਕ ਅਸੀਂ ਸਮੁੰਦਰ ਵਿੱਚ ਉਤਰਾਂਗੇ ਨਹੀਂ, ਐਕਸਪੀਰੀਅੰਸ ਨਹੀਂ ਹੋਏਗਾ ਨਾ। ਤੇ ਇਸ ਵਾਸਤੇ ਸੋਲ ਹਰ ਇੱਕ ਉਹਦੇ ਵਿੱਚ ਉਤਰਦੀ ਹੈ ਓਕੇ एक्सपीरियंस लैन वास्ते। सोल दे लेवल ते कोई बुरा भला नहीं है। जिस तरह ਅਸੀਂ ਭਿਖਾਰੀ ਨੂੰ ਅਸੀਂ ਪੈਸੇ ਦਿੰਨੇ ਆ ਵਿਚਾਰਾ ਸਮਝ ਕੇ ਕਿ ਤੇ ਵਿਚਾਰਾ ਇਹਨੂੰ ਖਾਣ ਨੂੰ ਨਹੀਂ ਹੈ, ਇਹਨੂੰ ਅਸੀਂ ਪੈਸੇ ਦਈਏ, ਤਾਂ ਸਰ ਕਹਿੰਦੇ ਕੋਈ ਵੀ ਸੋਲ ਵਿਚਾਰੀ ਹੈ ਹੀ ਨਹੀਂ। ਐਵਰੀ ਸੋਲ ਇਜ਼ ਅ ਪਾਵਰਫੁਲ ਸੋਲ। ਉਹਨੇ ਉਹ ਐਕਸਪੀਰੀਅੰਸ ਲੈਣ ਲਈ ਜਨਮ ਚੂਜ਼ ਕੀਤਾ। ਔਰ ਇੰਨਾ ਚੈਲੰਜ ਦੇਖੋ ਕਿ ਇੰਨਾ ਚੈਲੰਜ ਕਿ ਰੋਟੀ ਖਾਣ ਲਈ ਵੀ ਮੰਗਦੇ ਰਹਿਣਾ, ਇੰਨਾ ਵੱਡਾ ਚੈਲੰਜ ਲੈ ਕੇ ਉਹ ਸੋਲ ਆਈ ਹੈ। ਤੇ ਅਸੀਂ ਉਹਨੂੰ ਵਿਚਾਰੀ ਕਰਕੇ ਉਹਨੂੰ ਦੇ ਕੇ ਦਇਆ ਕਰ ਰਹੇ ਹਾਂ ਉਹਦੇ ਉੱਤੇ, ਅਸੀਂ ਉਹਦੀ ਪਾਵਰ ਨੂੰ ਘਟਾ ਰਹੇ ਹਾਂ ਕਿ ਉਹ ਤੇ ਵਿਚਾਰਾ ਹੈ ਤੇ ਅਸੀਂ ਅੱਛੇ ਤੇ ਅਸੀਂ ਕਰ ਸਕਦੇ ਹਾਂ। तो उस अगर ਅਸੀਂ सोल ਲੈਵਲ ਤੇ ਕਿਸੇ ਦੀ ਹੈਲਪ ਕਰਨਾ ਚਾਹਨੇ ਹਾਂ, ਅਸੀਂ ਕਿਸੇ ਨੂੰ ਕੰਮ ਦੇ ਸਕਦੇ ਹਾਂ ਵੀ ਤੂੰ ਇਹ ਕੰਮ ਕਰ। ਅਸੀਂ ਮੰਨ ਲਓ ਕੋਈ ਫੁੱਲ ਵੇਚ ਰਿਹਾ ਸੀ, ਉਹਦੇ ਕੋਲੋਂ ਫੁੱਲ ਲੈ ਲਈਏ ਕਿ ਲੈ ਤੇਰੀ ਅਸੀਂ ਫੁੱਲ ਲੈ ਲੇ, ਤੇਰੀ ਰੋਟੀ ਦਾ ਹੋ ਗਿਆ ਗੁਜ਼ਾਰਾ। ਲੇਕਿਨ ਅਗਰ ਅਸੀਂ ਉਹਨੂੰ ਭੀਖ ਦੇ ਰਹੇ ਹਾਂ ਤੇ ਅਸੀਂ ਉਹਦੀ ਪਲਾਨ ਜਿਹੜਾ ਹੈ ਉਹਦਾ ਉਹ ਜੋ ਐਕਸਪੀਰੀਅੰਸ ਲੈਣਾ ਹੈ ਉਹਨੂੰ ਡੀਗ੍ਰੇਡ ਕਰ। ਸਾਨੂੰ ਸਮਝ ਨਹੀਂ ਸਮਝ ਸੀ ਤੇ ਅਸੀਂ ਕਰ ਰਹੇ ਸੀ, ਆ ਸਾਨੂੰ ਸਮਝ ਆ ਗਈ ਤੇ ਨਾ ਤੇ ਅਸੀਂ ਦੇਖ ਕੇ ਮੂੰਹ ਚੜਾਣਾ। ਕਈ ਵਾਰੀ ਅਸੀਂ ਮੂੰਹ ਪਰੇ ਕਰ ਲੈਂਦੇ ਹਾਂ ਕਿ ਇਹ ਕਿੱਥੇ ਆ ਗਿਆ ਭਿਖਾਰੀ, ਉਹ ਵੀ ਗਲਤ ਹੈ। ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਇਹਨੂੰ ਦੇ ਦਿਓ ਇਹ ਵਿਚਾਰਾ ਰੋਟੀ ਖਾ ਲੇ, ਵਿਚਾਰਾ ਕਿਹਾ ਬਸ ਅਸੀਂ ਉਹਦੀ એનર્ਜੀ ਲੈਵਲ ਤੇ ਉਹਦੀ ਡੀਗ੍ਰੇਡ ਕਰਤੀ ਕਿ ਵੀ ਤੂੰ ਤੇ ਬਹੁਤ ਗਰੀਬ ਸੋਲ ਹੈ। ਸੋਲ ਤੇ ਗਰੀਬ ਹੁੰਦੀ ਨਹੀਂ। ਐਵਰੀ ਸੋਲ ਇਜ਼ ਅ ਪਾਵਰਫੁਲ ਸੋਲ। ਉਹ ਐਕਸਪੀਰੀਅੰਸ ਲੈ ਲਈ ਆਈ ਤੇ ਉਹ ਐਕਸਪੀਰੀਅੰਸ ਤੋਂ ਸਿੱਖੇਗੀ। ਤੇ ਮੈਮ ਜਦੋਂ ਸੋਲ ਆਂਦੀ ਹੈ ਤੇ ਉੱਥੇ ਇਸ ਤਰ੍ਹਾਂ ਦਾ ਵੀ ਹੈ ਕਿ ਯੂ ਕਾਂਟ ਮਤਲਬ ਤੁਸੀਂ ਇੱਥੇ ਨਹੀਂ ਇਹ ਨਹੀਂ ਕਰ ਸਕਦੇ, ਉਹਦੇ ਵਾਸਤੇ ਰਿਸਟ੍ਰਿਕਸ਼ਨਸ ਹੁੰਦੀ ਨੇ ਜਿਸ ਤਰ੍ਹਾਂ ਮੈਂ ਉਹ ਸਮਝਾਉਂਦੇ ਨੇ ਹਾਂ ਤੋ ਇਹ ਬਹੁਤ ਜ਼ਿਆਦਾ ਚੈਲੰਜ ਤੁਸੀਂ ਲੈ ਲਿਆ, ਨਹੀਂ ਕਰ ਪਾਓਗੇ, ਇਹਨੂੰ ਤੁਸੀਂ ਚੇਂਜ ਕਰੋ ਪਲਾਨ ਨੂੰ। ਤੇ ਕਈ ਸੋਲ ਜਿਹੜੀਆਂ ਨੇ ਫਿਰ ਉਹਨਾਂ ਦੇ ਕਹਿਣਾ ਮੰਨ ਕੇ, ਕਿਉਂਕਿ ਉਹ ਕਾਉਂਸਲਿੰਗ ਹੁੰਦੀ ਹੈ, ਬਹੁਤ ਐਕਸਪਰਟ ਹੁੰਦੇ ਨੇ ਇਸ ਚੀਜ਼ ਵਿੱਚ, ਫਿਰ ਉਹਨਾਂ ਦਾ ਕਹਿਣਾ ਮੰਨ ਕੇ ਫਿਰ ਉਹ ਸੋਲ ਥੋੜਾ ਜਿਹਾ ਆਪਣਾ ਪਲਾਨ ਜਿਹੜਾ ਉਹ ਚੇਂਜ ਕਰ ਲੈ ਕਿ ਨਹੀਂ ਚਲੋ ਠੀਕ ਹੈ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰ ਲਾਂਗੇ। ਸਾਰੀਆਂ ਚੀਜ਼ਾਂ ਹੁੰਦੀਆਂ। ਮੇਰਾ ਕੁਐਸਚਨ ਸੀ ਕਿ ਜਿਸ ਤਰ੍ਹਾਂ ਮੈਂ ਐਗਜ਼ਾਮਪਲ ਦਿਆਂ ਕਿ ਮੈਂ ਕਿਧਰੇ ਮੂਵੀ ਦੇਖਣ ਜਾ ਰਿਹਾ ਤੇ ਥੀਏਟਰ ਦੇ ਵਿੱਚ ਮੇਰੇ ਪੈਸੇ ਹੀ ਨਹੀਂ ਨੇ ਤੇ ਮੈਂ ਫਰੰਟ ਵਾਲੀ ਟਿਕਟ, ਤੇ ਉਸ ਹਿਸਾਬ ਦਾ ਉਸ ਤਰ੍ਹਾਂ ਦਾ ਐਗਜ਼ਾਮਪਲ ਹੈ ਕਿ ਮੈਂ ਅਗਰ ਧਰਤੀ ਤੇ ਆਉਣਾ ਤੇ ਮੈਂ ਕਹਿਣਾ ਜੀ ਮੈਨੂੰ ਇਹ ਲੈਵਿਸ਼ ਵਾਲੀ ਦੇ ਦਿਓ ਤੇ ਉਹਦੇ ਵਿੱਚ ਵੀ ਰਿਸਟ੍ਰਿਕਸ਼ਨ ਹੈ ਨੋ ਕਿੰਨਾ ਤੁਹਾਡਾ એનર્ਜੀ ਹੈ, ਮਤਲਬ ਜਿੰਨੀ એનર્ਜੀ ਤੁਹਾਡੀ એનર્ਜੀ ਦੇ ਹਿਸਾਬ ਨਾਲ ਤੁਹਾਨੂੰ ਉਸ ਤਰ੍ਹਾਂ ਦਾ ਸੈਟਅਪ ਹੋ ਦੇਣਗੇ ਕਿ ਇਹ ਤੁਸੀਂ ਇਸ એનર્ਜੀ ਦੇ ਹਿਸਾਬ ਨਾਲ ਤੁਸੀਂ ਇਹ ਚੀਜ਼ਾਂ ਤੁਹਾਨੂੰ ਮਿਲਣਗੀਆਂ। ਜੋ ਜੋ ਸਾਡੀ એનર્ਜੀ ਵੱਧਦੀ ਜਾਏਗੀ, ਜੋ ਵੱਧਦੀ ਜਾਏਗੀ, ਫਿਰ ਸਾਨੂੰ ਚੁਆਇਸਿਸ ਮਿਲਣਗੀਆਂ ਕਿ ਇਹ ਵੀ ਕਰ ਸਕਦੇ ਹੋ ਇਹ ਵੀ ਕਰ ਸਕਦੇ ਹੋ, ਕੀ ਚੂਜ਼ ਕਰਨਾ ਚਾਹੁੰਦੇ। ਬਿਲਕੁਲ ਇਹਦਾ ਤੁਸੀਂ ਜੋ ਦੁਨੀਆ ਤੇ ਅਸੀਂ ਦੇਖ ਰਹੇ ਨਾ ਇਹਦਾ ਤੁਸੀਂ ਰੈਪਲੀਕਾ, ਇਹ ਦੁਨੀਆ ਤੇ ਰੈਪਲੀਕਾ ਹੈ। ਮੈਮ ਇੱਕ ਲਾਸਟ ਉਹਦੇ ਬਾਅਦ ਅਸੀਂ ਸਮਾਪਤੀ ਕਰਦੇ ਹਾਂ ਇਸ ਸੈਸ਼ਨ ਦੇ ਵਿੱਚ। ਤੁਸੀਂ ਸਿਰਫ ਇਹ ਦੱਸਣਾ ਕਿ ਇਸ ਰਿਲੇਟਿਡ ਕਿਹੜੀ ਬੁੱਕਸ ਨੇ ਸੋਲ ਪਲੈਨਿੰਗ, ਇਹ ਜਿਹੜੇ ਸਾਰੇ ਕਾਰਮਿਕ ਅਕਾਊਂਟ। ਦੇਖੋ ਸਭ ਤੋਂ ਵਧੀਆ ਬੁੱਕ ਅਗਰ ਤੁਸੀਂ ਪੜ੍ਹਨਾ ਚਾਹੁੰਦੇ ਹੋ ਜਿਹਦੇ ਸੋਲ ਪਲੈਨਿੰਗ, ਸੋਲ ਪਰਪਸ ਔਰ ਇਹ ਕਾਰਮਿਕ ਅਕਾਊਂਟ, ਕਿਉਂ ਅਸੀਂ ਐਸੇ ਰਿਲੇਸ਼ਨ ਚੂਜ਼ ਕਰਨੇ ਆ, ਕਿਉਂ ਅਸੀਂ ਗਰੀਬੀ ਚੂਜ਼ ਕਰਨੇ ਆ, ਤੇ ਉਹ ਹੈ ਰॉबर्ट ਸ਼ਵਾਰਟਜ਼ ਦੀ ਬੁੱਕ ਹੈ ਯੂਅਰ ਸੋਲਸ ਗਿਫਟ। ਯੂਅਰ ਸੋਲ ਗਿਫਟ, ਯੂਅਰ ਸੋਲਸ ਗਿਫਟ ਬੁੱਕ ਹੈ।
और अगर ਤੁਸੀਂ ਇਹਦੇ ਆਡੀਓ ਸੁਣਨੇ ਨੇ ਵੀਡੀਓ ਸੁਣਨੇ ਨੇ ਤੇ ਉਹ ਵੀ YouTube ਤੇ ਅਵੇਲੇਬਲ ਨੇ। ਨਾਮ ਕੀ ਦੱਸਿਆ ਸੀ ਕਿਹਦਾ author? Your Soul's Gift, ਰॉबर्ट ਸ਼ਵਾਰਟਜ਼। ਰॉबर्ट। ਉਹਨਾਂ ਨੇ ਇੱਕ ਟੌਪਿਕ ਲਿਆ, ਗਰੀਬੀ ਕਿਉਂ ਚੂਜ਼ ਕਰਦੀ ਹੈ, ਅਬॉर्शन क्यों चूज करती है, ओके। डाइवोर्स क्यों चूज करती है, हैंडीकैप क्यों होती है, मेंटली हैंडीकैप क्यों होती है। उन्होंने एक टॉपिक लिया ते ओदे वीडियो भी ने, नीता भोजवानी मैडम ने ओदे सारे एक टॉपिक ते वीडियो भी बनाए ने, वीडियो बुक्स बनाई ने नीता भोजवानी मैडम ने और लीना भारती मैडम ने। कुछ टॉपिक उन्होंने लेने, कुछ उन्होंने लेने। अगर मान लो पढ़ने का टाइम नहीं है तो तुसी वो आंदे जांदे तुसी वो सुन भी सकते हो ਤੇ ਉਹਦੇ ਨਾਲ ਬਹੁਤ ਕਲੈਰਿਟੀ ਮਿਲੇ ਕਿ ਕਿਸ ਤਰ੍ਹਾਂ ਕਾਉਂਸਲਿੰਗ ਹੈਲਪ ਕਰਦੀ ਹੈ, ਕਿਸ ਤਰ੍ਹਾਂ ਅਸੀਂ ਪਲਾਨ ਕਰਨੇ ਆ, ਕਿਸ ਤਰ੍ਹਾਂ ਉਹ ਸੋਲਸ ਨੂੰ ਬੁਲਾਇਆ ਜਾਂਦਾ ਹੈ। ਜਿਸ ਤਰ੍ਹਾਂ ਮੰਨ ਲਓ ਹੁਣ ਇੱਥੇ ਕੋਈ ਵੀ ਮੀਟਿੰਗ ਹੈ, ਮੰਨ ਲਓ ਤੁਸੀਂ ਕੋਈ ਮੀਟਿੰਗ ਕਰਨੀ ਹੈ ਤੇ ਤੁਸੀਂ ਬੁਲਾਉਂਦੇ ਹੋ ਨਾ, ਜਿਨ੍ਹਾਂ ਬੰਦਿਆਂ ਦੀ ਤੁਹਾਨੂੰ ਲੋੜ ਹੈ ਉਹਨਾਂ ਸਾਰਿਆਂ ਨੂੰ ਬੁਲਾਉਂਦੇ ਹੋ, ਫਿਰ ਉਹਨਾਂ ਦੇ ਵਿਊਜ਼ ਲੈਂਦੇ ਹੋ। ਹੁਣ ਮੰਨ ਲਓ ਕਿਸੇ ਨਾਲ ਤੁਸੀਂ ਮੀਟਿੰਗ ਕੀਤੀ ਕੰਮ ਬਿਜ਼ਨਸ ਦੇ ਉਹਦੇ ਵਿੱਚ, ਤਾਂ ਬੰਦਾ ਕਹਿੰਦਾ ਕਿ ਨਹੀਂ ਮੈਂ ਤੁਹਾਡੇ ਪਲਾਨ ਨਾਲ ਕੰਫਰਟੇਬਲ ਨਹੀਂ ਹਾਂ, मैं नहीं कर सकता ਤੁਹਾਡੇ ਨਾਲ ਕੰਮ ਕਿਉਂਕਿ ਮੈਂ ਤੁਹਾਡੇ ਪਲਾਨ ਨਾਲ ਕੰਫਰਟੇਬਲ ਨਹੀਂ ਹਾਂ। ਤੇ ਐਸੇ ਤਰ੍ਹਾਂ ਸੋਲ ਵੀ ਕਹਿੰਦੀ ਸੀ ਮੈਂ ਇਹਨਾਂ ਨਾਲ ਨਹੀਂ ਜਾਵਾਂਗੀ, ਮੈਂ ਕੰਫਰਟੇਬਲ ਨਹੀਂ ਹਾਂ। ਫਿਰ ਉਹਦੀ ਜਗ੍ਹਾ ਤੇ ਕਿਸੇ ਹੋਰ ਨੂੰ ਰੱਖਿਆ ਜਾਂਦਾ ਕਿ ਜੋ ਉਹਦੀ ਹੈਲਪ ਕਰਨ ਲਈ ਤਿਆਰ ਹੋਵੇ। ਕਈ ਸੋਲ ਐਸੀਆਂ ਹੁੰਦੇ ਨੇ ਜਿਨ੍ਹਾਂ ਦੇ ਕੋਈ ਕਾਰਮਿਕ ਅਕਾਊਂਟ ਵੀ ਨਹੀਂ ਹੁੰਦੇ, ਲੇਕਿਨ ਕਿਉਂਕਿ ਉਹਨਾਂ ਦਾ ਲਗਾਵ ਹੈ ਉਸ ਸੋਲ ਨਾਲ ਤੇ ਖਾਲੀ ਉਹ ਹੈਲਪ ਕਰਨ ਲਈ ਆ ਜਾਂਦੀਆਂ ਨੇ, ਫਰੈਂਡ ਬਣ ਕੇ ਜਾਂ ਕੁਝ ਹੋਰ ਬਣ ਕੇ। ਉਹਨਾਂ ਦਾ ਆਪਣਾ ਕੁਝ ਨਹੀਂ ਹੈ, ਲੇਕਿਨ ਉਹ ਖਾਲੀ ਹੈਲਪ ਕਰਨ ਲਈ। ਜਿਸ ਤਰ੍ਹਾਂ ਅਸੀਂ ਕਿਸੇ ਫਰੈਂਡ ਦੀ ਹੈਲਪ ਕਰਨ ਨਹੀਂ ਚਲੇ ਜਾਂਦੇ, ਅਸੀਂ ਕੁਝ ਲੈਣਾ ਵੀ ਨਹੀਂ ਉਹਦੇ ਕੋਲੋਂ, ਤੁਹਾਨੂੰ ਕੋਈ ਐਕਸਪੈਕਟੇਸ਼ਨ ਵੀ ਨਹੀਂ ਹੈ, ਸਿਰਫ ਅਸੀਂ ਹੈਲਪ ਕਰਨ ਆ ਗਏ। ਓਕੇ। तो बहुत सारी चीजें ਇਹ ਬੁੱਕ ਨਾਲ ਬਹੁਤ ਕਲੈਰਿਟੀ ਮਿਲੇਗੀ ਤੁਹਾਨੂੰ। ਕਿਸੇ ਨੇ ਪੁੱਛਿਆ ਹਿੰਦੀ ਵਿੱਚ ਹੈ, ਹਿੰਦੀ ਵਿੱਚ ਨਹੀਂ ਹੈ। ਤੁਸੀਂ ਹਿੰਦੀ ਵਿੱਚ ਨੀਤਾ ਭੋਜਵਾਨੀ ਮੈਡਮ ਦਾ, ਲੀਨਾ ਭਾਰਤੀ ਦਾ ਉਹਦਾ ਤਾਂ ਜਿਹੜਾ ਉਹਨਾਂ ਨੇ ਸਮਝਾਇਆ ਟੌਪਿਕ ਇੱਕ ਲੈ ਕੇ, ਉਹ ਤੁਸੀਂ ਸੁਣ ਸਕਦੇ ਹੋ। ਮੈਨੂੰ ਇਹਨਾਂ ਕਿਸੇ ਵੀ ਚੀਜ਼ ਦੀ ਪਤਾ ਨਹੀਂ ਸੀ। ਜੋ ਮੈਂ ਆਈ, ਜੋ ਮੈਂ ਪੜ੍ਹਿਆ ਸੁਣਿਆ, ਪਤਰੀ ਸਰ ਨੇ ਬੁੱਕਸ ਰਿਕਮੈਂਡ ਕੀਤੀਆਂ, ਉਹ ਪੜ੍ਹੀਆਂ ਸੁਣੀਆਂ, ਬੜੇ ਸਾਰਾ ਜੋ ਤੁਸੀਂ ਅੱਜ ਪੁੱਛ ਰਹੇ ਹੋ ਨਾ, ਸਾਰਾ ਕਨਫਿਊਜ਼ਨ ਲੈ ਕੇ ਅਸੀਂ ਆਉਂਦੇ, ਸਮਝ ਹੀ ਨਹੀਂ ਆਉਂਦੀ ਹੈ ਕੀ ਹੈ, ਕੀ ਇੰਜ ਤੇ ਇੰਜ ਕਿਉਂ ਹੈ, ਤੇ ਇਹ ਕਿਉਂ ਹੈ, ਫਿਰ ਇਹਦਾ ਕੀ ਮਤਲਬ ਹੋਇਆ, ਫਿਰ ਤੇ ਸਾਨੂੰ ਅਸੀਂ ਕੁਝ ਕਰ ਹੀ ਨਹੀਂ ਸਕਦੇ, ਇਸ ਤੇ ਕਠਪੁਤਲੀ ਹੋ ਗਏ। ਇਹ ਸਭ ਕੁਐਸਚਨ ਆਉਂਦੇ ਨੇ। ਲੇਕਿਨ ਜੋ ਅਸੀਂ ਇਹ ਜਿਹੜੀ ਰਿਸਰਚ ਹੈ, ਜਿਹੜੀ ਸਪਿਰਿਚੁਅਲ ਟੌਪਿਕਸ ਨੇ, ਜਿਹੜੀ ਪ੍ਰਿੰਸੀਪਲਸ ਜੋ ਅਸੀਂ ਸਮਝ ਰਹੇ ਹਾਂ ਨਾ, ਤੇ ਫਿਰ ਹੌਲੀ ਹੌਲੀ ਹਰ ਚੀਜ਼ ਕਲੀਅਰ ਹੁੰਦੀ ਹੈ। ਠੀਕ ਹੈ ਜੀ। ਥੈਂਕ ਯੂ ਮੈਮ, ਥੈਂਕ ਯੂ। ਅੱਜ ਦਾ ਕੁਐਸਚਨ ਆਨਸਰ ਸੈਸ਼ਨ ਬੜਾ ਹੀ ਐਕਸੀਲੈਂਟ, ਬਹੁਤ ਸਾਰੇ ਡਾਊਟਸ ਕਲੀਅਰ ਹੋਏ ਨੇ। ਅਸੀਂ ਇਸ ਤਰ੍ਹਾਂ ਦੇ ਸੈਸ਼ਨ ਜਿਹੜੇ ਅਸੀਂ ਸ਼ੁਰੂ ਕੀਤੇ ਨੇ ਇਹਨੂੰ ਕੰਟੀਨਿਊ ਰੱਖਾਂਗੇ। ਤੇ ਅੱਜ ਦਾ ਟਾਈਮ ਹੋ ਚੱਲਿਆ। ਮੈਮ ਤੁਹਾਡਾ ਬਹੁਤ ਬਹੁਤ ਥੈਂਕ ਯੂ। ਤੁਸੀਂ ਬੜੇ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਬੜੇ ਹੀ ਕਲੀਅਰਟੀ ਦੇ ਨਾਲ ਦਿੱਤੇ ਨੇ। ਤੇ ਇਸੇ ਤਰ੍ਹਾਂ ਪ੍ਰਮਾਤਮਾ ਕਰੇ ਤੁਹਾਡਾ ਗਿਆਨ ਵੱਧਦਾ ਰਹੇ ਤੇ ਸਾਨੂੰ ਥੋੜ੍ਹਾ ਥੋੜ੍ਹਾ ਦਿੰਦੇ ਰਹੋ। ਅਸੀਂ ਵੀ ਉਹ ਗਿਆਨ ਥੋੜ੍ਹਾ ਥੋੜ੍ਹਾ ਸੁਣ ਕੇ ਤੇ ਆਪਣੇ ਜੀਵਨ ਨੂੰ ਜਿਹੜੇ ਵੀ ਸਾਡੇ ਪਲੈਨਿੰਗ ਹੈਗੀ ਹੈ, ਜੋ ਵੀ ਅਸੀਂ ਖੁਸ਼ਕਿਸਮਤ ਆਂਗੇ ਸਾਡੇ ਪਲੈਨਿੰਗ ਦੇ ਵਿੱਚ ਇਹ ਵੀ ਇੱਕ ਪਲੈਨਿੰਗ ਸੀ। ਸਾਡੇ ਤੁਹਾਡੇ ਨਾਲ ਇਸ ਗਰੁੱਪ ਦੇ ਵਿੱਚ ਬੈਠ ਕੇ ਅਸੀਂ ਉਸ ਸੋਲ ਪਲੈਨਿੰਗ ਦੇ ਉੱਤੇ ਜਾਂ ਸਾਡਾ ਵੀ ਕੁਝ ਮਾਰਗਦਰਸ਼ਨ ਹੋ ਰਿਹਾ ਤੇ ਅਸੀਂ ਕੁਝ ਸਮਝ ਰਹੇ ਹਾਂ। ਤੁਹਾਨੂੰ ਮੈਂ ਦੱਸਾਂ ਕਿ ਮੈਂ ਇੰਨਾ ਥੈਂਕਸ ਕਰਨੀ ਆਪਣੀ ਸੋਲ ਦਾ ਕਿ ਇੰਨੀ ਸੋਹਣੀ ਉਹਨੇ ਪਲੈਨਿੰਗ ਕੀਤੀ ਕਿ ਮੇਰੀ ਜ਼ਿੰਦਗੀ 'ਚ ਧਿਆਨ ਆਇਆ ਔਰ ਪਤਰੀ ਸਰ ਆਏ। ਨਹੀਂ ਤੇ ਮੈਂ ਇੰਝ ਹੀ ਚਲੇ ਜਾਣਾ ਸੀ, ਕੁਝ ਵੀ ਸਮਝ ਨਹੀਂ ਸੀ ਆਣਾ ਕੀ ਕਰਨ ਆਇਆ, ਕਿਉਂ ਆਇਆ, ਬਸ ਇੰਝ ਹੀ ਬਸ ਠੀਕ ਹੈ ਚਲੇ ਜਾਣਾ ਸੀ। ਜਿਉਂ ਧਿਆਨ ਕੀਤਾ, ਜਿਉਂ ਸਰ ਦੇ ਨਾਲ ਟਾਈਮ ਸਪੈਂਡ ਕੀਤਾ, ਉਹਨਾਂ ਦੀ ਵਿਜ਼ਡਮ ਸੁਣੀ, ਸਭ ਕੁਝ ਖੁੱਲਦਾ ਚਲਾ ਗਿਆ। ਤੇ ਮੈਂ ਤਾਂ ਆਪਣੀ ਸੋਲ ਨੂੰ ਇੰਨਾ ਥੈਂਕਸ ਕਰਨੀ ਆ ਕਿ ਕਿੰਨੀ ਵਧੀਆ ਪਲੈਨਿੰਗ ਕੀਤੀ। ਤੇ ਉਹ ਸਾਡੇ ਸਾਰਿਆਂ ਦੀ ਉਹੀ ਪੋਜੀਸ਼ਨ ਹੈ ਕਿ ਸਾਡੀ ਸੋਲ ਨੇ ਕਿੰਨੇ ਜਨਮਾਂ ਦੀ ਤਪੱਸਿਆ ਤੋਂ ਬਾਅਦ ਉਹਨੂੰ ਇਹ ਚਾਂਸ ਮਿਲਿਆ ਹੋਏਗਾ ਕਿ ਉਹਦੀ ਪਲੈਨਿੰਗ ਵਿੱਚ ਕਿਸੇ ਯੁੱਗ ਪੁਰਸ਼ ਦਾ ਸਾਥ ਆਇਆ। ਅਚਾਨਕ ਨਹੀਂ ਆ ਜਾਂਦਾ, ਕਿੰਨੇ ਜਨਮਾਂ ਦੀ ਤਪੱਸਿਆ ਹੋਏਗੀ ਜਿਹੜੀ ਸਾਡੀ ਇਹ ਫਲੀਭੂਤ ਹੋਈ ਹੈ ਇਸ ਜਨਮ ਵਿੱਚ। तो साडे हर एक दी सोल बहुत पावरफुल है, बहुत स्ट्रांग है और हर एक अपनी सोल दा थैंक्स करे कि कितनी सोहनी प्लानिंग करके होए। बाकी छोटियां छोटियां चीजां चैलेंज वो सब ते सीखण लई आणगे, लेकिन कितना ब्यूटीफुल पार्ट है साडी सोल प्लानिंग दा
ਇਹ ਸਾਡੀ ਜ਼ਿੰਦਗੀ 'ਚ ਧਿਆਨ ਆਇਆ, ਉਹ ਵੀ ਧਿਆਨ ਅਲਟੀਮੇਟ ਧਿਆਨ ਕਿ ਉਸ ਤੋਂ ਉੱਤੇ ਕੁਝ ਹੈ ਹੀ ਨਹੀਂ, ਹੋਰ ਭਟਕਣ ਦੀ ਲੋੜ ਹੀ ਨਹੀਂ। ਔਰ ਦੂਸਰਾ, ਐਸੇ ਯੁਗ ਪੁਰਸ਼ ਦਾ ਸਾਥ ਮਿਲਿਆ ਜਿਹੜਾ ਕਹਿੰਦਾ ਮੈਂ ਤੁਹਾਡਾ ਗੁਰੂ ਹੈ ਹੀ ਨਹੀਂ, ਮੈਂ ਤੁਹਾਡਾ ਫਰੈਂਡ ਆ, ਹੋਰ ਕੀ ਚਾਹੀਦਾ। ਸਾਡੇ ਲੈਵਲ ਤੇ ਆ ਕੇ ਉਹਨਾਂ ਨੇ ਸਾਨੂੰ ਹਰ ਚੀਜ਼ ਸਮਝਾਈ, ਸਾਡੇ ਨਾਲ ਬੈਠ ਕੇ ਖਾਣਾ, ਸਾਡੇ ਨਾਲ ਬੈਠ ਕੇ ਹਸੀ ਮਜ਼ਾਕ ਕਰਨਾ, ਸਾਨੂੰ ਮੌਕਾ ਦੇਣਾ ਗੱਲ ਕਰਨ ਦਾ, ਡਾਂਟਣਾ, ਇੱਕ ਪਿਤਾ ਦੀ ਤਰ੍ਹਾਂ, ਇੱਕ ਫਰੈਂਡ ਦੀ ਤਰ੍ਹਾਂ। ਤੇ ਸਾਡੇ ਲੈਵਲ ਤੇ ਆ ਕੇ ਉਹਨਾਂ ਨੇ ਸਾਨੂੰ ਹਰ ਚੀਜ਼ ਸਮਝਾਈ। ਉਹਨਾਂ ਨੇ ਇਹ ਨਹੀਂ ਕਿਹਾ ਕਿ ਮੈਂ ਤਾਂ ਉੱਤੇ ਬੈਠਾ ਤੁਸੀਂ ਸਾਰੇ ਥੱਲੇ ਹੋ, ਨਹੀਂ, ਸਾਡੇ ਲੈਵਲ ਤੇ ਸਾਡੀ ਲੈਂਗੁਏਜ ਵਿੱਚ, ਸਾਡੀ ਭਾਸ਼ਾ ਵਿੱਚ ਸਾਨੂੰ ਉਹਨਾਂ ਨੇ ਹਰ ਚੀਜ਼ ਸਮਝਾਈ। ਤੇ ਸਾਡੀ ਸੋਲ ਪਲੈਨਿੰਗ ਦਾ ਕਿਤਨਾ ਬਿਊਟੀਫੁਲ ਪਾਰਟ ਹੈ, ਔਰ ਕਿਤਨੇ ਜਨਮਾਂ ਦੀ ਤਪੱਸਿਆ ਦੇ ਬਾਅਦ ਸਾਨੂੰ ਇਹ ਚਾਂਸ ਮਿਲਿਆ ਹੋਏਗਾ। तो सारे ही ਅਸੀਂ बहुत किस्मत वाले हैं। तो घबराना नहीं, डरना नहीं, ਅੱਗੇ ਵਧਦੇ ਜਾਣਾ, ਚੈਲੰਜ ਆਣਗੇ, ਸਿੱਖਦੇ ਜਾਵਾਂਗੇ, ਅੱਗੇ ਵਧਦੇ ਜਾਵਾਂਗੇ, ਇਹੀ ਅਸੀਂ ਕਰਨ ਆਏ। ਥੈਂਕ ਯੂ ਮੈਮ, ਥੈਂਕ ਯੂ। ਤੁਹਾਡਾ ਜਿੰਨਾ ਵੀ ਅਸੀਂ ਥੈਂਕ ਯੂ ਕਰੀਏ ਘੱਟ ਹੈ। ਸਾਰੀ ਹੀ ਸੋਲ ਫੈਮਿਲੀ ਦਾ, ਇਹ ਜਿੰਨੇ ਵੀ ਇੱਥੇ ਬੈਠੇ ਨੇ ਸਾਰਿਆਂ ਦਾ ਬਹੁਤ ਬਹੁਤ ਗ੍ਰੈਟੀਟਿਊਡ, ਥੈਂਕ ਯੂ ਹੈ ਜੀ। ਤੇ ਚਲੋ ਆਪਾਂ ਹੁਣ ਇਜਾਜ਼ਤ ਲੈਂਦੇ ਹਾਂ ਅੱਜ ਦੇ ਵਾਸਤੇ, ਟਾਈਮ ਹੋ ਚੱਲਿਆ। ਕੱਲ ਫਿਰ ਮਿਲਾਂਗੇ ਇਸੇ ਹੀ ਊਰਜਾ ਦੇ ਨਾਲ, ਨਵੇਂ ਸਵੇਰੇ ਦੇ ਨਾਲ। ਤਦ ਤੱਕ ਖੁਸ਼ ਰਹੋ, ਖੁਸ਼ੀਆਂ ਵੰਡਦੇ ਰਹੋ, ਇਸੇ ਤਰ੍ਹਾਂ ਧਿਆਨ ਕਰੋ, ਧਿਆਨ ਕਰਾਉਂਦੇ ਰਹੋ ਤੇ ਸਮਾਈਲ ਦੇ ਨਾਲ ਸਾਰੀ ਦੁਨੀਆ ਦੇ ਉੱਤੇ ਖੁਸ਼ੀਆਂ ਵੰਡੋ। ਤੇ ਸਾਰਿਆਂ ਨੂੰ ਮੇਰਾ ਅਖੀਰ ਦੇ ਵਿੱਚ ਪਿਆਰ ਭਰਾ ਸਤਿ ਸ਼੍ਰੀ ਅਕਾਲ।